ਸਲਾਮ। ਅਮਰ ਭਾਈ ਇਹ ਮੇਰੇ ਨਾਲ ਵੀ ਐਕਸਪੀਰੀਅੰਸ ਹੋਇਆ। ਮੈਂ ਵੀ ਜਾਂਦਾ ਰਿਹਾ ਨਾ ਲੋਡ ਲੈ ਕੇ, ਤੇ ਉਹ ਹੁਡੀ ਉਹ 14 ਦਿਨ ਦਾ ਟਾਈਮ ਦਿੰਦਾ ਕਿ 14 ਦਿਨ ਦੇ ਅੰਦਰ ਪੇਮੈਂਟ ਕਰੋ, ਉੱਠ ਜਾਂਦਾ। ਹਾਂਜੀ, ਉਹ ਇੱਕ ਰਸੀਦ ਲੰਬੀ ਜਿਹੀ ਦਿੰਦਾ, ਤੇ ਉਹ ਮੈਂ ਵੀ ਇਟਲੀ ਜਾਂਦਾ ਰਿਹਾ ਨਾ, ਤੇ ਉਹ ਉੱਠ ਜਾਂਦਾ। ਸਾਊਥ ਵਾਲੇ ਪਾਸੇ ਮੈਨੂੰ ਨਹੀਂ ਪਤਾ, ਸਿਸਲੀ ਨਾਪੋਲੀ ਵਾਲੇ ਪਾਸੇ ਕੀ ਹੁੰਦਾ ਕੀ ਨਹੀਂ ਹੁੰਦਾ। ਅਸੀਂ ਇੱਥੇ ਲੰਬਾਰਦੀਆ ਕਹਿ ਲਓ ਤੁਸੀਂ, ਜਿਹੜਾ ਮਿਡਲ ਤੋਂ ਲੈ ਕੇ ਨਾਰਥ ਤੱਕ ਹੈ ਨਾ, ਮੈਂ ਤੇ ਐਸੇ ਏਰੀਏ 'ਚ ਰਹਿਣਾ, ਮੈਂ ਕਦੇ ਸਾਊਥ ਵੱਲ ਗਿਆ ਨਹੀਂ ਆ। ਮੇਰੇ ਕਲੀਗ ਜਾਂਦੇ ਨੇ, ਤੇ ਮੈਂ ਤਾਂ ਉਹਨਾਂ ਨੂੰ ਕਈ ਵਾਰੀ ਪੁੱਛਣਾ ਵੀ ਉੱਥੇ ਚੋਰ ਸ਼ੋਰ ਤਾਂ ਨਹੀਂ ਪੈਂਦਾ ਜੇ ਰਾਤੀ ਤੁਸੀਂ ਗੱਡੀ ਖਿਲਾਰਦੇ ਬਾਹਰ। ਉਹ ਏਰੀਆ ਮੈਨੂੰ ਪਸੰਦ ਨਹੀਂ ਹੈ। ਅੱਛਾ, ਉਹਦੇ ਇਟਲੀ ਦੇ ਵਿੱਚ ਨਾ ਜੋ ਬੰਦਾ ਨਾਪੋਲੀ ਤੱਕ ਹੈ ਜੀ ਇਹ, ਤੇ ਅੱਗੇ ਅਗਰ ਇਸ ਸਾਊਥ ਵੰਜੋ ਨਾ ਉੱਥੇ ਦਾ ਮੈਂ ਨਹੀਂ ਪਤਾ। ਮੈਂ ਕਿਹਾ ਜੀ ਇਟਲੀ 'ਚ ਜਦੋਂ ਓਵਰਟੇਕ ਕਰਦੇ ਨੇ ਨਾ, ਤੇ ਨਾਲ ਧੌਣ ਘੁਮਾ ਕੇ ਵਹਿੰਦੇ ਨੇ ਇੰਝ ਕਰਕੇ, ਜਿਸ ਤਰ੍ਹਾਂ ਪਾਕਿਸਤਾਨ ਆ ਰਿਹਾ। ਤੇ ਰੋਮ ਗੱਡੀ ਚਲਾਉਣਾ ਮੇਰੇ ਖਿਆਲ ਨਾਲ ਲਾਹੌਰ ਨਾਲੋਂ ਮੁਸ਼ਕਿਲ ਹੈ। ਲਾਹੌਰ ਆਸਾਨ ਹੈ। ਇਹ ਲੀਮ ਸਾਹਿਬ, ਤੁਹਾਡਾ ਗੱਲ ਕਰਨ ਦਾ ਕੀ ਮਤਲਬ ਹੈ? ਖਾਈ ਨੇ ਸ਼ੁਲਡਾ ਬਲੀ, ਖਾਈ ਨੇ ਫੁਗਾ ਸ਼ਾਈ ਨਾ, ਚੱਕਰ ਹੀ ਕੋਈ ਨਹੀਂ ਹੈ, ਚੱਕਰ ਹੀ ਕੋਈ नहीं। आमिर भाई एक और सवाल वास्ते मैं आया अपना मोहम्मद हुसैन साहब, ये डूल नेशनलिटी वाला मैं तो हुण मिली है नेशनलिटी, ते वो कह रहे ने कि एक ही नेशनलिटी रख सकदे हो। नहीं ਤੁਹਾਨੂੰ ਛੁੱਟੀ ਤੁਸੀਂ ਦੋ ਹੀ ਰੱਖੋ, ਟੈਨਸ਼ਨ ਨਾ ਲਵੋ। ਤੇ ਮੈਨੂੰ ਪਤਾ ਨਹੀਂ, ਤੁਸੀਂ ਤਰੀਜੀ ਦਾ ਵਿਆਹ ਕਰੋ, ਉੱਥੇ ਫਰਾਂਸ ਵਾਲੇ ਦਾ ਵਿਆਹ ਕਰੋ, ਛੱਡੋ ਤੁਸੀਂ ਇਹਨਾਂ ਨੂੰ ਆਖਣ ਦੇ ਜੋ ਕਹਿੰਦੇ। अच्छा, ਮੇਰੇ ਕੋਲ ਦੋ ਨੇ, ਬੰਦ ਨਹੀਂ ਕਦੇ ਕਿਸੇ ਆਖਿਆ। ਵੈਸੇ ਹੋਣੀ ਇੱਕ ਹੀ ਚਾਹੀਦੀ ਹੈ, ਜਿਹੜੀ ਵੀ ਰੱਖਣੀ ਹੋਵੇ ਇੱਕ ਹੋਣੀ ਚਾਹੀਦੀ ਹੈ ਹਮੇਸ਼ਾ। ਚਾਰ ਦੀ ਇਜਾਜ਼ਤ ਹੈ, ਠੀਕ ਚਾਹੀਦੀ ਹੁੰਦੀ ਹੈ। ਲੀਮ ਭਾਈ, ਤੁਹਾਡਾ ਕੰਮ ਤੇ ਤੇਜ਼ ਹੋਇਆ ਹੋਣਾ ਬਾਈਨਾਸ ਦੀ ਵਜ੍ਹਾ ਤੋਂ। ਹੁਣ ਰੁਕਿਓ ਜ਼ਰਾ, ਮੈਂ ਕਰਦਾ। ਯਾਰ ਮੈਂ ਜਿਸ ਵੇ ਟਿਕਟੌਕ ਖੋਲਣਾ ਤੇ ਮੇਰੇ ਸਾਹਮਣੇ ਸਭ ਤੋਂ ਪਹਿਲਾਂ ਨਾ ਉਹ ਗਾਣਾ ਆ ਜਾਂਦਾ ਹੈ। ਅੱਜ ਕੱਲ ਉਹਦਾ ਪੀਟੀਆਈ ਦਾ ਨਹੀਂ ਸੀ, ਉਹ ਗੁਲੂਕਾਰ ਕੀ ਨਾਂ ਸੀ ਉਹਦਾ? ਇਬਰਾਰ ਅਹਿਮਦ। ਅਬਰਾਰ ਅਹਿਮਦ ਦਾ ਜੁੱਤੀ ਵੀ ਰੰਗਾਈ ਨਹੀਂ, ਪੱਗ ਵੀ ਰੰਗਾਈ ਨਹੀਂ, ਤੇ ਜੁੱਤੀ ਵੀ ਪਿਛੋਰੋਂ ਆਈ ਨਹੀਂ। ਉਹ ਕੀ ਗਾਣਾ ਹੈ? ਮੌਤ ਦੇ ਸਨੇਹ ਪਤਾ ਨਹੀਂ ਆ ਕੇ ਰੱਖੀ। ਉਹ ਇਸ ਤਰ੍ਹਾਂ ਸੁਣਿਆ ਕਿਸੇ ਨੇ? ਮੈਂ ਤਾਂ ਨਹੀਂ ਸੁਣਿਆ ਅਮਰ ਭਾਈ। ਮਤਲਬ ਮੈਂ ਉਹਨੂੰ ਸੁਣਿਆ ਹੀ ਨਹੀਂ ਕਦੇ, ਅਬਰਾਰ ਨੂੰ, ਤੇ ਕਿਉਂ ਮੇਰੇ ਅੱਗੇ ਬਾਰ-ਬਾਰ ਆਉਂਦਾ ਹੈ? ਮੈਂ ਸਿੱਧੂ ਮੂਸੇਵਾਲੇ ਨੂੰ ਸੁਣਨਾ। ਉਹ ਬਸ ਇਹਨਾਂ ਦਾ ਇਬਰਾਰ ਤੱਕ ਮੇਰੇ ਅੱਗੇ ਆ ਜਾਂਦਾ। ਇਬਰਾਰ ਅਹਿਮਦ ਨਹੀਂ, ਉਹਦਾ ਨਾਂ ਇਬਰਾਰੁਲ ਹੱਕ ਹੈ। ਇਬਰਾਰੁਲ ਹੱਕ ਇਹ ਤੇ ਪਤਾ ਵੀ ਕਰਨਾ ਪਏਗਾ ਕਿਉਂ ਹੁੰਦਾ ਉਹ। ਇਹ ਰੱਦੀ ਗੱਲ ਹੈ ਕਿ ਜਿਸ ਵੇਲੇ ਮੈਂ ਟਿਕਟਾਕ ਖੋਲਣਾ ਤੇ ਉਹ ਗੁੱਗੂ ਗਿੱਲ, ਕੋਈ ਪਤਾ ਨਹੀਂ ਉਹਨੂੰ ਮੈਂ ਤੇ ਫਾਲੋ ਵੀ ਨਹੀਂ ਕੀਤਾ। ਉਹ ਕੌਣ ਹੈ ਗੁੱਗੂ ਗਿੱਲ? ਉਹਦੀ ਵੀਡੀਓ ਹੁੰਦੀ ਹੈ ਤੇ ਉੱਤੇ ਗਾਣਾ ਲੱਗਿਆ, ਤੁਸੀਂ ਲਿਖੋ ਨਾ ਗੁੱਗੂ ਗਿੱਲ ਟਿਕਟਾਕ ਤੇ ਆ ਜਾਏਗਾ ਸਾਹਮਣੇ। ਇਹ ਸਹੀ ਕਹਿ ਰਹੇ ਹੋ ਕਾਲੂ ਸਾਹਿਬ, ਉਹ ਕਾਲੂ ਹੈ, ਇਹ ਅਸ਼ਰਫ ਕਾਲੂ ਦਾ ਭਤੀਜਾ ਹੈ ਸਾਡੇ ਉੱਥੇ ਆਕੇ ਦੇ। ਇਹ ਗੁੱਗੂ ਗਿੱਲ ਨਹੀਂ, ਇਹ ਇਬਰਾਰੁਲ ਹੱਕ ਵੀ ਕਾਲੂ ਹੈ ਨਾ, ਉਹ ਕਹਿ ਰਿਹਾ ਸਾਹਿਲ ਕਾਲੂ, ਇਹ ਹੈਡ ਮਾਸਟਰ ਸੀ ਦਾ ਚਾਚਾ ਹੋਤੇ। अस्सलाम वालेकुम वरहमतुल्लाहि वबरकातुह। आमिर भाई एक गल दसो, ਫਤਵਾ ਲੱਗਣ ਲੱਗਾ ਜੇ ਗੁਜਰਾਤ ਦੇ ਪਹਿਲੇ ਦੱਸ। ਅੱਲਾ ਖੈਰ ਕਰੇ। ਇਹ ਪਹਿਲਾਂ ਇੱਕ ਫਿਰਕਾ ਨਜ਼ੀਰੀਆ ਸੀ, ਆ ਹੁਣ ਗੁੱਜਰ ਇਕੱਠੇ ਬਹਿਣ ਲੱਗ ਪਏ ਨੇ। ਤਿੰਨ ਗੁੱਜਰ ਇਕੱਠੇ ਬੈਠੇ ਸੀ, ਖੈਰ ਕੇ ਕੀ ਕਰ ਸੋ। ਹੁਣ ਅਸੀਂ ਗੁੱਜਰ ਗਰੁੱਪ ਤਿਆਰ ਕਰਨਾ। ਠੀਕ ਹੋ ਗਿਆ, ਤਿੰਨ ਗੁੱਜਰ ਇਕੱਠੇ। आमिर भाई थले वाटर नु अपनी ज़बान समझा लियो कि बंदे दा बच्चा बन जावे। ਮੈਂ ਨਹੀਂ ਪਤਾ ਵੇਖਦਾ, ਸਕਰੀਨ ਹਨੇਰਾ ਹੈ ਤੇ ਮੈਂ ਡਰਾਈਵ ਕਰਨਾ, ਮੈਂ ਨਹੀਂ ਸਕਰੀਨ ਵੇਖਦਾ। ਅਮਰ ਭਾਈ, ਤੁਹਾਨੂੰ ਯਾਦ ਹੈ ਕਿ ਹੁਸੈਨ ਸਾਹਿਬ ਦੀ ਲਾਈਵ ਦੇ ਉੱਤੇ ਵੀ ਇੱਕ ਗੁੱਜਰ ਗਰੁੱਪ ਆਇਆ ਸੀ ਮੇਰੇ ਮੁਕਾਬਲੇ 'ਚ? ਕਿੱਥੇ ਆਇਆ ਸੀ? ਹੁਸੈਨੀ ਸਾਹਿਬ ਦੀ ਲਾਈਵ ਤੇ। ਨਹੀਂ, ਗੁੱਜਰ ਗਰੁੱਪ ਨਹੀਂ, ਚੀਤਾ ਗਰੁੱਪ ਸੀ। ਉਹ ਚੀਤਾ ਗਰੁੱਪ ਸੀ। ਚੀਤਾ ਗਰੁੱਪ ਉਹਨਾਂ ਨੂੰ ਲੈ ਕੇ ਆਏ ਸਨ ਗਾਲਾਂ ਦਾ ਮੁਕਾਬਲਾ ਕਰਨ ਵਾਸਤੇ, ਲੇਕਿਨ ਉਹ ਠੁੱਸ ਹੋ ਜੇ। ਅੰਬਰ ਨਜ਼ੀਰ ਸਾਹਿਬ ਨੇ ਬੜੇ ਹੀ ਉਹ ਮੋਰਲ ਸਪੋਰਟ ਉਹਨਾਂ ਦੀ, ਕਿਸੇ ਨੇ ਕਿਹਾ ਪੈ ਜਾਓ, ਫੜ ਲਓ।
ਇਹੋ ਹੀ ਹਾਲ ਹੈ ਹੁਣ। ਉਹ ਸਪੀਕਰਾਂ ਦਾ ਦੌਰ ਸੀ ਉਹ ਸਾਨੂੰ ਯਾਰ। ਜਦੋਂ ਇਹ ਨਹੀਂ ਪਤਾ ਵੀ ਆਵਾਜ਼ ਉੱਚੀ ਕਿੰਜੇ ਕਰ ਲੈਂਦੇ ਨੇ ਮਰਦਾਈਆਂ ਨੇ, ਕਿਹੜੀ ਗੇਮ ਪਾਈ ਹੈ ਚੰਗੀ ਤਰ੍ਹਾਂ ਰੌਲਾ ਹੀ ਪਤਾ ਪਾ ਹੈ ਕਿ ਦਿੰਦੇ ਨੇ ਮਾਈਕ ਲਾ ਕੇ। ਆਮਰ ਨਜ਼ੀਰ ਔਰ ਸਾਹਿਬ ਭਾਈ ਨੇ ਇੱਕ ਪੋਜੀਸ਼ਨ ਬੰਦੇ ਹੈ। को स्पेशल सिखाया यार, आवाज किंज उच्ची करनी है लीम साहब। ਹਾਂਜੀ हफ्ते के बाद वही बंदा अमर नजीर साहब ਨੂੰ ਨੇ ਟੰਗਿਆ ਸੀ। ਮੈਨੂੰ ਚੰਗੀ ਤਰ੍ਹਾਂ ਯਾਦ ਹੈ ਆਮਰ ਨਜ਼ੀਰ ਇੱਕ ਦਿਨ ਪੁੱਛਦੇ ਨੇ ਯਾਰ ਇਹ ਆਵਾਜ਼ ਉੱਚੀ ਹੁੰਦੀ ਕਿੰਜ ਹੈ, ਇਹ ਮਿਲਦਾ ਕਿੱਥੋਂ ਹੈ, ਇਹ ਆਉਂਦਾ ਕਿੱਥੋਂ ਹੈ ਮਾਈਕ। ਤੇ ਉਹ ਬਾਰੇ ਦੌਰ ਸਾਹਿਬ ਐਸਾ ਬੜੀ ਸੀ ਇਨਵੈਸਟਮੈਂਟ ਕੀਤੀ ਸੀ ਉਹਦੇ ਉੱਤੇ। ਮਾਈਕਾਂ ਦਾ ਦੌਰ। ਨਹੀਂ ਅਸਲ ਇਹ ਵੇ ਕਿ ਮੇਰਾ ਦਿਲ ਨਹੀਂ ਕਰਦਾ ਕਿ ਕਿਹੜੀ ਇਹਨੇ ਇਹ ਵੇਖਿਆ ਜੇ ਤੁਸੀਂ ਅੱਜ ਤਾਈਂ ਉਹ ਗੱਲ ਯਾਦ ਰੱਖੀ ਹੈ, ਕਿਸੇ ਦੀ ਮੁਹਤਾਜਗੀ ਹੈ ਨਾ ਜਿਹੜੀ, ਬਈ ਕਿਸੇ ਨੂੰ ਬੰਦਾ ਆਖੇ ਵੀ ਤੂੰ ਮੇਰੀ ਥਾਂ ਇਹ ਕੰਮ ਕਰ, ਇਹਦੇ ਤੋਂ ਮੈਨੂੰ ਸਖਤ ਕਰਾਹਤ ਹੁੰਦੀ ਹੈ। ਆਪਣੇ ਪੈਰਾਂ ਉੱਤੇ ਖੜੇ ਹੋਏ ਆ ਤੇ ਤਾਈਂ ਲੋਕਾਂ ਦੀਆਂ ਨਜ਼ਰਾਂ 'ਚ ਚੜੇ ਹੋਏ ਆ। ਆਪਣੇ ਪੈਰਾਂ ਤੇ ਆਪ ਖਲੋਣਾ ਚਾਹੀਦਾ, ਆਪਣਾ ਮਾਈਕ ਆਪ ਲਓ। ਅਮਰ ਭਾਈ ਧੱਕੇ ਨਾਲ ਗੱਲ ਕੋਈ ਵੀ ਹੋਏ ਨਾ, ਧੱਕੇ ਨਾਲ ਸਿੱਧੂ ਵਿੱਚ ਘਸਾ ਦਿੰਦਾ। ਇਹ ਤਸਵੀਰਾਂ ਰਿਲੀਜ਼ ਕਰ ਦੇਣੀਆਂ। ਗੱਲ ਕੋਈ ਵੀ ਹੋਏ ਵਿੱਚ ਕਿਤੇ ਨਾ ਕਿਤੇ ਸਿੱਧੂ ਵਿੱਚ ਤੁਸੀਂ ਪਾ ਦਿੰਦੇ ਹੋ ਵਿੱਚ। छोड़ दे यार, वो वाटर मेरा दोस्त है बहुत। ਇਹ ਖੈਰ ਸਿੱਧੂ ਦਾ ਗਾਣਾ ਨਹੀਂ ਹੈ, ਆਪਣੇ ਪੈਰਾਂ ਭਾਈ ਵਾਟਰ ਨੂੰ ਬਵਸੀਰ ਹੋਵੇ ਭਾਈ ਪਰਦੇਸ ਇੱਥੇ ਗਿਆ ਸਾਡੇ ਨਾ ਦੋ ਮੁੰਡੇ ਇਕੱਠੇ ਰਹਿੰਦੇ ਸਨ। ओ मलक वाटर मेरा दोस्त है, छड़ दे ओनू। ਆਮਿਰ ਭਾਈ ਇਹ ਮਲਕ ਵਾਟਰ ਸਾਹਿਬ ਗੱਲ ਬਵਸੀਰ ਸੁਣੋ। ਤੇ ਪਰਦੇਸ ਗਿਆ ਤੇ ਬੀਵੀ ਨੂੰ ਖੂਨ ਨਾਲ ਖਤ ਲਿਖੋ। ਅੱਛਾ ਲਿਖਦੇ ਆ, ਦੋ ਮੁੰਡੇ ਰਹਿੰਦੇ ਸਨ, ਉਹ ਲੜ ਪਏ ਆਪਸ ਵਿੱਚ। ਇੱਕ ਸਿੱਧੂ ਤੇ ਗਾਣੇ ਸੁਣਦਾ ਸੀ, ਕਾਰ ਵੱਡੇ ਸਪੀਕਰ ਵੀ ਉਹਨੇ ਰੱਖੇ ਸਨ, ਉਹ ਗਾਣੇ ਲਾ ਲੈਂਦਾ ਸੀ, ਦੂਜੇ ਨੂੰ ਹਾਮ ਹਾ ਗੁੱਸਾ ਚੜੀ ਜਾਂਦਾ ਸੀ। ਪਹਿਲੇ ਉਹਨੇ ਇੰਟਰਨੈਟ ਬੰਦ ਕਰਾਇਆ, ਉਹ ਆਪਣਾ ਵਾਈਫਾਈ, ਉਹਨੇ ਫਿਰ ਆਪਣਾ ਫੋਨ ਕਨੈਕਟ ਕਰ ਲੈਣਾ, ਗਾਣੇ ਲਾ ਲੈਣੇ। ਫਿਰ ਉਹਨੇ ਸਪੀਕਰਾਂ ਦੀ ਤਾਰ ਕੱਟ ਦਿੱਤੀ ਪਿੱਛੋਂ। ਆਂਦਾ ਐ ਮੈਨੂੰ ਤਾਨੇ ਮਾਰਦਾ, ਆਪ ਹੀ ਨਹੀਂ ਬੋਲ ਸਕਦਾ, ਹਿੰਮਤ ਨਹੀਂ ਹੈ ਇਹਦੇ ਵਿੱਚ, ਉਹਦਾ ਸਹਾਰਾ ਲੈਂਦਾ ਮੂਸੇ ਵਾਲੇ ਦਾ। ਮੂਸੇ ਵਾਲੇ ਦੇ ਜਿਹੜੇ ਗਾਣੇ ਨੇ ਨਾ, ਦਰਅਸਲ ਉਹ ਲਾ ਕੇ ਜਿਹਨੂੰ ਮਰਜ਼ੀ ਜੋ ਮਰਜ਼ੀ ਸੁਣਾ ਲਓ, ਆਪੂ ਬੋਲਣ ਦੀ ਲੋੜ ਹੀ ਨਹੀਂ ਹੈ। ਜਿਹੜੇ ਮੂਸੇ ਵਾਲਿਆਂ ਦੇ ਗਾਣੇ 'ਚ ਬੋਲ ਨੇ ਨਾ, ਤੁਸੀਂ ਉਹ ਜਿਹਨੂੰ ਜੋ ਸੁਨੇਹਾ ਦੇਣਾ ਉਹਦੇ 'ਚ ਲੱਭ ਜਾਏਗਾ। ਐਸਾ ਫਸੀਹ ਕਲਾਮ ਉਹਨੇ ਪੇਸ਼ ਕੀਤਾ ਹੈ, ਹੈਰਾਨ ਕਰ ਦਿੱਤਾ ਉਸ ਮੁੰਡੇ ਨੂੰ। ਤੁਸੀਂ ਇਹ ਬਲੀਗ ਅੱਲਾ ਦੀ ਕਸਮ ਖਾ ਕੇ ਨਾ, ਤੁਸੀਂ ਜਿਹੜੀ ਗੱਲ ਦਾ ਜਵਾਬ ਆਂਦੇ ਹੋ ਮੈਂ ਤੁਹਾਨੂੰ ਕੱਢ ਦੇਣਾ ਉਹਦੇ ਗਾਣੇ 'ਚ। ਲਤੀਫ ਮਜ਼ਾਮੀਨ ਅਮਰ ਭਾਈ। ਇਹ ਜਿਹੜਾ ਤੁਹਾਨੂੰ ਸਵੇਰੇ ਚੈਲੰਜ ਦਾ ਕਰਦਾ ਸੀ ਨਾ, ਇਹ ਜਿਹੜਾ ਤੁਹਾਨੂੰ ਨਸੀਹਤਾਂ ਪਿਆ ਕਰਦਾ ਸੀ, ਅੱਛਾ ਇਹਦੇ ਵਾਸਤੇ ਵੀ ਜਵਾਬ ਆਖੋ ਤੇ ਮੈਂ ਤੁਹਾਨੂੰ ਕੱਲ ਦੇਣਾ ਸੀ ਕਿਤੇ ਗਾਣੇ 'ਚ। ਕੌਣ ਨਸੀਹਤਾਂ ਕਰ ਰਿਹਾ ਸੀ ਭਲਾ? ਬੱਟ ਸਾਹਿਬ? ਹਾਂ ਬੱਟ ਸਾਹਿਬ ਦੀ ਕੀ ਬਾਤ ਹੈ। ਸਵੇਰੇ ਸਵੇਰੇ ਉੱਠ ਕੇ ਲੱਗੇ ਹੁੰਦੇ ਨੇ ਗਾਣਾ ਮੈਂ ਤੇ। ਤਜਰਬਾ ਹੋਇਆ ਮੇਰਾ ਕਿ ਸਿੱਧੂ ਮੂਸੇਵਾਲੇ ਨੂੰ ਅਸੀਂ ਵੀ ਬਹੁਤ ਸੁਣਿਆ, ਹਾਲੇ ਵੀ ਸੁਣਨੇ ਆ। ਇੱਕ ਵਕਤ ਸੀ ਉਦੋਂ ਇੰਸਟਾਗ੍ਰਾਮ ਤੇ ਸਟੋਰੀਜ਼ ਔਰ ਸਨੈਪਚੈਟ ਤੇ ਨਾ ਉਹੀ ਜਿਸ ਤਰ੍ਹਾਂ ਹੁਣ ਟਿਕਟੋਕ ਦੇ ਉੱਤੇ 10 ਸੈਕਿੰਡ ਹੈ ਇਹ ਵੀ ਚੱਲਦਾ ਸੀ। ਤੇ ਸਿੱਧੂ ਮੂਸੇਵਾਲੇ ਦੇ ਗਾਣੇ ਦੇ ਉੱਤੇ ਕੋਈ ਵੀ ਛੋਟੀ ਜਿਹੀ ਵੀਡੀਓ ਜਾਂ ਵੀ ਗੱਡੀ ਚੱਲਦੀ ਦੇ ਵਿੱਚ ਵੀਡੀਓ ਬਣਾ ਕੇ ਤੇ ਪਾ ਦਿਓ, ਤੇ ਹਰ ਬੰਦੇ ਨੂੰ ਲੱਗਦਾ ਇਹੀ ਹੈ ਕਿ ਮੈਨੂੰ ਸੁਣਾ ਰਿਹਾ ਏ, ਆਹ ਸਹੀ ਗੱਲ ਹੈ। ਮੈਨੂੰ ਲਾ ਰਿਹਾ। ਉਹਨੂੰ ਕਤਲ ਕਰਨ ਦੀ ਸਰ ਵਜ੍ਹਾ ਹੀ ਇਹ ਬਣੀ ਹੈ ਕਿ ਉਹ ਕਹਿੰਦੇ ਨੇ ਕਿ ਇਹਨੇ ਗਾਣਿਆਂ 'ਚ ਸਾਨੂੰ ਮਾਰ ਦਿੱਤਾ ਹੈ, ਸਾਨੂੰ ਟਾਂਟ ਕਰਦਾ ਸੀ, ਸਾਨੂੰ ਯਾਨੀ ਹਰ ਵਕਤ ਚੋਬਾਂ ਕਰਾਂਦਾ ਸੀ। ਬਿਲਕੁਲ ਬਾਹਰ ਇੱਕ ਅਲੱਗ ਤਰ੍ਹਾਂ ਦਾ ਹੀ ਇੱਕ ਸਟਾਰ ਹੋਇਆ, ਬੜੀ ਛੋਟੀ ਉਮਰ 'ਚ, ਬੜੇ ਥੋੜੇ ਟਾਈਮ 'ਚ, ਕੋਵਿਡ ਦੇ ਵਿੱਚ ਹੀ ਇੰਨਾ ਫੇਮ ਹਾਸਲ ਕਰ ਲੈਣਾ 3-4 ਸਾਲ 'ਚ। ਬਿਲਕੁਲ ਸਹੀ ਗੱਲ। ਇੰਨਾ ਉੱਤੇ ਜਾਣਾ, ਮਤਲਬ ਕਿ ਉਹਦਾ ਪਹਿਲਾ ਗਾਣਾ ਜਿਹੜਾ ਲੀਕ ਹੋਇਆ ਸੀ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ, ਮਤਲਬ ਕਿ ਜਿੰਨਾ ਕਿ ਮੈਂ ਸੁਣਿਆ ਸ਼ਾਇਦ ਹੀ ਕਿਸੇ ਨੇ ਸੁਣਿਆ ਹੋਏ, ਉੱਚੀਆਂ ਨੇ ਗੱਲਾਂ ਤੇਰੇ ਯਾਰ ਦੀਆਂ। ਜਦੋਂ ਉਹ ਆਇਆ ਤੇ ਉਹ ਬਹੁਤ ਜ਼ਿਆਦਾ, ਉਸ ਤੋਂ ਬਾਅਦ ਹੈ ਬਸ ਕੋਵਿਡ ਦੇ ਵਿੱਚ ਹੀ ਰਿਹਾ ਉਹ, ਤੇ ਉਹ ਖਤਮ। ਔਰ ਜਿਸ ਤਰ੍ਹਾਂ ਉਹਨੇ ਫੇਮ ਹਾਸਲ ਕੀਤਾ ਬਈ ਅਨਬਲੀਵੇਬਲ, ਬਹੁਤ ਭਾਈ ਉਹਨੇ ਲਿਖਿਆ ਵੀ ਸੀ ਨਾ, ਉਹਨੇ ਕਿਹਾ ਕੁੜੀਆਂ ਦੇ ਲੱਕ ਮਿੰਨਦੇ ਸੀ ਦੰਨਾ ਉੱਤੇ ਅਸਲਾ ਗਿਣਨ ਤੇ ਲਾ ਦਿੱਤੇ ਨਹੀਂ, ਲਾ ਦਿੱਤੇ। ਤੇ ਉਹ ਕਨੈਕਟ ਸਾਡੇ ਨਾਲ ਹੋਇਆ ਨਾ, ਜਿੱਦਾਂ ਸਾਡਾ ਕਲਚਰ ਹੈ ਨਾ ਪੰਜਾਬੀ, ਜਿੱਦਾਂ ਸਾਡਾ ਬੋਲਣ ਦਾ ਤਰੀਕਾ, ਤੇ ਉਹ ਬੰਦਾ ਸਾਡੇ ਨਾਲ ਕਨੈਕਟ ਬਹੁਤ ਜ਼ਿਆਦਾ ਹੋਇਆ। ਇਸ ਵਾਸਤੇ ਉਹਦੀ ਚੜ੍ਹਾਈ ਵੀ ਇਸ ਤਰ੍ਹਾਂ ਹੀ ਹੋਈ। ਨਹੀਂ ਇਹ ਨਹੀਂ ਕਿ ਬਈ ਸਿਰਫ ਇੱਕ ਦਿਨ ਨਾ ਮੇਰੇ ਨਾਲ ਇੱਕ ਜਿਹੜਾ ਨਾ ਸਵਾਰੀ ਬੈਠੀ ਫ੍ਰੈਂਚ ਤੇ, ਉਹ ਇੰਨਾ ਕੋ ਟਿਕਟੌਕ ਉਹ ਆਪਣੀ ਫੈਮਿਲੀ ਨਾਲ ਸੀ, ਤੇ ਉਹ ਟਿਕਟੌਕ ਯੂਜ਼ ਕਰਦਾ ਤੇ ਉਹ ਇੱਕ
ਵਿੱਚ ਗਾਣਾ ਆ ਗਿਆ ਜਿਹੜਾ ਹੈ ਨਾ ਸਿੱਧੂ ਮੂਸੇ ਵਾਲਾ ਦਾ। ਮੈਂ ਉਸ ਤੋਂ ਪੁੱਛਿਆ ਨੂੰ ਜਾਣਦਾ ਇਸ ਦੀ ਸਟੋਰੀ ਨੂੰ, ਉਸ ਕੇ ਮੈਂ ਨਹੀਂ ਜਾਣਦਾ। ਮੈਂ ਉਸ ਨੂੰ ਫਿਰ ਜਿਹੜਾ ਨਾ ਦੱਸਿਆ ਬਈ ਇੰਜ ਹਾਈ ਤੇ ਇਸ ਨੂੰ ਜਿਹੜਾ ਨਾ ਕਤਲ ਹੋ ਗਿਆ। ਉਸ ਬੰਦੇ ਨੇ ਫਿਰ YouTube ਤੋਂ ਕੱਢ ਕੇ ਇਸ ਨੂੰ ਚੈੱਕ ਕੀਤਾ ਤਾਂ ਉਸ ਬੰਦੇ ਬੜਾ ਅਫਸੋਸ ਕੀਤਾ ਨਾ। YouTube ਤੋਂ ਨੇ ਪਾੜ ਦਿੱਤੀ ਸੀ ਨਾ ਫੜ ਕੇ ਸਿੱਧੂ ਮੂਸੇਵਾਲੇ ਨੇ। ਉਹਦਾ ਇੱਕ ਰੈਪ ਹੈ, ਇੱਕ ਕਿਸੇ ਹੋਰ ਦਾ ਗਾਣਾ, ਉਹਦੇ ਵਿੱਚ ਛੋਟਾ ਜਿਹਾ ਰੈਪ ਹੈ, ਉਹਦੇ ਚ ਕਹਿੰਦਾ ਕਿ ਬਸ ਵੇਖੀ ਜਾ ਹੁਣ ਬਣਦਾ ਕੀ ਹੈ ਇੱਥੇ। ਮੈਂ ਕਿਸ ਤਰ੍ਹਾਂ ਉਹਨੇ ਪੂਰੀ ਸਟੋਰੀ ਆਪਣੀ ਦੱਸੀ ਹੈ, ਉਹ ਹੁਣ ਮੈਨੂੰ ਅਲਫਾਜ਼ ਤੇ ਬਾਹਰ ਉਸ ਤਰ੍ਹਾਂ ਯਾਦ ਨਹੀਂ ਹੈ। YouTube ਤੇ ਉਸ ਜ਼ਮਾਨੇ ਚ ਉਹਨੇ ਇੱਕ ਦੋ ਹਾਲਾਤੀ ਸੀ। ਅੱਜ ਕੱਲ ਦਿਲਜੀਤ ਦੋਸਾਂਝ ਦਾ ਦੌਰ ਚੱਲ ਰਿਹਾ, ਲੇਕਿਨ ਉਹ ਚੀਜ਼ ਨਹੀਂ। ਦਿਲਜੀਤ ਦੋਸਾਂਝ ਦੀ ਵੀ ਖੈਰ ਮਸ਼ਹੂਰੀ ਬਹੁਤ ਹੈ, ਕੋਈ ਉਹਦੀ ਜੋੜ ਨਹੀਂ ਹੈ ਭਾਈ। ਪੂਰੇ ਹਿੰਦੁਸਤਾਨ ਪਾਕਿਸਤਾਨ ਚ ਸਿੱਧੂ ਦੀ ਜੋੜ ਕੋਈ ਵੀ ਨਹੀਂ ਹੈ। ਸਭ ਗੱਲਾਂ ਬੜੀਆਂ। ਇਹ ਜਿਹੜਾ ਹੁਣ ਆਖਰੀ ਗਾਣਾ ਆਇਆ ਨਾ ਟੇਕ ਨੋਟਸ, ਕੀ ਕਹਿੰਦਾ ਸਿੱਧੂ ਸਾਡਾ ਐ ਸਿੱਧੂ ਉਹ ਲੱਗਦਾ, ਪਹਿਲਾਂ ਮੇਰੇ ਬਾਰੇ ਤੁਹਾਨੂੰ ਭਾਈ ਕਹਿਣਗੇ, ਫੇਰ ਕਹਿਣਗੇ ਤੇ ਬਸ ਸਾਡੇ ਸਿਰ ਤੇ, ਫੇਰ ਮੇਰੇ ਸਾਲੇ ਉਹ ਬੁਰਾਈ ਕਹਿਣਗੇ। ਕੋਈ ਹੈ ਕਿਸੇ ਨੂੰ ਆਪਣੀ ਜ਼ਬਾਨ ਨਾਲ ਆਖਣ ਦੀ ਲੋੜ ਹੈ? ਸਿਰਫ ਇਹ ਗਾਣਾ ਸੁਣਾ ਦੋ। ਔਰ ਭਾਈ ਗੱਲ ਫਿਰ ਉਹ ਵੱਧ ਜਾਣੀ ਹੈ। ਉਹ ਮੈਂ ਨਾ ਪਿੱਛੇ ਜੇ 4-5 ਦਿਨ ਦਫਾ ਨਾ ਕੋਈ ਵਾਵਾ ਸਟੇਟਸਾਂ ਦੀਆਂ ਲਾਈਆਂ, ਬੰਦੇ ਕਹਿਣ ਸਾਨੂੰ ਲਾਲਾ ਲਾਂਦਾ, ਲੜਾਈ ਕਰ ਲਈ ਮੇਰੇ ਨਾਲ। ਮੈਂ ਵੀ ਇੱਕ ਦੋ ਤੁਹਾਡੀਆਂ ਵੇਖੀਆਂ ਨੇ, ਉਹ ਵਾਕਈ ਉਹ ਹਿੱਟ ਕਰਨ ਵਾਲੀਆਂ ਗੱਲਾਂ ਨੇ। ਉਹ ਠੀਕ ਜਾਂਦੇ ਨੇ ਬੰਦੇ। ਨਹੀਂ, ਉਹ ਹਰ ਇੱਕ ਨੂੰ ਲੱਗਦਾ ਕਿ ਮੇਰੇ ਬਾਰੇ ਚ ਕਹਿ ਰਿਹਾ ਹੈ। ਨਹੀਂ, ਅਸਲ ਜੋ ਕੀਤਾ ਹੁੰਦਾ ਖੜੁੱਕ ਜਾਂਦੀ ਨਾ ਕਾਣੇ ਨੂੰ ਕਾਣ। ਜੋ ਕੋਈ ਕੀਤਾ ਹੁੰਦਾ ਕਿਸੇ ਨੇ ਉਹ ਖੜੁੱਕ ਤੇ ਜਾਂਦੀ ਹੈ ਨਾ। ਉਹ ਜ਼ਿਆਦਤੀ ਕੀਤੀ ਮਾਰ ਕੇ ਉਹਨੂੰ ਨਾ। ਉਹ ਇੱਕ ਵਾਕਈ ਹੀਰਾ ਸੀ, ਉਹਨੂੰ ਰਹਿਣ ਦੇਣਾ ਚਾਹੀਦਾ ਸੀ। ਜ਼ੁਲਮ ਕੀਤਾ। ਉਹਦਾ ਨਵਾਂ ਭਰਾ ਪੈਦਾ ਹੋ ਗਿਆ, ਪਤਾ ਹੈ ਨਾ ਤੁਹਾਨੂੰ? ਜੀ ਪਤਾ। ਦੇਖੋ ਹੁਣ ਭਾਈ ਮੈਂ ਤਾਂ 3-4 ਦਿਨ ਤੋਂ ਗਾਇਬ ਆ। ਥੱਲੇ ਵਾਟਰ ਨੂੰ ਕੀ ਕਿਹਾ ਜਿਹੜਾ ਤੁਹਾਨੂੰ ਉਹਦਾ ਲੱਗਾ ਇਹ ਗਰਦਾਨ ਕਰਨ? ਵਾਟਰ ਨੂੰ ਮੇਰਾ ਦੋਸਤ ਕੋਈ ਡਾਢੀ ਸੱਟ ਮਾਰੀ ਉਹਨੂੰ ਲੱਗਦਾ ਮੈਨੂੰ। ਤੁਸੀਂ ਨਹੀਂ ਉਹ ਮੇਰਾ ਦੋਸਤ ਹੈ, ਕੋਈ ਗੱਲ ਨਹੀਂ। ਖੈਰ ਨਹੀਂ, ਤੁਹਾਡਾ ਦੋਸਤ ਤੁਹਾਡਾ ਲੱਗਾ ਅਮਰਨੀ ਭਾਈ ਦੇ ਸੱਟ ਮਾਰੀਏ ਤੇ ਅੱਜ ਤੇ ਕਉਂ ਕਰ ਰਿਹਾ। ਅੱਜ ਸੱਟ ਕਿਸੇ ਹੋਰ ਮਾਰੀਏ ਤੇ ਹਰ ਬਰਾੜ ਥੱਲੇ ਮੁਸਲਮਾਨਾਂ ਦੀ ਜਿਹੜਾ ਬਰਾੜ ਥੱਲੇ ਜਾ ਕੇ ਕਉਂ ਕਰਨ। ਉਹ ਨਹੀਂ, ਉਹ ਬੜਾ ਪਿਆਰਾ ਬੰਦਾ, ਮਜ਼ਾਕ ਨਾਲ ਕਰ ਰਿਹਾ ਇਸ ਤਰ੍ਹਾਂ। ਕੋਈ ਗੱਲ ਨਹੀਂ, ਮਜ਼ਾਕ ਤੇ ਨਾ। ਕਈ ਨੂੰ ਖਨਜ਼ੀਰ ਮਜ਼ਾਕ ਤੋਂ ਕਹਿ ਰਿਹਾ, ਮਜ਼ਾਕ ਨਾਲ ਕਹਿ ਰਿਹਾ ਭਾਈ। ਹਾਂ ਤੇ ਉਹ ਤੇ ਮਿਰਜ਼ਾ ਸਾਹਿਬ ਨੇ ਨਹੀਂ ਕਿਹਾ ਤੁਹਾਨੂੰ ਦੁਸ਼ਮਣ ਹਮਾਰੇ ਬਿਆਬਾਨੋਂ ਕੇ ਖੰਜ਼ੀਰ ਹੋ ਗਏ? ਉਹ ਤਾਂ ਇਹ ਹੈ ਨਾ, ਉਹ ਤਾਂ ਇਹ ਨਾ ਜੇਲ ਦੇ ਮੁਖਾਲਿਫ ਮਿਰਜ਼ਾ ਹੀ ਖੁਦ ਨੇ ਨਾ। ਮਿਰਜ਼ਾ ਸਾਹਿਬ ਨੇ ਵੀ ਤਾਂ ਕੱਢੀ ਨਾ ਤੁਹਾਨੂੰ। ਲਾਮਾ ਸਾਹਿਬ ਆਇਆ ਮੈਂ ਇੱਕ ਮਿੰਟ ਮੈਂ ਆਇਆ। ਉਹ ਤਾਂ ਅਲੀਮ ਭਾਈ ਤੁਸੀਂ ਜੇਲ ਮੁਖਾਲਿਫ ਹੋ ਜਿਹੜੇ ਮਿਰਜ਼ਾ ਸਾਹਿਬ ਨੂੰ। ਅਲੀਮ ਭਾਈ ਅੱਜ ਮੈਨੂੰ ਮੁਨਾਜ਼ਰਾ ਆਇਆ ਹੋਇਆ, ਮੇਰਾ ਮੁਨਾਜ਼ਰਾ ਕਰਾਓ। ਮੁਨਾਜ਼ਰਾ ਕਰਾਈਏ ਕਿਸੇ ਨਾਲ? ਫਿਰ ਕਰਾਓ ਨਾ ਕਿਸੇ ਨੇ ਸਾਹਿਬ ਤੇ ਕਰਾ ਦਿੰਦੇ ਮੁਨਾਜ਼ਰਾ। ਕੱਲ ਮੈਂ ਯੂਸਫੀ ਦਾ ਕਰਾਇਆ ਔਰ ਇੱਕ ਹੋਰ ਦੋਸਤ ਆਏ ਨੇ, ਉਹਨਾਂ ਨਾਲ ਮੈਂ ਵੀ ਕੱਲ ਮੁਨਾਜ਼ਰੇ ਦਾ ਚਾਅ ਪੂਰਾ ਕੀਤਾ। ਇੱਕ ਕੱਲ ਸ਼ਾਇਦ ਤੁਸੀਂ ਦੇਖਿਆ ਹੈ ਜਾਂ ਨਹੀਂ ਦੇਖਿਆ ਹੈ, ਮਤਲਬ ਤੁਸੀਂ ਮੌਜੂਦ ਸੋ। ਗੱਲ ਸਾਡੇ ਕੋਲ ਸ਼ਾਮ ਸੀ, ਬੜਾ ਜ਼ਬਰਦਸਤ ਮੁਨਾਜ਼ਰਾ ਮੈਂ ਦੇਖਿਆ, ਬਹੁਤ ਅੱਛਾ ਮੁਨਾਜ਼ਰਾ ਸੀ। ਨਾ ਜਿਹੜਾ ਤੁਸੀਂ ਕੀਤਾ ਮੁਨਾਜ਼ਰਾ, ਕੋਈ ਹੋਰ ਸੁਣਾਓ ਨਾ ਸਟੋਰੀ ਸਾਨੂੰ। ਮੈਂ ਤੇ ਜਿੱਤਣਾ ਹੀ ਹੁੰਦਾ ਕੱਲ ਨੂੰ ਸਾਹਿਬ, ਤੁਹਾਨੂੰ ਪਤਾ ਹੀ ਹੈ। ਮੈਂ ਤੇ ਮੁਨਾਜ਼ਰਾ ਨਾ ਹਾਰਨਾ। ਮੈਂ ਤੇ ਆ ਕੀਤਾ, ਮੈਂ ਤੇ ਫਾਤਿਹ ਨਿਕਲਿਆ ਨਾ। ਮੇਰੇ ਮੁਨਾਜ਼ਰੇ ਤੇ ਸੁਣ ਕੇ ਕੀ ਕਰਨੇ ਨੇ। ਉਹ ਨਾ ਰਾਣੇ ਅਜਾਜ਼ ਦੀ ਨਾ YouTube ਤੇ ਵੀਡੀਓ ਨੇ ਨਵੀਂ ਪਾਈ, ਤੇ ਉਹ ਨਾ ਕਿਤੇ ਉਹ ਦੂਜੇ ਜਿਹੜੇ ਮੁੰਡੇ ਨਾਲ ਜਿਹੜਾ ਮੱਖੀ ਤੇ ਜਿਹੜਾ ਦੁਣਮਟ, ਉਹਨੂੰ ਕਹਿੰਦਾ ਕਿ ਕਿੱਥੇ ਚੱਲਾ? ਉਹ ਕਹਿੰਦਾ ਮੈਂ ਤੁਹਾਡੀ ਨਾ ਬਾਜੀ ਹਮਸ਼ੀਰਾਂ ਨੂੰ ਮਿਲਣ ਚੱਲਾ। ਉਹਨਾਂ ਦੀ ਮਾਂ ਵਾਲ ਦਾ ਕਹਿੰਦਾ ਇਹ ਫੋਨ ਹੈਗਾ ਮੇਰੇ ਕੋਲ, ਤੇ ਜੇ ਫੋਨ ਤੇ ਗੱਲ ਕਰਨੀ ਤੇ ਮਿਲਣ ਕੀ ਜਾਣਾ ਤੂੰ ਲੈਣ? ਕਹਿੰਦਾ ਉਹਨੇ ਮੇਰੀ ਮਾਂ ਕੋਲ 17 Pro Max, ਕਹਿੰਦਾ ਇਹ ਮੇਰੇ ਮੂੰਹ ਤੇ ਹੱਥ ਹੀ। ਜੇ 20 ਦਿਨਾਂ ਬਾਅਦ ਉਹ ਫੋਨ ਮੇਰੇ ਕੋਲ ਆਇਆ, ਕਹਿੰਦਾ ਕਿ ਜ਼ਬਰਦਸਤੀ ਲੈ ਲੇਗਾ? ਕਹਿੰਦਾ ਨਹੀਂ, ਤਰਲਾ ਮਿੰਤ। ਤੇ ਤੁਹਾਡਾ ਵੀ ਉਹੀ ਹਾਲ ਤਰਲਾ ਚੱਲ ਗਿਆ ਤੇ ਫਾਤੇ। जी सर हुक्म करो। मैं थल्ले उतरिया सी जरा, तो मैं नहीं सुन सकी।
ਮੈਂ ਕਿਹਾ ਕੱਲ ਨੂੰ ਰਿਪੀਟ ਕਰ ਦਿਓ ਨਾ ਭਲਾ 30 ਪਿਛਲੇ। ਨਹੀਂ ਮੇਰੇ ਖਿਆਲ ਮੌਜੂਦ ਤੁਸੀਂ, ਮੇਰੇ ਖਿਆਲ ਮੌਜੂਦ ਨਹੀਂ ਹੈ। ਅੱਛਾ ਮੈਂ ਉਹ ਗੱਲ ਤੁਹਾਡੇ ਨਾਲ ਹੀ ਕਰਨੀ ਸੀ ਕਿ ਗੁਫ਼ਤਗੂ ਤੇ ਇਹਦੇ ਉੱਤੇ ਪਹਿਲੇ ਹੋਈ ਹੈ, ਬਲਕਿ ਤੁਹਾਡੀ ਵੀ ਹੋਈ ਹੈ। ਮੈਨੂੰ ਹਵਾਲੇ ਵੀ ਮੈਂ ਜੋ ਲੱਭੇ ਨੇ ਕਿ 2-4 ਤੁਹਾਡੇ ਦਿਨ ਚ ਵੀ ਅਗਰ ਕੋਈ ਹੋਇਆ ਤੇ ਮੈਨੂੰ ਦੱਸਿਓ। ਤਕਰੀਬਨ 30 ਦੀ ਦਹਾਈ ਦੇ ਵਿੱਚ ਤੇ 20s ਤੇ 30s ਦੇ ਵਿੱਚ ਜਿਸ ਟਾਈਮ ਇਹ ਜ਼ੋਰ ਸੀ ਕਿ ਮੌਲਾਨਾ ਮੁਹੰਮਦ ਅਲੀ ਲਾਹੌਰੀ ਦੇ ਕਾਇਦ ਮਿਰਜ਼ਾ ਸਾਹਿਬ ਨਾਲੋਂ ਮੁਖਤਲਿਫ ਨੇ, ਇੰਜੀ ਹੈ। ਔਰ ਅਲ-ਫਜ਼ਲ ਦੇ ਵਿੱਚ ਬਕਾਇਦਾ ਤਕਰੀਬਨ ਮੈਂ ਤੇ ਹਿਸਾਬ ਲਾਇਆ ਕਿ ਤਕਰੀਬਨ ਹਰ ਰੋਜ਼ ਹੀ ਇੱਕ ਇਰਸ਼ਾਦਾਤ ਛਪਦੇ ਰਹੇ ਨੇ ਔਰ ਜਾਂ ਉਹਦਾ ਜਵਾਬ ਆਉਂਦਾ ਰਿਹਾ ਕਿ ਮਿਰਜ਼ਾ ਮੌਲਵੀ ਮੁਹੰਮਦ ਅਲੀ ਲਾਹੌਰੀ ਸਾਹਿਬ ਦੇ ਅਕਾਇਦ ਦੇ ਬਾਰੇ ਚ ਬਾਬੇ ਜਮਾਤ ਨੂੰ ਆਗਾਹੀ ਦਿੱਤੀ ਜਾਂਦੀ ਰਹੀ ਹੈ। ਉਹ ਮੈਂ ਬੇਸ਼ੁਮਾਰ ਜਗ੍ਹਾ ਦੇ ਉੱਤੇ ਪੜ੍ਹੇ ਆ। ਖਾਸ ਤੌਰ ਤੇ ਉਹਨਾਂ ਨੂੰ ਇੱਕ ਤਾਨਾ ਦਿੱਤਾ ਜਾਂਦਾ ਸੀ ਕਿ ਤੁਸੀਂ ਆਪਣੀ ਫਲਾਣੀ ਤਫਸੀਰ ਦੇ ਵਿੱਚ ਔਰ ਫਲਾਣ ਜਗ੍ਹਾ ਦੇ ਉੱਤੇ ਇਹ ਗੱਲ ਕੀਤੀ ਹੈ ਕਿ ਈਸਾ ਬਾਪ ਨੇ ਔਰ ਮਿਰਜ਼ਾ ਸਾਹਿਬ ਦਾ ਅਕੀਦਾ ਤੇ ਬਿਨ ਬਾਪ ਹੁੰਦਾ ਹੈ। ਔਰ ਇਹ ਵੀ ਗੱਲ ਹੁੰਦੀ ਰਹੀ ਹੈ ਕਿ ਮਿਰਜ਼ਾ ਸਾਹਿਬ ਨੇ ਤੇ ਮਲਫੂਜ਼ਾਤ 'ਚ ਇੱਕ ਜਗ੍ਹਾ ਤੇ ਲਿਖਿਆ ਹੈ ਨਾ ਕਿ ਦਾਇਰਾ ਇਸਲਾਮ ਤੋਂ ਖਾਰਿਜ ਹੈ ਉਹ ਬੰਦਾ, ਤੇ ਉਹਦੀ ਲਾਹੌਰੀ ਤਾਵੀਲ ਇੱਕ ਕਰਦੇ ਨੇ ਜਿਹੜੀ ਕਿ ਪਿਛਲੇ 2-3 ਸਾਲ ਤੋਂ ਮੈਂ ਵੀ ਬੜੀ ਸ਼ੱਦੋ-ਮੱਦ ਨਾਲ ਸੁਣ ਰਿਹਾ ਕਿ ਹਾਲਾਂਕਿ ਉਹ ਬੜਾ ਮਜ਼ਮੂਨ ਵਾਜ਼ੇ ਹੈ, ਉਹਦਾ ਸਿਆਕੋ ਸਬਾਕ ਵੀ ਉੱਤੋਂ ਪੜੋ ਨਾ ਔਰ ਉਸ ਤੋਂ ਬਲਕਿ ਉਹਦੇ ਥੱਲੇ ਵੀ ਪੜ੍ਹ ਲਓ। ਉਹ ਗੱਲ ਹਜ਼ਰਤ ਈਸਾ ਦੀ ਹੋ ਰਹੀ ਹੈ ਕਿ ਉਹ ਬਾਪ ਨੇ, ਔਰ ਜਿਹੜੇ ਲੋਕੀ ਇਹ ਨਹੀਂ ਮੰਨਦੇ ਉਹਨਾਂ ਦਾ ਖੁਦਾ ਜਿਹੜਾ ਵਾ ਉਹ ਮੁਰਦਾ ਖੁਦਾ ਹੈ। ਔਰ ਫਿਰ ਅਗਲਾ ਜੁਮਲਾ ਇਹ ਆਉਂਦਾ ਹੈ ਕਿ ਨਿਚਲੀਆਂ ਦੇ ਬਾਰੇ ਚ, ਤੇ ਫਿਰ ਅਗਲਾ ਜੁਮਲਾ ਇਹ ਹੈ ਕਿ ਜਿਹੜੇ ਲੋਕੀ ਨਹੀਂ ਮੰਨਦੇ ਕਿ ਖੁਦਾ ਕਾਦਰ ਹੈ ਤੇ ਉਹ ਦਾਇਰਾ ਇਸਲਾਮ ਤੋਂ ਖਾਰਿਜ ਹੈ। ਇੱਥੇ ਕਰਕੇ ਇੱਕ ਲਾਹੌਰੀ ਇੱਕ ਬੜਾ ਚੋਰ ਦਰਵਾਜ਼ਾ ਲੈਂਦੇ ਨੇ, ਉਹ ਕਹਿੰਦੇ ਨੇ ਨਹੀਂ ਮਿਰਜ਼ਾ ਸਾਹਿਬ ਨੇ ਦਾਇਰਾ ਇਸਲਾਮ ਤੋਂ ਖਾਰਿਜ ਉਹਨਾਂ ਨੂੰ ਨਹੀਂ ਕਿਹਾ ਜਿਹੜੇ ਬਾਪ ਮੰਨਦੇ ਨੇ, ਬਲਕਿ ਸਿਰਫ ਉਹਨਾਂ ਨੂੰ ਕਿਹਾ ਹੈ ਜਿਹੜੇ ਨੇਚਰ ਨੇ ਅੱਲਾਹ ਤਾਲਾ ਕਾਦਰ ਨਹੀਂ ਹੈ। ਹਾਂਜੀ ਹੈ ਨਾ ਗੱਲ, ਇਹ ਪਤਾ ਤੁਹਾਨੂੰ ਇਸ ਗੱਲ ਦਾ? ਨਹੀਂ ਉਹ ਇਹ ਤੇ ਨਹੀਂ ਲੈਂਦੇ, ਉਹ ਤਾਂ ਸਿੱਧੀ ਕਹਿੰਦੇ ਨੇ ਕਿ ਵੀ ਅਸੀਂ ਇਹਨੂੰ ਮਿਰਜ਼ਾ ਸਾਹਿਬ ਨਾਲ ਇਖਤਲਾਫ ਕਰਨ ਨੂੰ ਜਾਇਜ਼ ਸਮਝਦੇ ਹਾਂ। ਅੱਛਾ ਅਮਰ ਭਾਈ, ਇਹ ਜਿਹੜੇ ਮਜ਼ਮੂਨ ਨੇ ਨਾ ਜਿਹੜੇ ਲਾਹੌਰੀਆਂ ਦੇ ਖਿਲਾਫ, ਇੱਕ ਤੇ ਪਾਕਟ ਬੁੱਕ ਲਿਖੀ ਸੀ ਨਾ ਅਬਦੁਰ ਰਹਿਮਾਨ ਗੁਜਰਾਤੀ ਨੇ, ਇੱਕ ਹੋਰ ਲਿਖੀ ਸੀ ਕੀ ਨਾਮ ਜਲੰਧਰੀ ਸੀ, ਕੀ ਨਾਮ ਸੀ ਉਹਨਾਂ ਦਾ? ਅੱਲਾ ਦੀ ਤਾਂ ਜਲੰਧਰੀ ਨੇ ਲਿਖੀ ਉਹ ਜਿਹੜੀ ਤਜੱਲੀਆਤ ਰਹਿਮਾਨ। ਨਹੀਂ 2 ਪਾਕਟ ਬੁੱਕਾਂ ਨੇ, ਇੱਕ ਤੇ ਖਾਦਮ ਗੁਜਰਾਤੀ ਦੀ ਹੈ ਨਾ ਤੇ ਇੱਕ ਲਿਖੀ ਦੂਜੀ ਕਾਜ਼ੀ ਨਜ਼ੀਰ। ਹਾਂ ਇਸ ਤਰ੍ਹਾਂ ਮੈਨੂੰ ਹੁਣ ਨਾਮ ਨਹੀਂ ਯਾਦ ਆ। ਉਹ ਜਿਹੜਾ ਫੁਰਕਾਨ ਰਿਸਾਲਾ ਸੀ ਨਾ, ਫੁਰਕਾਨ ਰਿਸਾਲਾ ਤੁਹਾਨੂੰ ਇਲਮ ਹੋਣਾ, ਉਹ ਫੁਰਕਾਨ ਰਿਸਾਲਾ ਮਖਸੂਸ ਹੀ ਇਸ ਗੱਲ ਵਾਸਤੇ ਸੀ ਕਿ ਲਾਹੌਰੀਆਂ ਦੇ ਉੱਤੇ ਜਵਾਬ ਦਿੱਤੇ ਜਾਣ। ਉਹ ਸਿਰਫ ਇਹਨਾਂ ਗੱਲਾਂ ਉੱਤੇ ਪੂਰਾ ਸ਼ਾਤ ਹੁੰਦੀ ਸੀ। ਉਹ ਪੜ੍ਹੋ ਤਾਂ ਨੋਟ ਤੇ ਮਜ਼ੀਦ ਡਿਟੇਲ ਲੱਭ ਜਾਏਗੀ। ਜੀ ਅਲ ਫੁਰਕਾਨ ਚ ਵੀ ਇਹ ਮਜ਼ਾਮੀਨ ਮੈਂ ਨਜ਼ਰ ਤੋਂ ਗੁਜ਼ਰੇ ਨੇ। ਉਹ ਮੁਨਕਰੇ ਹਦੀਸ ਤੇ ਲਾਹੌਰੀਆਂ ਨੂੰ ਬੜਾ ਫੋਕਸ ਕੀਤਾ ਜਾਂਦਾ ਸੀ ਅਲ ਫੁਰਕਾਨ ਦੇ ਵਿੱਚ। ਅੱਛਾ ਖੈਰ ਮੇਰਾ ਇੱਕ ਥੋੜਾ ਜਿਹਾ ਮੌਜੂ ਥੋੜਾ ਮੁਖਤਲਿਫ ਹੈ। ਅੱਛਾ ਤੁਸੀਂ ਅਮਰ ਨਜ਼ੀਰ ਸਾਹਿਬ ਇਹ ਤਵੀਲ ਕਦੀ ਸੁਣੀ ਹੈ ਪਹਿਲੇ? ਮਤਲਬ ਕਿ ਮੈਂ ਵੀ ਸੁਣੀ ਹੈ, ਕਈ ਦਫਾ ਸੁਣੀ ਹੈ ਕਿ ਇਹ ਦਾਇਰਾ ਇਸਲਾਮ ਤੋਂ ਖਾਰਿਜ ਉਹਨਾਂ ਨੂੰ ਨਹੀਂ ਕੀਤਾ ਗਿਆ ਜਿਹੜੇ ਲੋਕ ਈਸਾ ਨੂੰ ਬਾਪ ਮੰਨਦੇ ਨੇ। ਇਹ ਗੱਲ ਸੁਣੀ ਸੀ ਪਹਿਲੇ? ਉਹ ਕਹਿੰਦੇ ਨੇ ਸਿਰਫ ਕਾਦਰ ਜਿਹੜਾ ਨਹੀਂ ਅੱਲਾਹ ਤਾਲਾ ਨੂੰ ਮੰਨਦਾ ਉਹ ਦਾਇਰਾ ਇਸਲਾਮ ਤੋਂ ਖਾਰਿਜ ਹੈ। नहीं यह तवील मेरे सामने तो फिर शेख ने नहीं की है, लेकिन है कि वो दूसरा वो कहते हैं अज भी सवेरे गल होने लगी सी तो उन्होंने कहा भी नहीं मिर्जा साहब ने अगर कह भी दिता है तो ताकि उन्होंने इख्तलाफ किया जा सकता है। ਤੁਸੀਂ ਇਖਤਲਾਫ ਕਰ ਲੈਂਦੇ ਆ, ਉਹ ਤੇ ਇੱਕ ਕਦਮ ਅੱਗੇ ਚਲੇ ਜਾਂਦੇ ਨੇ ਨਾ, ਉਸ ਤੋਂ ਵੀ ਇੱਕ ਕਦਮ ਅੱਗੇ ਨਿਕਲ ਜਾਂਦੇ ਨੇ। ਲੇਕਿਨ ਤੁਸੀਂ ਇਹ ਤੁਹਾਡੇ ਇਲਮ ਦੇ ਵਿੱਚ ਹੈ ਕਿ ਜਮਾਤ ਦਾ ਕੀ ਮੌਕਫ ਸੀ ਉਸ ਜ਼ਮਾਨੇ 'ਚ ਜਾਂ ਉਸ ਤੋਂ ਬਾਅਦ ਤੱਕ? ਜਮਾਤ ਇਸ ਗੱਲ ਦੇ ਉੱਤੇ ਮੁਕੰਮਲ ਤੌਰ ਤੇ ਪਹਿਰਾ ਦਿੰਦੀ ਹੈ ਔਰ ਖੜੀ ਹੈ ਕਿ ਈਸਾ ਬਾਪ ਨਹੀਂ ਬਿਨ ਬਾਪ ਨੇ, ਔਰ ਜਿਹੜਾ ਬੰਦਾ ਇਸ ਅਕੀਦੇ ਤੋਂ ਇਸ ਗੱਲ ਨੂੰ ਨਹੀਂ ਮੰਨਦਾ ਮਿਰਜ਼ਾ ਸਾਹਿਬ ਦੇ ਮੁਤਾਬਕ ਉਹ ਬੰਦਾ ਦਾਇਰਾ ਇਸਲਾਮ ਤੋਂ ਖਾਰਿਜ ਹੈ। ਹਾਂਜੀ ਜਮਾਤ ਦਾ ਬਿਲਕੁਲ ਜਿਹੜਾ ਪਿਛਲੇ ਜਮਾਤ ਦਾ ਨਾ, ਇਹਨਾਂ ਦਾ ਅੱਜ ਦਾ ਨਹੀਂ ਮੈਂ ਕਹਿ ਰਿਹਾ, ਜਿਹੜੇ ਸਾਬਕਾ ਇਹਨਾਂ ਦੇ ਦੂਸਰੇ ਖਲੀਫਾ ਦਾ ਦੌਰ ਸੀ ਉਹ ਤੇ ਬਿਲਕੁਲ ਇਹਦੇ ਤੇ ਸਾਰੇ ਹੀ ਮੁਤਫਿਕ ਸਨ ਇਸ ਗੱਲ ਤੇ। ਜੀ ਇਹ ਗੱਲ ਮੈਂ ਕਰ ਰਿਹਾ ਸਾਂ। ਮੇਰਾ ਅੱਜ ਤਜਰਬਾ ਇੱਕ ਇਹ ਹੋਇਆ ਹੈ, ਇਹੋ ਹੀ ਗੱਲ ਮੈਂ ਦੱਸਣ ਰਿਹਾ ਸਾਂ ਤੇ ਉਹੋ ਹੀ ਗੱਲ ਜਿਹੜੀ ਜਮਾਤ ਅਹਿਮਦੀਆ ਲਾਹੌਰ ਦਾ ਮੌਕਫ ਹੈ ਕਿ ਮਿਰਜ਼ਾ ਸਾਹਿਬ ਨਾਲ ਇਖਤਲਾਫ ਕੀਤਾ ਜਾ ਸਕਦਾ ਹੈ, ਉਹ ਮੌਕਫ ਸਾਡੇ ਮਲਕ ਅਵਾਨ ਸਾਹਿਬ ਪੇਸ਼ ਕਰ ਰਹੇ ਸਨ। ਔਰ ਇੱਕ ਦੋਸਤ ਨੇ ਫਿਰ ਮੈਨੂੰ ਇਹੀ ਤਵੀਲ ਪੇਸ਼ ਕੀਤੀ। ਹਾਂ ਇੱਕ ਦੋਸਤ ਨੇ ਮੈਨੂੰ ਫਿਰ ਇੱਕ ਤਵੀਲ ਪੇਸ਼ ਕੀਤੀ ਕਿ ਉਹ
ਜਿਹੜਾ ਦਾਇਰਾ ਇਸਲਾਮ ਤੋਂ ਖਾਰਿਜ ਵਾਲੀ ਗੱਲ ਹੈ, ਉਹ ਸਿਰਫ ਇੱਕ ਫਿਕਰੇ ਦੇ ਉੱਤੇ, ਉਸ ਫਿਕਰੇ ਦਾ ਉਤਲੀ ਤਰੀਰ ਨਾਲ ਥਰਲੀ ਤਰੀਰ ਨਾਲ ਕੋਈ ਤਾਲਮੇਲ ਨਹੀਂ ਹੈ, ਕੋਈ ਕੋਈ ਨਹੀਂ ਹੈ ਰਬਤ। ਉਹ ਅਲੱਗ ਫਿਕਰਾ ਹੈ, ਉਹ ਸਿਰਫ ਕਾਦਰ ਹੋਣ ਦੇ ਉੱਤੇ ਫਿਕਰਾ ਹੈ। ਤੇ ਇਹ ਗੱਲ ਨੂੰ ਦੀ ਨਫੀ ਕਰਦੇ ਰਹੇ ਨੇ ਖਲੀਫਤੁਲ ਮਸੀਹ ਸਾਨੀ ਦੇ ਦੌਰ ਦੇ ਵਿੱਚ ਬੜੀ ਸ਼ਿੱਦਤ ਦੇ ਨਾਲ। ਨਹੀਂ ਉਹ ਤੇ ਜਿਹੜੀ ਹੈ ਨਾ ਗੱਲ, ਉਹ ਤੇ ਪੰਚਰ ਲਾਉਣ ਵਾਲੀ ਗੱਲ ਹੈ ਨਾ ਕਿ ਨਹੀਂ ਮਿਰਜ਼ਾ ਸਾਹਿਬ ਦਾ ਮਤਲਬ ਇਹ ਨਹੀਂ ਹੈ, ਇਹ ਮਤਲਬ ਸਾਫ਼ ਲਿਖਿਆ ਮਤਲਬ ਉੱਥੇ। ਉਹਨੂੰ ਅਗਲਾ ਫਿਕਰੇ ਚ ਅਗਰ ਉਹਨਾਂ ਨੇ ਜੋੜ ਦਿੱਤਾ ਹੈ, ਨੇਚਰੀਆਂ ਦੀ ਤਰਫ ਇਸ਼ਾਰਾ ਕਰ ਦਿੱਤਾ ਹੈ, ਇਹਦਾ ਮਤਲਬ ਇਹ ਤੇ ਨਹੀਂ ਕਿ ਤੁਸੀਂ ਆਪਣੇ ਗਲੋਂ ਲਾ ਕੇ ਤੇ ਨੇਚਰੀਆਂ ਦੇ ਗਲ ਪਾ ਦਿਓ ਸਾਰਾ ਮੁੱਦਾ, ਕਿ ਉਹ ਮਿਰਜ਼ਾ ਸਾਹਿਬ ਕਹਿਣ ਦਾ ਮਤਲਬ ਨੇਚਰੀ। ਵੀ ਤੁਸੀਂ ਵੀ ਇਨਕਾਰ ਕਰੋਗੇ ਤੇ ਤੁਸੀਂ ਵੀ ਤੇ ਇਹੀ ਕਹਿ ਰਹੇ ਹੋ ਨਾ, ਤੁਹਾਡੇ ਚ ਉਹਨਾਂ ਚ ਕੀ ਫਰਕ? ਜੀ ਨਹੀਂ, ਉਹ ਤਾਂ ਗੱਲ ਮਿਰਜ਼ਾ ਸਾਹਿਬ ਦਾ ਜਿਹੜੀ ਗੱਲ ਲਿਖੀ ਹੈ ਉਹ ਉਸੇ ਤਰ੍ਹਾਂ ਹੀ ਲੈਣੀ ਚਾਹੀਦੀ ਹੈ। ਮੈਂ ਤਾਂ ਸੁਬਾਹ ਵੀ ਇਹ ਗੱਲ ਕਰ ਰਿਹਾ ਸੀ ਕਿ ਮਿਰਜ਼ਾ ਸਾਹਿਬ ਨੇ ਜੋ ਲਿਖਿਆ ਉਹ ਠੀਕ ਲਿਖਿਆ ਹੈ। ਲੇਕਿਨ ਅੱਜ ਕੱਲ ਜਮਾਤ ਅਹਿਮਦੀਆ ਦੇ ਵਿੱਚ ਬੰਦੇ ਮਲਕ ਤਲਤ ਤੋਂ ਇਲਾਵਾ ਵੀ ਐਸੇ ਹਨ ਨੇ ਜਿਹੜੇ ਆਂਦੇ ਨੇ ਕਿ ਮਿਰਜ਼ਾ ਸਾਹਿਬ ਨਾਲ ਵੀ ਇਖਤਲਾਫ ਕੀਤਾ ਜਾ ਸਕਦਾ ਏ ਫਲਾਂ ਮਸਲੇ ਐਕਸਪੀਰੀਅੰਸ ਕੀਤਾ। ਮੈਂ ਕਹਿੰਦਾ ਇੱਥੇ ਟਿਕਟੌਕ ਤੇ 80% ਤੇ ਲਾਹੌਰੀ ਬੈਠੇ ਨੇ, 20% ਅਹਿਮਦੀ ਨੇ। ਹਾਂ, ਉਹਨਾਂ ਦੇ ਅਕਾਇਦ ਦੀ ਵੀ ਇਹ ਤਕਰੀਬਨ ਹੋਰ ਕਰ ਲੋ ਗਈ ਜੀ। ਸੌਰੀ ਮਾਜ਼ੂਰ। अच्छा जो इनकी ਮੈਂ ਇਹ ਕਰ ਰਿਹਾ, ਮੈਂ ਅੱਜ ਹੀ ਤਹਿਰੀਰ ਪੜਿਆ ਸਾ, ਉਹਦੇ ਚ ਜੀ जो जमात के मोहम्मद अहमद साहब है ना, जो उर्दू अपना इसके पास बैठे होते हैं, वो भी बाबा मानते हैं। हाँ जी, नहीं ठीक है, मैं भी बाबा मानता हूँ वैसे, क्योंकि बात करता हूँ कि बाबा यहाँ अगर कोई इसकी जगह हो तो मैं कहता हूँ कि हाँ मानने को तैयार है। लेकिन मैं सिर्फ इस बात पे बहस करूँ कि मिर्जा साहब का इसमें क्या अकीदा था। अभी वो यही तो बात कुछ ऐसा मानता भी है तो वो एक अलग मौजू है। सिर्फ हम ये देख के मुताबिक वो बंदा क्या दायरा इस्लाम में है या नहीं, इस पर तो मैंने भी कई दफा बात की है। नहीं, लेकिन मिर्जा साहब ने सिर्फ ये दायरा इस्लाम वाली गल नहीं की, और भी मुतअद्दद दफा मिर्जा साहब ने ये उत्ते जोर दिता है कि ईसा अलैहिस्सलाम नूं बिन बाप मनना ये उन्हां दा मिर्जा साहब दा एक यानी मुहकम अकीदा सी। अलबत्ता फिर गल वही आ जाती है भी मिर्जा साहब दी कोई भी गल मुजद्दद आजम ਉਹਦੇ ਚ ਮੈਨੂੰ ਉਹਨੇ ਘੱਲਿਆ ਹੈ। ਹੁਣ ਉਹਨਾਂ ਦੀ ਰਵਾਇਤ ਤੇ ਜ਼ਾਹਿਰ ਇਹ ਤੇ ਉਹਨੂੰ ਬਹੁਤ ਅਲੱਗ ਕਿਤਾਬ ਹੈ, ਇਹ ਤੇ ਉਹਨੂੰ ਡਿਸਓਨ ਕਰਨਗੇ ਨਾ ਜਿਹੜੇ ਤੁਹਾਡੇ ਜਮਾਤ ਵਾਲੇ ਨੇ, ਇਹ ਤੇ ਉਹਨੂੰ ਡਿਸਓਨ ਕਰਨਗੇ। ਲੇਕਿਨ ਬਹਰਹਾਲ ਉਹਨਾਂ ਨੇ ਲਿਖੀ ਹੈ ਕਿਤਾਬ, ਤੇ ਉਹਦੇ ਚ ਉਹਨਾਂ ਨੇ ਇੱਕ ਵਾਕਿਆ ਲਿਖਿਆ ਹੈ। ਉਹਦੇ ਚ ਉਹਨਾਂ ਨੇ ਇੱਕ ਵਾਕਿਆ ਲਿਖਿਆ ਹੈ ਕਿ ਪਸ਼ਾਵਰ ਦਾ ਬੰਦਾ ਸੀ ਤੇ ਉਹ ਆਇਆ ਮਿਰਜ਼ਾ ਸਾਹਿਬ ਕੋਲ, ਤੇ ਉਹ ਮੰਨਦਾ ਸੀ ਬਾਪ, ਤੇ ਮਿਰਜ਼ਾ ਸਾਹਿਬ ਨਾਲ ਉਹਨੇ ਗੱਲ ਕੀਤੀ ਤੇ ਉਹਨੇ ਦਲਾਇਲ ਵੀ ਦਿੱਤੇ, ਤੇ ਬੰਦਾ ਵੀ ਉਹ ਮੇਰੇ ਖਿਆਲ ਇਹਨਾਂ ਦਾ ਜਮਾਤ ਦਾ ਹੀ ਸੀ, ਜਾਂ ਉਹਨੇ ਬੈਤ ਕੀਤੀ ਸੀ ਜਾਂ ਨਹੀਂ ਸੀ ਕੀਤੀ। ਲੇਕਿਨ ਮਿਰਜ਼ਾ ਸਾਹਿਬ ਨੇ ਉਹਦੇ ਸਾਹਮਣੇ ਖਾਮੋਸ਼ੀ ਇਖਤਿਆਰ ਕਰ ਲਈ। ਇਹ ਉਹ ਗੱਲ ਦਾ ਖੁਲਾਸਾ ਹੈ ਜਿਹੜਾ ਮੈਂ ਤੁਹਾਨੂੰ ਬਿਆਨ ਕਰ ਰਿਹਾ ਨਾ, ਕਿ ਉਸ ਬੰਦੇ ਨੇ ਦਲਾਇਲ ਦਿੱਤੇ ਤੇ ਮਿਰਜ਼ਾ ਸਾਹਿਬ ਨੇ ਖਾਮੋਸ਼ੀ ਇਖਤਿਆਰ ਕਰ ਲਈ। ਉਹ ਤਾਦੀ ਜਿਹੜੀ ਇਹ ਦੂਸਰੇ ਫਤਵੇ ਚ ਨਜ਼ਰ ਆਉਂਦੀ ਹੈ ਨਾ ਕਿ ਮਿਰਜ਼ਾ ਸਾਹਿਬ ਨੇ ਬੜੀ ਸਖਤੀ ਕੀਤੀ ਹੈ ਕਿ ਉਹ ਮੁਸਲਮਾਨ ਹੀ ਨਹੀਂ, ਉਹ ਦਾਇਰਾ ਇਸਲਾਮ ਚੋਂ ਖਾਰਜ ਜਿਹੜਾ ਇਹ ਮੰਨ, ਉਹ ਤਾਦੀ ਉਹਦੇ ਸਾਹਮਣੇ ਨਹੀਂ ਕੀਤੀ ਹੈ। ਉਹ ਮੈਨੂੰ ਫੀ ਸ਼ੇਖ ਅੱਜ ਸੁਬਾਹ ਵੀ ਪੇਸ਼ ਕਰਨ ਲੱਗਾ ਸੀ ਤੇ ਕਹਿਣ ਲੱਗਿਆ ਸੀ ਕਿ ਇਹ ਦੇਖੋ ਭਲਾ ਮਿਰਜ਼ਾ ਸਾਹਿਬ ਜਿਹੜੇ ਨੇ ਉਹਨਾਂ ਨੇ ਉਸ ਬੰਦੇ ਨਾਲ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ, ਬਲਕਿ ਉਹਨਾਂ ਨੇ ਆਖਿਆ ਕਿ ਮੈਨੂੰ ਅਜੇ ਤੱਕ ਅੱਲਾਹ ਤਾਲਾ ਨੇ ਇਸ ਮਾਮਲੇ 'ਚ ਦੱਸਿਆ ਨਹੀਂ, ਮੇਰੀ ਰਹਿਨੁਮਾਈ ਕੀਤੀ ਨਹੀਂ, ਤੇ ਤੁਸੀਂ ਜੋ ਸੋਚਦੇ ਹੋ ਠੀਕ ਹੈ, ਤੁਸੀਂ ਆਪਣੀ ਥਾਂ ਸੋਚ ਸਕਦੇ ਹੋ। ਅਗਰ ਉਹ ਰਵਾਇਤ ਨੂੰ ਦਰੁਸਤ ਮੰਨਿਆ ਜਾਏ, ਉਸ ਪਸ਼ਾਵਰ ਵਾਲੇ ਬੰਦੇ ਦੀ ਗੱਲ ਨੂੰ, ਉਹਦਾ ਨਾਮ ਮੇਰੇ ਜ਼ਿਹਨ 'ਚ ਐਸਾ ਨਜ਼ਰ ਨਹੀਂ, ਲੇਕਿਨ ਮਿਲ ਜਾਏਗਾ ਨਾ, ਕਿਉਂਕਿ ਸਕੈਮ ਉਹਨਾਂ ਨੇ ਮੈਨੂੰ ਲਿਆ ਸੀ। ਅਗਰ ਉਸ ਰਵਾਇਤ ਨੂੰ ਝੂਠਾ ਨਾ ਕਿਹਾ ਜਾਏ ਇਸ ਗੱਲੇ ਕਿ ਲਾਹੌਰੀਆਂ ਦੀ ਰਵਾਇਤ ਹੈ, ਤੇ ਉਹਦੇ ਤੋਂ ਤਾਂ ਫਿਰ ਇਹੀ ਸਾਬਤ ਹੁੰਦਾ ਵੀ ਮਿਰਜ਼ਾ ਸਾਹਿਬ ਇਹਦੇ ਤੇ ਵੀ ਪੱਕੇ ਨਹੀਂ ਸਨ। ਇਸ ਗੱਲ ਤੇ ਵੀ ਗੱਲ ਸਮਝ ਗਏ? ਠੀਕ ਹੈ, हाँ जी। वैसे तो प्रॉब्लम ये है कि ਉਹਨੂੰ ਅਸੀਂ ਮੰਨਿਆ ਨਹੀਂ ਜਾ ਸਕਦਾ, ਉਸ ਚੀਜ਼ ਨੂੰ ਮੰਨਿਆ इसलिए नहीं जा सकता कि मिर्जा साहब ने अपने हथी ले गए ने, बल्कि मिर्जा साहब ने किते ना किते ਇਹਨੂੰ ਆਪਣੀ ਸਦਾਕਤ ਦੇ ਨਿਸ਼ਾਨ ਦੇ ਨਾਲ ਵੀ ਲਿੰਕ ਕੀਤਾ ਹੈ। ਜਿਸ ਤਰ੍ਹਾਂ ਈਸਾ ਬਿਨ ਬਾਪ ਹੈ,
ਹਾਂ ਔਰ ਇਹ ਠੀਕ ਹੈ ਤੁਹਾਨੂੰ ਤਰੀਰ ਵੀ ਲੱਭ ਜਾਏਗੀ। ਇਹ ਗੱਲ ਮੈਂ ਤੁਹਾਨੂੰ ਮਫਹੂਮਨ ਦੱਸ ਰਿਹਾ ਵਾਂ, ਅਗਰ ਤੁਸੀਂ ਮੈਨੂੰ ਇਹਦੇ ਤੇ ਚੈਲੰਜ ਕਰੋਗੇ ਤੁਹਾਨੂੰ ਮੈਂ ਇਹਦਾ ਨਹੀਂ ਦੱਸ ਠੀਕ ਦਿਆਂਗਾ, ਲੱਭ ਠੀਕ ਤੁਸੀਂ ਦਿਆਂਗਾ। ਕਰਿਓ ਤੇ ਚੈਲੰਜ ਦੀ ਲੋੜ ਨਹੀਂ, ਮੈਨੂੰ ਪਤਾ ਹੈ ਮਿਰਜ਼ਾ ਸਾਹਿਬ ਨੇ ਹਾਂਜੀ, ਇਹਨੂੰ ਆਪਣੇ ਨਾਲ ਮਮਾਸਲਤ ਦਿੱਤੀ ਹੈ ਇਸ। ਮੁਮਾਸਲਤ ਦਿੱਤੀ ਹੈ ਔਰ ਇਸ ਸਦਾਕਤ ਦੇ ਨਾਲ ਉਹਨਾਂ ਨੇ ਲਿੰਕ ਕੀਤਾ ਇਹਨੂੰ ਨਾ, ਠੀਕ ਹੈ। ਔਰ ਇਹ ਉਹ ਵਜ੍ਹਾ ਹੈ ਜਿਹਦੀ ਵਜ੍ਹਾ ਤੋਂ ਇਹ ਮਾਮਲਾ ਬਹੁਤ ਅਹਿਮੀਅਤ ਇਖਤਿਆਰ ਕਰ ਜਾਂਦਾ ਹੈ। ਔਰ ਜਿਹੜਾ ਬੰਦਾ ਇਹਨੂੰ ਇਹ ਕਹਿੰਦਾ ਨਾ ਕਿ ਯਾਰ ਇਹ ਕੋਈ ਐਵੇਂ ਮਾਮੂਲੀ ਗੱਲ ਹੈ ਤੇ ਗੱਲ ਨਹੀਂ ਕਰਨੀ ਚਾਹੀਦੀ, ਭਾਈ ਮੈਂ ਹਮੇਸ਼ਾ ਇਹ ਗੱਲ ਕਹਿਣਾ ਵਾ ਕਿ ਜਿਸ ਤਰ੍ਹਾਂ ਵਫਾਤੇ ਮਸੀਹ ਆਮ ਹੈ ਉਸ ਤਰ੍ਹਾਂ ਪੈਦਾਇਸ਼ੇ ਮਸੀਹ ਬਲਕਿ ਉਹ ਤੋਂ ਜ਼ਿਆਦਾ ਆਮ ਹੈ, ਕਿਉਂਕਿ ਮਿਰਜ਼ਾ ਸਾਹਿਬ ਨੇ ਜਾ ਬਜਾ ਇਹਦੇ ਉੱਤੇ ਗੱਲ ਵੀ ਕੀਤੀ ਹੈ ਔਰ ਇਹਨੂੰ ਸਦਾਕਤ ਦੇ ਨਾਲ ਵੀ ਲਿੰਕ ਕੀਤਾ ਹੈ। ਔਰ ਬੰਦੇ ਪੈਦਾਇਸ਼ ਹੋਏਗੀ ਤੇ ਵਫਾਤ ਹੋਏਗੀ ਨਾ, ਔਰ ਪੈਦਾਇਸ਼ ਵੀ ਇੱਕ ਮੌਜੂਦ ਹੈ, ਖਾਲੀ ਵਫਾਤ ਨਹੀਂ ਮੌਜੂਦਾ, ਪੈਦਾਇਸ਼ ਵੀ ਇੱਕ ਮੌਜੂਦ ਹੈ। ਕਿਉਂ ਜੀ? ਬਿਲਕੁਲ ਠੀਕ ਹੈ, ਲੇਕਿਨ ਜਿਹੜੇ ਬੰਦੇ ਤੁਹਾਡੇ ਇਨਕਾਰ ਕਰਦੇ ਨੇ ਨਾ ਉਹ ਇਸੇ ਗੱਲੇ ਹੀ ਇਨਕਾਰ आमिर भाई आपकी आवाज गुम हो गई। ਜ਼ਾਤੀ ਤੌਰ ਮੇਰੀ ਆਵਾਜ਼ ਗੁੰਮ ਹੋ ਗਈ। अब ठीक आ रही है। ਮੈਂ ਕਹਿ ਰਿਹਾ ਕਿ ਜਿਹੜੇ ਲੋਕ ਤੁਹਾਡੇ ਇਸ ਗੱਲ ਦਾ ਇਨਕਾਰ ਕਰਦੇ ਨੇ ਨਾ, ਈਸਾ ਅਲੈਹਿਸਲਾਮ ਨੂੰ ਬਿਨ ਬਾਪ ਨਹੀਂ ਮੰਨਦੇ, ਉਹਦੀ ਵਜ੍ਹਾ ਇਹ ਹੈ ਕਿ ਉਹ ਕਹਿੰਦੇ ਨੇ, ਯਾਨੀ ਉਹਨਾਂ ਦੀ ਪਾਲਿਸੀ ਇਹ ਵੇ ਕਿ ਅਗਰ ਅਸੀਂ ਇਹਨੂੰ ਮੌਜਜ਼ਾ ਮੰਨ ਲਾਂਗੇ ਤੇ ਫਿਰ ਈਸਾ ਅਲੈਹਿਸਲਾਮ ਦਾ ਜਿਹੜਾ ਰਫਾ ਅਸਮਾਨੀ ਹੈ ਉਹ ਵੀ ਤਾਂ ਮੌਜਜ਼ਾ ਹੀ ਹੈ ਨਾ। ਇੱਕ ਮੌਜਜ਼ੇ ਨੂੰ ਮੰਨ ਕੇ ਸਬਾਬ ਪੈਦਾ ਕਰ ਸਕਦਾ ਹੈ ਤੇ ਇਹਦੇ ਵਿੱਚ ਵੀ ਕੋਈ ਉਹਦੀ ਮਸਲੇ ਹੋ ਸਕਦੀ ਹੈ ਤੇ ਫਿਰ ਦੂਜਾ ਕੰਮ ਵੀ ਹੋ ਸਕਦਾ ਹੈ। ਇਹ ਗੱਲ ਤੇ ਫਿਰ ਬੜੀ ਆਸਾਨ ਹੈ, ਗੱਲ ਬਣਦੀ ਨਹੀਂ ਨਾ ਹੈ। ਫਿਰ ਸਵਾਲ ਸਿਰਫ ਇੰਨਾ ਹੀ ਹੈ ਕਿ ਮੌਲਾਨਾ ਮੁਹੰਮਦ ਅਲੀ ਲਾਹੌਰੀ ਦੇ ਨਾਲ ਕੀ ਇਖਤਲਾਫ ਕੀ ਸੀ ਪੈਦਾਇਸ਼ ਦੇ ਉੱਤੇ, ਉਹ ਦੱਸ ਦਿਓ। ਇਹ ਗੱਲ ਇੱਥੇ ਮੁੱਕ ਜਿਹੜੇ ਜਾਂਦੀ ਹੈ ਨਾ ਬੰਦੇ ਫਿਰ। ਜਿਹੜੇ ਬੰਦੇ ਅੱਜ ਕਰਦੇ ਨੇ ਨਾ ਗੱਲ ਇਹੋ ਜੀ, ਉਹ ਜੇ ਮੌਲਵੀ ਮੁਹੰਮਦ ਅਲੀ ਲਾਹੌਰੀ ਵਾਲੀ ਗੱਲ ਚ ਆਖਣਗੇ ਤੇ ਆਖਣਗੇ ਕਿ ਖਲੀਫਾ ਸਾਹਿਬ ਨਾਲ ਇਖਤਲਾਫ ਵਿਦ ਰਿਸਪੈਕਟ ਕੀਤਾ ਜਾ ਸਕਦਾ ਹੈ। ਇਹਦੇ ਚ ਪ੍ਰੋਬਲਮ ਮੈਂ ਇਹ ਦੇਖ ਰਿਹਾ ਵਾਂ ਕਿ ਜ਼ਿਆਦਾਤਰ ਨੋ ਮੋਬਾਈਲ ਨੇ, ਜਿਨ੍ਹਾਂ ਨੇ ਕਿਸੇ ਨੇ ਕੋਈ ਮਹੀਨਾ, ਕਿਸੇ ਨੇ ਕੋਈ 2 ਸਾਲ ਪਹਿਲੇ, 1.5 ਸਾਲ ਪਹਿਲੇ, ਥੋੜੀ ਨੇ ਕੋਈ 5 ਸਾਲ ਪਹਿਲੇ, ਕੋਈ 10 ਸਾਲ ਪਹਿਲੇ ਜਮਾਤ ਚ ਆਇਆ ਹੈ। ਉਹਨਾਂ ਨੂੰ ਅਸਲ ਚ ਮੇਰੇ ਖਿਆਲ ਚ ਤਾਰੀਖ ਦਾ ਵੀ ਕੁਝ ਜ਼ਿਆਦਾ ਨਹੀਂ ਪਤਾ ਔਰ ਇੰਨੀ ਕੋਈ ਅਹਿਮੀਅਤ ਦਾ ਵੀ ਨਹੀਂ ਪਤਾ ਹੈ, ਮੇਰਾ ਖਿਆਲ ਹੈ, ਜਿਹੜੇ ਲੋਕ ਇਸ ਤਰ੍ਹਾਂ ਦੀ ਗੱਲ ਕਰਦੇ ਨੇ। ਵਰਨਾ ਜਿਹੜਾ ਤਾਰੀਖ ਤੋਂ ਵਾਕਿਫ ਹੈ ਉਹ ਇਸ ਗੱਲ ਨੂੰ ਸੀਰੀਅਸ ਲੈਂਦਾ ਹੈ। ਤੇ ਟਿਕਟੋਕ ਦੇ ਉੱਤੇ ਮੈਂ ਦੇਖਣਾ ਵਾ ਕਿ ਜ਼ਿਆਦਾਤਰ ਲੋਕ ਨੋ ਮੋਬਾਈਲ ਤੁਸੀਂ ਵੈਸੇ ਆਪਣਾ ਇਹ ਜ਼ਰੀਲਾ ਪ੍ਰੋਪਗੈਂਡਾ ਛੱਡ ਦੇਵੋ। ਇਹ ਨੋ ਮੋਬਾਈਲ ਵਾਲਾ ਕਿਹੜਾ ਬੰਦਾ ਇੱਥੇ ਨੋ ਮੋਬਾਈਲ ਸਵਾਇ ਤਲਤ ਮਲਕ ਦੇ? ਮੈਂ ਤਾਂ ਗਿਣ ਕੇ ਵੇਖ ਲਓ ਇੱਥੇ, ਮੈਂ ਤੇ 70% ਗਿਣ ਕੇ ਵੇਖ ਲਓ। ਦੂਜਾ ਬੰਦਾ ਦਾ ਸਬੂਤ ਨਾ ਸਿਰਫ ਤੁਸੀਂ ਦੂਸਰੇ ਬੰਦੇ ਦੀ ਨਿਸ਼ਾਨਦੇਹੀ ਕਰਦੇ, ਲੇਕਿਨ ਯਾਰ ਮੈਂ ਸਬੂਤ ਇੱਕ ਬੰਦਾ ਦੱਸਾਂ, ਕੋਈ 2 ਦੱਸਾਂ, ਕੋਈ 3 ਦੱਸਾਂ, ਕੋਈ 4 ਦੱਸਾਂ, ਕਿੰਨੇ ਕੀ ਦੱਸਾਂ? ਮੈਂ ਤਾਂ ਕਿਹਾ ਵੀ ਇੱਕ ਮਲਕ ਨੂੰ ਮੈਂ ਜਾਣਨਾ ਵਾ, ਤੁਸੀਂ ਦੂਜਾ ਦੱਸਣਾ, ਸਿਰਫ ਇੱਕ ਹੀ ਦੱਸਣਾ। ਇਹਦਾ ਇਹ ਨਹੀਂ ਗੱਲ ਹੈ ਕਿ ਨੋ ਮੋਬਾਈਲ ਦਾ ਮਤਲਬ ਇਹ ਹੁੰਦਾ ਹੈ ਕਿ ਕੋਈ ਬੁਰੀ ਗੱਲ ਹੈ ਨੋ ਮੋਬਾਈਲ ਹੋਣਾ। ਨੋ ਮੋਬਾਈਲ ਵਿੱਚ ਇੰਨਾ ਜੋਸ਼ ਜਜ਼ਬਾ ਔਰ ਮਾਸ਼ਾਅੱਲਾ ਮੇਰਾ ਦਿਲ ਬਾਗ ਹੁੰਦਾ ਹੈ ਜਜ਼ਬਾ ਔਰ ਜੋਸ਼ ਦੇਖ ਕੇ। ਨੋ ਮੋਬਾਈਲ ਤਾਂ ਮੈਂ ਦੱਸਦਾ, ਸ਼ੇਖ ਆਦੀ ਸਾਹਿਬ ਨੋ ਮੋਬਾਈਲ ਨੇ। ਉਹ ਫਿਰ ਕਹਾਣੀ ਹੈ ਨਾ ਸ਼ੇਖ ਆਦੀ ਦਾ, ਕੀ ਸਬੂਤ ਹੈ ਕਿ ਨੋ ਮੋਬਾਈਲ? ਯਾਰ ਕੀ ਕਰਦੇ ਹੋ? ਠਹਿਰ ਯਾਰ, ਗੱਲ ਸੁਣੋ। ਇਹ ਤੁਹਾਨੂੰ ਸਬੂਤ ਦੀ ਕੋਈ ਜ਼ਰੂਰਤ ਹੁੰਦਾ ਹੈ, ਕੋਈ ਸਾਨੂੰ ਇਹਦਾ ਨਹੀਂ ਹੁੰਦਾ। ਮਲਕ ਤਲਤ ਨੇ ਆਪਣਾ ਪਿੰਡ ਦੱਸ ਦਿੱਤਾ ਹੈ ਦੁਰਮਿਆਲ, ਉਹਨੂੰ ਚੋਰ ਕੋ ਨਹੀਂ ਪਏ, ਤੇ ਸ਼ੇਖ ਆਦੀ ਨੂੰ ਆਖੋ ਆਪਣਾ ਪਿੰਡ ਦੱਸੇ। ਮੈਂ ਵੇਖੋ ਮੇਰੀ ਇੱਕ ਮਿੰਟ ਤੁਸੀਂ ਜਰਾ ਗੱਲ ਸੁਣੋ। ਤੁਸੀਂ ਮੇਰੇ ਕੋਲ ਇਹ ਪੁੱਛ ਰਹੇ ਹੋ ਕਿ ਨੋ ਮੋਬਾਈਲ ਕੌਣ ਮੈਂ ਸਬੂਤ ਤੁਹਾਨੂੰ ਕੀ ਚਾਹੀਦਾ, ਕਿਉਂ ਸਬੂਤ ਚਾਹੀਦਾ ਇਸ ਚੀਜ਼ ਦਾ? ਮਤਲਬ ਇਹ ਹੈ ਜਿਹੜਾ ਪ੍ਰੋਪਗੈਂਡਾ ਹੈ, ਮੇਰੀ ਗੱਲ ਇਹ ਇੱਕ ਪ੍ਰੋਪਗੈਂਡਾ ਹੈ ਕਿ ਭਾਈ ਕੋਈ ਬੰਦੇ ਕਾਦੀਆਨੀ ਹੋ ਰਹੇ ਨੇ, ਹਾਲਾਂਕਿ ਕਾਦੀਆਨੀਅਤ ਨੂੰ ਲੋਕ ਛੋੜ ਰਹੇ ਨੇ ਤੇਜ਼ੀ ਨਾਲ, ਉਲਟੀ ਗਿਣਤੀ ਜਾ ਰਹੀ ਹੈ। ਤੁਸੀਂ ਇਹ ਨੋ ਮੋਬਾਈਲ ਦਾ ਡਰਾਮਾ ਸ਼ੁਰੂ ਕੀਤਾ ਹੈ। ਨੋ ਮੋਬਾਈਲ ਕੌਣ ਇੱਥੇ ਨੋ ਮੋਬਾਈਲ ਹੈ? ਨੋ ਮੁਸਲਮ ਹੈ ਦੁਨੀਆ ਦੇ ਵਹਾਦਨ ਸੈਫੀ ਸਾਹਿਬ ਜਿਹੜੇ ਨੇ ਮੁਬਲਗ ਨੋ ਮੋਬਾਈਲ ਨੇ। ਆਹੋ ਇਹ ਵੀ ਦੱਸ ਦਿੰਦਾ ਨਾ, ਜਿੱਥੇ ਦੱਸ ਦਿੰਦਾ ਸੈਫੀ ਸਾਹਿਬ ਸਭ ਤੋਂ ਵੱਡੀ। ਮੈਂ ਸੁਣ ਤੋਂ ਲਾਉਣਾ ਯਾਰ, ਨਾ ਕਰੋ ਨਾ ਇਸ ਤਰ੍ਹਾਂ, ਨਾ ਕਰੋ ਗੱਲ ਸੁਣੋ ਆਰਾਮ ਨਾਲ। ਕਿਹੜੇ ਸੈਫੀ ਦੀ ਗੱਲ ਸਾਹਿਬ ਇੰਡੀਆ ਵਾਲੇ ਉਹ ਨੋ ਮੋਬਾਈਲ ਨੇ। ਉਹ ਤਾਂ ਮੈਨੂੰ ਪਤਾ ਹੈ, ਉਹਦਾ ਤਾਂ ਮੈਨੂੰ ਪਤਾ ਹੈ। ਉਹਦੇ ਵਾਲਿਦ ਨੇ ਕੀਤੀ ਸੀ ਉਹ ਨੋ ਮੋਬਾਈਲ, ਤਾਂ ਬੱਚਾ ਸੀ ਉਹਦੇ ਵਾਲਿਦ। ਨਹੀਂ ਇਹ ਤਾਂ ਬੱਚਾ ਸੀ ਉਦੋਂ 10 ਸਾਲ ਦਾ। ਬੈਤ ਕਰਾਈ ਹੈ, ਠੀਕ ਹੋ ਗਈ ਨਾ ਗੱਲ। ਲੇਕਿਨ ਅਸੀਂ ਨੋ ਮੋਬਾਈਲ ਬੋਲਨੇ ਆ ਨਾ, ਅਸੀਂ 20 ਸਾਲ ਵੀ ਨੋ ਮੋਬਾਈਲ ਬੋਲਨੇ ਆ, 30 ਸਾਲ ਵੀ ਅਸੀਂ ਨੋ ਮੋਬਾਈਲ ਰੱਖਦੇ ਆ।
ਉਹ ਨੌ ਮੋਬਾਈਲ ਉਹ ਇਹ ਮੈਂ ਹੁੰਦਾ ਅੱਗੇ ਵੀ ਹੈ ਗੱਲ ਜਿਹੜਾ ਬੰਦੇ ਨੇ ਕੀਤੀ ਖੁਦ ਹੈ। ਬੈਤ ਕੀਤੀ ਹੈ, ਖੁਦ ਆ ਕੇ ਇਹ ਅਕੀਦਾ ਇਖਤਿਆਰ ਕੀਤਾ ਹੈ, ਇਰਤਦਾਦ ਇਸਲਾਮ ਤੋਂ ਇਖਤਿਆਰ ਕਰਕੇ ਜਿਨੇ ਇਹ ਕੁਫਰ ਆਪ ਆਪਣੇ ਅਕਲ ਨਾਲ ਸੋਚ ਸਮਝ ਕੇ ਆਮਦਨ ਇਖਤਿਆਰ ਕੀਤਾ, ਉਹ ਨੌ ਮੋਬਾਈਲ ਕਹਿ ਸਕਦੇ। ਇੱਕ ਬੱਚਾ ਹੈ, ਤੁਸੀਂ ਤਾਂ ਲਾਮਾ ਇਕਬਾਲ ਨੂੰ ਵੀ ਆਖੋ ਤੇ ਉਹ ਵੀ ਨੌ ਮੋਬਾਈਲ ਸੀ, ਤੇ ਲਾਮਾ ਇਕਬਾਲ ਤਾਂ ਬੱਚਾ ਸੀ 10 ਸਾਲ ਦਾ ਜਦੋਂ ਗਿਆ ਸੀ ਬਾਪ ਨਾਲ। ਜੋ ਹੀ ਉਹਨੇ ਹੋਸ਼ ਸੰਭਾਲੀ ਤੇ ਉਹਨੇ ਆਖਿਆ ਅੱਛਾ ਇਹਦਾ ਨਾਂ ਕਾਦੀਆਨੀਅਤ। ਇਹ ਲੋ ਜੀ ਚੀਮਾ ਸਾਹਿਬ ਆ ਗਏ ਨੇ ਠੀਕ ਪੁਰਤਗਾਲ ਹੈ। ਤੋਂ। ਅਸਲ 'ਚ ਗੱਲ ਇਹ ਹੈ ਕਿ ਮੈਂ ਯਸ ਕਰ ਨਾਦਰ ਭਾਈ ਜਿਹੜੇ ਸਭ ਤੋਂ ਵੱਡੀ ਬਰੋਡ ਲਗਾਉਂਦੇ ਨੇ ਸਾਡੇ ਇੱਥੇ ਟਿਕਟੌਕ ਦੇ ਕੀ ਉੱਤੇ, ਸਭ ਸਬੂਤ ਤੋਂ ਹੈ ਵੱਡੀ ਉਹਦਾ? ਕਾਮਯਾਬ ਨਾਦਰ ਭਾਈ ਦਾ ਕੀ ਸਬੂਤ ਹੈ ਕਿ ਨੌ ਮੋਬਾਈਲ? ਯਾਰ ਅਸੀਂ ਜਾਣਨੇ ਕਿ ਕੀ ਸਬੂਤ ਦਵਾ, ਉਹ ਤਾਂ ਬੈਠ ਸਮਝਦਾ ਉਹਨਾਂ ਦਾ ਦਿਖਾਵਾ। ਮੈਂ ਤੁਹਾਨੂੰ ਇਹ ਕਹਿ ਰਿਹਾ ਨੋ ਮੋਬਾਈਲ ਨੇ, ਬਸ ਨੋ ਮੋਬਾਈਲ ਨੇ, ਬਸ ਇੰਨੀ ਗੱਲ ਕਾਫੀ ਹੈ। ਅਲੀਮ ਭਾਈ ਉਹ ਨੋ ਮੋਬਾਈਲ ਨੇ। ਝੂਠਿਆਂ ਦੇ ਨਾਲ ਤੁਸੀਂ ਵੀ ਝੂਠਾ ਹੀ ਬਣਦੇ ਜਾਂਦੇ ਹੋ। ਸਕਦੇ ਆਪਣਾ ਪਿੰਡ ਦੇਖੋ ਯਾਰ ਇਹਦੇ 'ਚ ਤੁਸੀਂ ਇਹਦੇ 'ਚ ਕਿਉਂ ਇਹਦੇ ਵਿੱਚ ਤੁਹਾਨੂੰ ਝੂਠੇ ਨੇ ਡਰਾਮੇ ਬਾਅਦ ਕਿਉਂ ਇਹਦੇ ਤੇ ਗੁੱਸਾ ਕਰ ਰਹੇ ਹੋ ਕਿ ਨੋ ਮੋਬਾਈਲ ਹੋਣਾ ਕੋਈ ਮਤਲਬ ਕਿ ਤੁਹਾਨੂੰ ਕੋਈ ਬੁਰੀ ਲੱਗ ਰਹੀ ਹੈ ਗੱਲ? ਨਹੀਂ, ਜਿਹੜੀ ਸਟ੍ਰੈਟਜੀ ਤੁਸੀਂ ਦੱਸ ਰਹੇ ਹੋ ਨਹੀਂ, ਤੁਹਾਡੇ ਸਾਹਮਣੇ ਅਗਰ ਝੂਠ ਬੋਲਿਆ ਜਾ ਰਿਹਾ ਹੋਵੇ ਤੁਹਾਨੂੰ ਨਹੀਂ ਗੁੱਸਾ ਲੱਗਦਾ? ਤੁਹਾਡੇ ਸਾਹਮਣੇ ਝੂਠ ਬੋਲਿਆ ਜਾ ਰਿਹਾ ਹੋਵੇ ਯਾਰ ਮੈਨੂੰ ਤੇ ਇੱਕ ਪਹਿਲੀ ਮੁਲਾਕਾਤ 'ਚ ਪਤਾ ਚੱਲ ਜਾਂਦਾ ਵਾ ਕਿ ਨੋ ਮੋਬਾਈਲ ਹੈ, ਇਹ ਬੰਦਾ ਨਹੀਂ ਨੋ ਮੋਬਾਈਲ ਹੈ, ਪਹਿਲੀ ਮੁਲਾਕਾਤ 'ਚ ਪਤਾ ਚੱਲ ਜਾਂਦਾ। ਤੁਹਾਨੂੰ ਪਹਿਲੀ ਮੁਲਾਕਾਤ 'ਚ ਪਤਾ ਚੱਲ ਜਾਂਦਾ ਹੋਵੇਗਾ, ਤੁਹਾਡੀ ਆਪਣੀ ਕੋਈ ਵੰਡ ਵਿਤਰ ਹੋਵੇ ਜੀ ਆ। ਨਹੀਂ ਤੇ ਅਲੀਮ ਭਾਈ ਅਗਰ ਮੁਲਾਕਾਤ ਦੇ ਹਿਸਾਬ ਨਾਲ ਜਾਈਏ ਤਾਂ ਮਿਰਜ਼ਾ ਮਸਰੂਰ ਸਾਹਿਬ ਨਾਲ ਮੁਲਾਕਾਤ ਕਰੀ ਦੇਖੋ ਸਬੂਤ ਹੈ ਤੇ ਮੰਨ ਲੈਣੇ ਕਿ ਇਹ ਨੇ ਖੁਦ ਨਹੀਂ ਮਤਲਬ ਕਿ ਸਾਨੂੰ ਪਤਾ ਹੈ ਇਹਦਾ ਨੋ ਮੋਬਾਈਲ ਦਾ ਸਬੂਤ ਮੈਂ ਤੁਹਾਨੂੰ ਕੀ ਦਵਾਂ? ਸਬੂਤ ਕੀ ਹੁੰਦਾ? ਕੁਝ ਵੀ ਨਹੀਂ ਹੁੰਦਾ, ਬਸ ਇਹਦਾ ਕੀ ਸਬੂਤ ਹੁੰਦਾ? ਇਹ ਚੀਮਾ ਸਾਹਿਬ ਕੋਲੋਂ ਪੁੱਛ ਲਓ ਕੋਈ ਨੋ ਸਬੂਤ ਨਹੀਂ ਮੋਬਾਈਲ ਹੁੰਦਾ। ਕੀ ਹੁੰਦਾ ਹੈ। अच्छा वो ढूंढ लो मुझे भी नो मोबाइल ने नो मोबाइल ने ਜੀ ਚੀਮਾ ਸਾਹਿਬ। ਨਾ ਮੈਂ ਕੋਈ ਬੋਲਿਆ ਗੱਲ ਸੁਣ ਮੇਰੀ, ਨਾ ਮੈਂ ਕੋਈ ਬੋਲਣਾ ਨਾ ਕੋਈ ਗੱਲ ਨਾ ਕੋਈ ਬਾਤ, ਮੈਨੂੰ ਨਹੀਂ ਪਤਾ ਨੋ ਮੋਬਾਈਲ ਕੀ ਹੁੰਦਾ। ਇੱਕ ਨੋ ਮੋਬਾਈਲ ਹੈ नो मोबाइल ਤੁਸੀਂ ਵੀ नो मोबाइल हो चीमा साहब? ਮੈਨੂੰ ਨਹੀਂ ਪਤਾ। ਤੁਸੀਂ ਜਮਾਤ ਅਹਿਮਦੀਆ ਤੋਂ नहीं हो? नहीं। अलीम भाई जो ट्रूथ सीकर है ना, उसने तितली के पीछे अपना दीन छोड़ा था, वो नो मोबाइल है। ਅਲੀਮ ਸਾਹਿਬ ਕੀ ਹਾਲ ਹੈ ਤੁਹਾਡਾ? ਬਲ ਥੇ ਹੋ? आप सारे अहमदी? अच्छा चीमा साहब मैं कहा तुसी सारे अहमदी हो? हम सब अहमदी हैं। ये जो नीचे मोहम्मद मैं अहमदी हूँ चीमा साहब, ये कादियानी है, हम सारे अहमदी हैं। ये कादियानी है। अच्छा 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 अच्छा, कादियानी होर हुंदा ते अहमदी होर हुंदे ने। चीमा साहब ਤੁਸੀਂ नो मोबाइल हो ਅਸੀਂ ਸਰਕਾਰ ਅਹਿਮਦੀ ਕੋ ਨਹੀਂ, ਕਿ ਗੈਰ मोबाइल हो? ਅਸੀਂ ਗੈਰ ਅਹਿਮਦੀ ਆ ਤੁਹਾਡੇ। ਗੈਰ मोबाइल ਹੋਏ ਨਾ ਫਿਰ ਤੁਸੀਂ ਹਾਂਜੀ ਗੈਰ ਅਹਿਮਦੀ ਹੋ। ਜੀ ਸਹੀ ਹੈ। जी अहमदी हैं। ਤੇ ਦੱਸੋ ਫਿਰ ਕਿਉਂ ਖਤਮੇ ਨਬੂਵਤ ਦੀ ਦਲੀਲ ਦੋਗੇ ਕੁਰਾਨ ਸ਼ਰੀਫ ਦੇ ਵਿੱਚੋਂ? ਖਤਮੇ ਨਬੂਵਤ ਦੀ ਦਲੀਲ ਸੁਣਾਓ ਕੋਈ। ਅਸੀਂ ਸਰਕਾਰ ਪੜ੍ਹੇ ਕੋ ਨਹੀਂ, ਕਰਾਣੇ ਪਾਕ ਅਸੀਂ ਐਵੇਂ ਮਬਾਦ ਦਿੰਦੇ ਫਿਰੇ। ਕੁਰਾਨ ਸ਼ਰੀਫ ਨਹੀਂ ਪੜਿਆ, ਤਰਜਮਾ ਤੇ ਪੜਿਆ ਹੀ ਹੋਣਾ ਹੈ। ਨਹੀਂ ਨਹੀਂ ਕੁਛ ਵੀ ਨਹੀਂ ਪੜ੍ਹੇ। ਤੇ ਕੋਈ ਹਦੀਸ ਹੀ ਸੁਣਾਓ ਫਿਰ, ਹਦੀਸ ਹੀ ਸੁਣਾਓ ਕੋਈ ਖਤਮੇ ਨਬੂਵਤ ਦੀ। ਤੁਸੀਂ ਕੁਛ ਸੁਣਾ ਛੱਡੋ, ਮੈਂ ਤੁਹਾਡੀਆਂ ਸੁਣ ਲਾਂਗਾ। ਮੈਂ ਅਲੀਮ ਸਾਹਿਬ ਅਲੀਮ ਸਾਹਿਬ ਜੀ ਆ ਹਾਂਜੀ ਆਵਾਜ਼ ਆਣੀ ਵੀ ਮੇਰੀ ਕੋਈ ਨਹੀਂ। ਉਹ ਗੱਲ ਸੁਣੋ ਕੀ ਉਹ ਦੋ ਉਸ ਦਾ ਚਾਰ ਮਿੰਟ ਦੀ ਹੋਣੀ ਮੁਹੰਮਦ ਹੈ। ਅਲੀ ਲੋਹਰੀ ਦਾ ਤਜ਼ਾਦ ਤੇ ਲੜਾਈ ਹੈ। ਹੋਣ ਲੱਗੀ ਹੈ ਬਸ। ਚਲੋ ਠੀਕ ਹੈ, ਸਮਾਂ ਕਰ ਲਿਓ। ਪੁੱਛਣਾ ਇਹ ਸੀ ਗੱਲ ਕਿ ਸਾਡੀ ਕੋਈ 3-4 ਮਿੰਟ ਹੀ ਹੋਣੀ ਹੈ ਮੇਰੇ ਖਿਆਲ ਚ ਹੁਣ। ਹਾਂ ਉਹ ਮੈਂ ਗੱਲ ਹੀ ਪੁੱਛਣੀ ਸੀ ਵੀ ਹਕੀਮ ਨੂਰਦੀਨ ਸਾਹਿਬ ਵੀ ਮਿਰਜ਼ਾ ਸਾਹਿਬ ਨਾਲ ਇਖਤਲਾਫ ਕਰਦੇ ਸੀ ਕਿ ਨਬੀ ਸੱਚਾ ਨਬੀ ਕਤਲ ਨਹੀਂ ਹੋ ਸਕਦਾ, ਇਹਦਾ ਕੀ ਕਰਨਾ ਜੇ? ਮਿਰਜ਼ਾ ਸਾਹਿਬ ਕਹਿੰਦੇ ਸੀ ਯਹੀਆ ਅਲੈਹਿਸਲਾਮ ਕਤਲ ਹੋਏ ਨੇ ਤੇ ਹਕੀਮ ਨੂਰਦੀਨ ਸਾਹਿਬ ਇਖਤਲਾਫ ਕਰਦੇ ਸੀ ਸੱਚਾ ਨਬੀ ਕਤਲ ਨਹੀਂ ਹੋ ਸਕਦਾ। ਆਪ ਕਹਦੇ ਸੀ ਸੱਚਾ ਨਬੀ ਕਤਲ ਨਹੀਂ ਹੋ ਸਕਦਾ। ਮੈਂ ਇਹਦਾ ਸਰ ਤੁਹਾਨੂੰ ਅਰਜ਼ ਕਰ ਦਿੰਦਾ ਵਾਂ, ਇਤਫਾਕ ਦੇ ਨਾਲ ਕੋਈ ਕੱਲ ਪਰਸੋਂ ਦੀ ਵੀ ਗੱਲ ਹੈ ਕਿ ਮੈਂ ਇਹ ਚੀਜ਼ ਨਜ਼ਰ ਤੋਂ ਗੁਜ਼ਰੀ। ਜਿਹੜੇ ਮਿਰਜ਼ਾ ਬਸ਼ੀਰੁੱਦੀਨ ਮਹਿਮੂਦ ਸਾਹਿਬ ਨੇ ਖਲੀਫਾ ਸਾਨੀ, ਉਹਨਾਂ ਦੇ ਇੱਕ ਤਹਿਰੀਰ, ਉਹਨਾਂ ਨੇ ਫਰਮਾਇਆ ਹੈ ਕਿ ਖਲੀਫਾ ਅਵਲ ਦਾ ਇਹ ਅਕੀਦਾ ਸੀ, ਤੁਸੀਂ ਦਰੁਸਤ ਫਰਮਾ ਰਹੇ ਹੋ ਕਿ ਸੱਚਾ ਨਬੀ ਕਤਲ ਨਹੀਂ ਹੋ ਸਕਦਾ, ਲੇਕਿਨ ਮੈਂ ਇਹਦੇ ਤੋਂ ਇਖਤਲਾਫ ਕਰਨਾ, ਅਸੀਂ ਇਖਤਲਾਫ ਕਰਨੇ ਇਸ ਅਕੀਦੇ ਤੋਂ, ਅਦਬ ਦੇ ਵਿੱਚ ਇਖਤਲਾਫ ਹੋ ਸਕਦਾ।
ਕੀ ਗੱਲ ਹੈ ਤੁਹਾਡੀ? ਉਹਨਾਂ ਦਾ ਹੈ ਸੀ ਕੀਤਾ, ਲੇਕਿਨ ਖਲੀਫਾ ਸਾਨੀ ਨੂੰ ਇਖਤਲਾਫ ਸੀ ਇਹਦੇ ਤੋਂ। ਮੈਂ ਤੇ ਅਸੀਂ ਪੁੱਛਿਆ ਖਲੀਫਾ ਕਿ ਤੋਂ ਮਿਰਜ਼ਾ ਸਾਹਿਬ ਨਾਲ ਉਹਦਾ ਸਾਨੀ ਦੀ ਇਖਤਲਾਫ ਗੱਲ ਸੀ ਨਾ, ਬਹੁਤੀ ਮੰਨਦੇ ਉਹਦਾ ਕੀ ਕਰਨਾ ਜੇ? ਹਾਂ, ਤੇ ਇਖਤਲਾਫ ਸੀ ਨਾ ਉਹਨਾਂ ਦਾ, ਉਹਨਾਂ ਨਾਲ ਖਲੀਫਾ ਫਿਰ ਸਾਨੀ ਹਕੀਮ ਨੂੰ ਨੂਰਦੀਨ ਇਖਤਲਾਫ ਤੇ ਸੀ। ਮੈਂ ਕਹਿੰਦਾ ਕਿ ਜਿਹੜੀ ਦਫਾ ਇਖਤਲਾਫ ਕਰਨੇ ਚ ਮੁਹੰਮਦ ਅਲੀ ਲਾਹੌਰੀ ਤੇ ਲੱਗਦੀ, ਉਹ ਹਕੀਮ ਨੂਰਦੀਨ ਤੇ ਵੀ ਲੱਗੇਗੀ। ਫਿਰ ਤੁਹਾਡੀ ਗੱਲ ਇਹ ਬਿਨ ਦੁਰਸਤ ਹੈ, ਮੈਂ ਇਹ ਬਿਨ ਕਹਿ ਬਾਪ ਰਿਹਾ ਕਿ ਪੈਦਾਇਸ਼ ਮੈਂ ਤੋਂ ਇਖਤਲਾਫ ਨਹੀਂ ਕਰ ਰਿਹਾ ਤੁਹਾਡੀ ਗੱਲ ਨਾਲ। ਜਿਹੜਾ ਬਿਨ ਬਾਪ ਪੈਦਾਇਸ਼ ਤੇ ਦਫਾ ਲੱਗਦੀ ਹੈ ਨਾ, ਉਹ ਹੀ ਲੱਗਦੀ ਇਧਰ ਵੀ। ਵਜ੍ਹਾ ਇਖਤਲਾਫ ਦੀ ਔਰ ਵਜ੍ਹਾ ਤੋਂ। ਇੱਕ ਹੋਰ ਵੀ ਵਾਕਿਆ ਹੈ ਜਿਹੜਾ ਕਿ ਸ਼ੇਖ ਹਫੀਜ਼ ਸਾਹਿਬ ਇਸ ਤਰ੍ਹਾਂ ਦੇ ਹਵਾਲੇ ਭੇਜਦੇ ਰਹਿੰਦੇ ਨੇ। ਅਹ, ਉਹ ਮੈਨੂੰ ਹੁਣ ਉਹਦਾ ਰੈਫਰੈਂਸ ਕੁਰਾਨ ਸ਼ਰੀਫ ਦੀ ਆਇਤ ਦਾ ਯਾਦ ਨਹੀਂ, ਜੀ ਤਫਸੀਰ ਦੇ ਵਿੱਚ ਉਹਨਾਂ ਨੇ ਉਹ, ਬਲਕਿ ਸ਼ਾਇਦ ਤੁਹਾਨੂੰ ਯਾਦ ਹੋਏਗਾ, ਲਾਮਾ ਸਾਹਿਬ ਵੀ ਆ ਗਏ ਨੇ, ਜਿਹਦੇ ਵਿੱਚ ਉਹ ਜ਼ਿਕਰ ਹੈ ਕਿ ਉਹ ਖੋਤਾ ਤੇ ਖਾਣਾ ਤੇ ਉਹ ਬੰਦਾ ਉਹ ਸੌਂ ਗਏ, ਤੇ ਫਿਰ ਉਹ ਕੁਛ ਅਰਸਾ ਗੁਜ਼ਰ ਗਿਆ, ਤੇ ਜਦੋਂ ਉੱਠੇ ਤੇ ਉੱਥੇ ਮੌਜੂਦ ਸੀ ਕੋਈ ਇਸ ਤਰ੍ਹਾਂ ਦਾ ਉਹਦੇ ਇਹਦੇ ਉੱਤੇ ਇਖਤਲਾਫ ਕੀਤਾ ਹੈ ਮਿਰਜ਼ਾ ਸਾਹਿਬ ਤੋਂ ਖਲੀਫਾ ਮਸੀਹ ਅੱਵਲ ਨੇ। ਤੇ ਉਹਨਾਂ ਨੇ ਦੱਸਿਆ ਕਿ ਮੈਂ ਸਾਹਿਬ ਨਾਲ ਇਹਦਾ ਜ਼ਿਕਰ ਕੀਤਾ, ਤੇ ਉਹਨਾਂ ਨੇ ਅੱਗੋਂ ਇਹ ਗੱਲ ਕੀਤੀ, ਲੇਕਿਨ ਚੂੰਕਿ ਮੈਂ ਉਹ ਐਗਰੀ ਨਹੀਂ ਹੋਇਆ, ਲੇਕਿਨ ਅਦਬ ਦੇ ਨਾਲ ਮੈਂ ਖਾਮੋਸ਼ ਹੋਇਆ। ਤੇ ਗੱਲ ਤਾਂ ਦਰੁਸਤ ਹੈ ਕਿ ਕੁਝ ਚੀਜ਼ਾਂ ਤੋਂ ਖਲੀਫਾ ਮਸੀਹ ਅੱਵਲ ਨੇ ਵੀ ਇਖਤਲਾਫ ਕੀਤਾ ਸੀ। ਦੂਜੀ ਗੱਲ ਵੀ ਸੁਣ ਲਓ, ਦਰੁਸਤ ਹਕੀਮ ਗੱਲ ਹੈ। ਨੂਰਦੀਨ ਸਾਹਿਬ ਦੀਆਂ ਸਾਰੀਆਂ ਤਹਰੀਰਾਂ ਤੁਸੀਂ ਉਠਾ ਕੇ ਵੇਖ ਲਓ, ਤੁਹਾਨੂੰ ਕਿਧਰੇ ਵੀ ਨਹੀਂ ਲਿਖਿਆ ਮਿਲੇਗਾ ਕਿ ਈਸਾ ਅਲੈਹਿਸ ਸਲਾਮ ਬਿਨ ਬਾਪ ਪੈਦਾ ਹੋਏ ਨੇ। ਉਹਨਾਂ ਦੀ ਤਹਰੀਰ ਨਹੀਂ ਮਿਲੇਗੀ ਇਸ ਉੱਤੇ ਤੁਹਾਨੂੰ। ਇਹ ਤਾਂ ਬਰਕ ਸਿੱਖ ਤਹਰੀਰ ਮਿਲਦੀ ਹੈ ਉਹਨਾਂ ਦੀ। ਜਿਸ ਵੇਲੇ ਵੀ ਇਸ ਬਾਰੇ ਸਵਾਲ ਹੋਇਆ ਨਾ, ਉਹ ਚਿੜ ਕੇ ਬੋਲੇ ਨਾ, ਤੁਸੀਂ ਮਾਮਲੇ ਚ ਕੱਢਣੇ ਕੀ ਹੋ, ਉਹ ਚਿੜ ਕੇ ਬੋਲੇ ਨਾ ਬੂ। ਨਹੀਂ, ਇਹਦੇ ਬਰਕਸ ਇੱਕ ਇਹ ਤਹਰੀਰ ਪੇਸ਼ ਕਰਦੇ ਨੇ ਲਾਹੌਰੀ ਜਮਾਤ ਵਾਲੇ, ਕਿ ਉਹਨਾਂ ਨੇ ਇਹ ਲਿਖਿਆ ਕਿ ਪਹਿਲੇ ਮੇਰਾ ਅਕੀਦਾ ਇਹ ਸੀ, ਲੇਕਿਨ ਮੌਲਵੀ ਮੁਹੰਮਦ ਅਲੀ ਲਾਹੌਰੀ ਔਰ ਇਸ ਗੱਲ ਤੋਂ ਬਾਅਦ ਮੈਂ ਐਗਰੀ ਕਰ ਗਿਆ ਵਾਂ, ਮਤਲਬ ਕਿ ਬਾਪ ਤੇ ਇਹ ਮਫਹੂਮ ਹੈ ਉਸ ਤਹਰੀਰ ਦਾ। ਉਹ ਵੀ ਤਹਰੀਰ ਮਿਲਦੀ ਹੈ। ਤਹਰੀਰ ਹੈ ਨਾ, ਤਹਰੀਰ ਇਹਨਾਂ ਦੀ ਉਹਨਾਂ ਦੇ ਲਿਟਰੇਚਰ ਵਿੱਚ ਨਾ, ਸਾਰੇ ਲਿਟਰੇਚਰ ਮੌਜੂਦ ਨਹੀਂ। ਮੈਂ ਜਿਹੜੀ ਗੱਲ ਕੀਤੀ ਹੈ ਨਾ, ਉਹ ਇੰਜੇ ਕਿ ਜਿਹੜਾ ਉਹਨਾਂ ਦਾ ਆਮ ਲਿਟਰੇਚਰ ਪਬਲਿਕ ਮੌਜੂਦ ਹੈ ਨਾ ਹਕੀਮ ਨੂਰਦੀਨ ਸਾਹਿਬ ਦਾ, ਉਹਦੇ ਵਿੱਚ ਤੁਹਾਨੂੰ ਈਸਾ ਅਲੈਹਿਸਲਾਮ ਦੇ ਬਿਨ ਬਾਪ ਹੋਣੇ ਦਾ ਜ਼ਿਕਰ ਨਹੀਂ ਮਿਲੇਗਾ। ਇਹ ਸਵਾਲ ਉਹਨਾਂ ਕੋਲ 3 ਜਗ੍ਹਾ ਤੇ ਉਹਨਾਂ ਦੇ ਲਿਟਰੇਚਰ ਮੌਜੂਦ ਹੈ, 3 ਜਗ੍ਹਾ ਤੋਂ ਹੈ। ਉਹਨਾਂ ਨੇ ਇਹਦੇ ਚ ਕੀ ਲਿਖਿਆ, ਤਰਜਮੇ ਚ ਕੀ ਲਿਖਿਆ ਉਹਨਾਂ ਨੇ? ਤਰਜਮੇ ਚ ਉਹਨਾਂ ਕੁਝ ਵੀ ਨਹੀਂ ਲਿਖਿਆ, ਗੋਲ ਕਾਰਗਨ ਗੱਲ ਨਾ ਤਰਦੀਦ ਕੀਤੀ, ਨਾ ਇਸਬਾਤ ਪੇਸ਼ ਕੀਤਾ ਨੇ, ਗੱਲ ਹੀ। ਲੇਕਿਨ ਆਖਰੀ ਉਮਰ ਦੇ ਵਿੱਚ ਉਹ ਐਗਰੀ ਕਰ ਗਏ ਨੇ, ਮੈਂ ਸੁਣਿਆ ਕਿ ਬਾਪ ਤੇ ਕੋਈ ਸਬੂਤ ਨਹੀਂ ਇਸ ਦਾ। ਨਹੀਂ, ਬਾਪ ਤੇ ਮੈਂ ਜਿਹੜੀ ਗੱਲ ਕੀਤੀ ਵੀ ਲਾਹੌਰੀ ਲਿਟਰੇਚਰ ਵਿੱਚ ਤੁਹਾਨੂੰ ਮਿਲੇਗਾ ਸਬੂਤ। ਨਹੀਂ, ਉਹਨਾਂ ਦੀ ਆਪਣੀ ਕਿਤਾਬ ਚ ਮਿਲਦਾ। ਕਿਹੜੀ ਕਿਤਾਬ ਵਿੱਚ? ਉਹ ਮੈਂ ਤੁਹਾਨੂੰ ਭਜਵਾਨਾ, ਮੇਰੇ ਕੋਲ ਪਿਆ ਹੋਏਗਾ ਵਾਲਾ। ਅੱਛਾ, ਉਹਨਾਂ ਨੇ ਲਿਖਿਆ ਕਿ ਹਾਤੀ ਲਿਖਿਆ ਕਿ ਉਹ ਐਗਰੀ ਕਰ ਗਏ ਨੇ ਬਾਪ ਤੇ। ਕਿਸ ਲਿਖਿਆ? ਹਕੀਮ ਸਾਹਿਬ। ਨਹੀਂ, ਹਕੀਮ ਸਾਹਿਬ ਦੀ ਆਪਣੀ ਹੱਥਾਂ ਦੀ ਤਹਰੀਰ ਲਿਖੀ ਹੈ, ਆਪਣੀ ਤਹਰੀਰ, ਆਪਣੀ ਤਹਰੀਰ। ਠੀਕ ਹੈ। ਤਾਂ ਹੀ ਮੈਂ ਕਹਿ ਰਿਹਾ ਕਿ ਤੇ ਬਰਕਸ ਤਾਂ ਗੱਲ ਮਿਲਦੀ। ਤੁਹਾਡੀ ਇਹ ਗੱਲ ਠੀਕ ਹੈ, ਜਿਹੜੀ ਗੱਲ ਤੁਹਾਡੀ ਆਪਣਾ ਠੀਕ ਹੋਏਗੀ, ਆਪਣਾ ਅਵਾਨ ਸਾਹਿਬ ਉਹ ਗੱਲ ਠੀਕ ਹੋਏਗੀ ਤੁਹਾਡੀ, ਤੁਹਾਡੇ ਨਾਲ ਉਸ ਗੱਲ ਤੇ ਬਹਿਸ ਨਹੀਂ ਹੈ। ਕਿਉਂਕਿ ਮੈਂ ਜਾਣਦਾ ਕਿ ਤੁਹਾਡਾ ਮੁਤਾਲਿਆ ਬਹੁਤ ਅੱਛਾ ਹੈ। ਉਹਨਾਂ ਦੀਆਂ ਤਹਰੀਰਾਂ 'ਚ ਮੈਨੂੰ ਇਸ ਗੱਲ ਤੇ ਉਹਨਾਂ ਦੀ ਇਹ ਰਾਏ ਕੋਈ ਨਹੀਂ ਮਿਲੀ। ਹਾਲੇ ਤਾਂ ਇਸ ਗੱਲਾਂ ਤੋਂ ਚਿੜਨਾ ਜ਼ਰੂਰ ਮਿਲਿਆ ਕਿ ਈਸਾ ਅਲੈਹਿਸਲਾਮ ਬਿਨ ਬਾਪ ਦੇ ਸੀ ਜਾਂ ਉਹਨਾਂ ਦਾ ਬਾਪ ਹੈ ਸੀ। ਇਸ ਗੱਲ ਤੋਂ ਉਹਨਾਂ ਦਾ ਵਾਜਾ ਜਵਾਬ ਕੋਈ ਨਹੀਂ ਸੀ, ਨਾ ਉਹਨਾਂ ਦੀ ਤਫਸੀਰ ਤੇ ਨਾ ਖੁਤਬਾ। ਤੁਸੀਂ ਦੱਸੋ ਮਿਰਜ਼ਾ ਸਾਹਿਬ ਦਾ ਕੀ ਮੌਕਫ ਸੀ ਦੇ ਉੱਤੇ? ਮਿਰਜ਼ਾ ਸਾਹਿਬ ਦੱਸੋ, ਅੱਗੇ ਗੱਲ ਤੁਸੀਂ ਲੇਟ ਆਏ ਹੋ, ਕੀ ਮੌਕਫ ਸੀ ਦੱਸੋ ਭਲਾ ਯਾਰ? ਮਿਰਜ਼ਾ ਸਾਹਿਬ ਦਾ ਮੌਕਫ ਬੜਾ ਸਖਤ ਹੈ ਇਸ ਦੇ ਉੱਤੇ। ਉਹਨਾਂ ਤੋਂ ਨੈਚਰੀਆਂ ਤੇ ਫਤਵਾ ਲਾਇਆ ਕਿ ਦਾਰਾ ਇਸਲਾਮ ਤੋਂ ਖਾਰਜ ਹੋਣੇ ਹੀ ਸਮਝ ਲਓ ਤੁਸੀਂ। ਹਲੀਮ ਭਾਈ, ਤੇ ਜੇ ਮੈਂ ਇਹ ਕਹਾਂ ਕਿ ਉਹ ਫਤਵਾ ਉਹਨਾਂ ਦੇ ਨਹੀਂ ਹੈ ਜੀ, ਸ਼ਾਹਜਹਾਨ ਵੀ 1 ਮਿੰਟ ਦਾ ਇੱਕ ਫਿਕਰ ਹੈ, ਅਗਰ ਮੈਂ ਇਹ ਕਹਾਂ ਕਿ ਉਹ ਫਤਵਾ ਉਹਨਾਂ ਦੇ ਉੱਤੇ ਨਹੀਂ ਹੈ ਜਿਹੜੇ ਬਾਪ ਮੰਨਦੇ ਨੇ, ਉਹਨਾਂ ਦੇ ਉੱਤੇ ਹੈ ਜਿਹੜੇ ਇਹ ਸਮਝਦੇ ਨੇ ਕਿ ਖੁਦਾ ਕਾਦਰ ਨਹੀਂ, ਫਿਰ ਤੇ ਜਿਹੜੇ ਮਾਂ ਬਾਪ ਮੰਨਦੇ ਨੇ ਉਹ ਕਿਸ ਵਜ੍ਹਾ ਤੋਂ ਨਹੀਂ ਮੰਨਦੇ? ਉਹ ਕਿਸ ਵਜ੍ਹਾ ਤੋਂ ਨਹੀਂ ਮੰਨਦੇ? ਜਾਂਦੀਆਂ ਨੇ ਨਾ ਕਿ ਅਗਰ ਮੈਂ ਇਹ ਮੰਨਾਂ ਕਿ ਉਹ ਬਾਪ ਨੇ, ਲੇਕਿਨ ਮੈਂ ਇਹ ਵੀ ਨਾਲ ਮੰਨਾਂ ਕਿ ਅੱਲਾਹ ਤਾਲਾ ਕਾਦਰ ਨਹੀਂ। ਬਈ ਵਜ੍ਹਾ ਤੇ ਇਹ ਹੈ ਨਾ, ਜਿਹੜੀ ਵਜ੍ਹਾ ਤੋਂ ਨਹੀਂ ਮੰਨਦੇ ਉਹ ਵਜ੍ਹਾ ਤੱਕਣੀ ਹੈ ਨਾ। ਉਦਾਰੀ ਗੱਲ ਸਿਆਕਤ ਬਾਗ ਤੇ ਹੀ ਦੱਸਦਾ ਹੈ ਕਿ ਉਹ ਗੱਲ ਉੱਤੇ ਇਹੀ ਹੋ ਰਹੀ ਸੀ, ਵਜ੍ਹਾ ਇਹ ਹੋਈ ਹੈ, अजीसा भी गाली हो रही है और यही इसी वजह से तो कह रहे हैं। ये जो अलीम भाई आपकी बराडो पे ये बंदा बैठा होता है, मोहम्मद नाम की इसकी आईडी है, ये बड़ी गुस्ताखी करता है, बड़ी गालियां देता है, इसको आप कोई पैगाम दे
यार मैंने तो इसको ब्लॉक कर दिया था, मैंने तो इसको म्यूट कर दिया, बल्कि ब्लॉक कर दिया हुआ था। पता नहीं है कौन है, मुझे नहीं पता। ये अहमदी नहीं, मैं बता रहा हूँ, मेरी कुछ मुरब्बियान से बात हुई थी, उन्होंने कहा ये अहमदी हो ही नहीं सकते, गैर अहमदी है, सारे अहमदी बन के आए हैं। कसम से बाखुदा हलफन कहता हूँ मैं, अल्लाह की कसम, मुझे यही तो कहा फिर ये गया आपकी अल्लाह की बराडों कसम पे से कि ये बैठा हुआ अहमदी नहीं है। दलीलें भी दे रहा होता है। मैं आपको सही नहीं, मैं आपको कसम खुदा की ये सही कहता हूँ, मुझे नहीं पता इनका, मैं इनके बारे में बात नहीं कर रहा, मुझे, मैं जानता नहीं हूँ इनको, कसम से मैं नहीं जानता। मैं वैसे भी टिकटॉक पे कम आता हूँ, मैं बड़ी थोड़ा टाइम के लिए कभी 1-2 ब्रॉड पे चला जाता हूँ, लेकिन मैं नहीं ये जानता जो ये आप इन भाई कह को, रहे ये भाई हैं, कौन है, ये जो लेकिन आप मुझे कसम से ये कहा कि एक ये और अहमदी नहीं है जो इस तरह की बातें टीका करते हैं। लगाने की कोशिश की है, ये गैर अहमदी हैं। कौन से गैर अहमदी हैं? भाई मैं आपको, आपने मेरी फिक्रे मेरे गौर से नहीं सुनते, मैं हमेशा ही कहता हूँ कि मेरी बात गौर से सुना करो, फिर बात होगी। मैंने ये कहा है कि मैंने ये बात की है, मुझे ये बताया गया है कि भाई बहुत से गैर अहमदी हैं जो अहमदी बन के अहमदियों को बदनाम करने की कोशिश करते हैं, ये इनका नासिर दिमाग से भट्ट, कोई तल्लुक नहीं है, अली ये गैर अकबर, अहमदी है। सुन ले, मुबशर रजा, ये गैर अगली अहमदी बात हैं भी कि सुन ले। अहमदी हैं? इसकी वजह ये है, मैं ये भी आपको आज पहली दफा ऑनर बता रहा हूँ, पहली दफा मैं बता रहा हूँ, आप अरे सुनिएगा। मैंने ये नहीं पूछा अली साहब, मुझे जो आप बता मैं रहे हैं वो मैंने पूछा नहीं है। जो आप बता रहे हैं ना वो मैं मैंने पूछा नहीं है। मैं कह रहा हूँ मुबशर रजा, इरफान जट, ये मोहम्मद नाम, सुबहान अल्लाह, ये अपना अहमद जट, ये अली अकबर, ये अहमदी हैं गैर अहमदी हैं? देखिए, आप मुझसे वो सवाल कर रहे हैं जिसका क्लेम मैंने नहीं किया। और जिसका आपको पता नहीं है, जिसका आप आप जवाब नहीं बात देंगे। सुनते नहीं अब आप वो मुझे है ना, वो जवाब देंगे जो मैंने मैं पूछा नहीं अपना है। जी सुनते देते हैं। देखिए, आप वो सवाल कर रहे हैं जिसका जवाब मैंने दिया ही नहीं है, और जो आप मेरे मुझे मौक़िफ़ वो नहीं है, जवाब देंगे जो मैंने जो मेरे पूछा मौक़िफ़ ही नहीं नहीं है। है, उसके ऊपर आप मुझे क्रॉस आप टॉक कर रहे मुझे हैं। आप आप मुझे उस सवाल का जवाब देंगे। आप ਬਲਾਲ ਨੀਮ देखिए, ਸਾਹਿਬ ਇਹ ਦੱਸੋ ਇਹ ਸਾਡਾ ਵੀ ਸਵਾਲ ਲੈ ਲਓ ਹੁਣ चले दुरुस्त बात होगी आपकी। ਸੀਕਰ ਕੌਣ अब ਹੈ मुझे जरा ਅਹਿਮਦੀ ਹੈ ਸੀਕਰ थोड़ी सी बात ਅਹਿਮਦੀ करने ਹੈ दें। ਸਿਆਲ ਝੰਗਲ ਅਹਿਮਦੀ ਹੈ नहीं, अली अकबर अहमदी है। हाँ, सही ਨਹੀਂ कह रहे हैं, ਨਹੀਂ ਸੀਕਰ सही कह ਅਹਿਮਦੀ रहे हैं आप। ਹੈ ਸਿਆਲ ਝੰਗਲ ਅਹਿਮਦੀ ਹੈ ਦੱਸੋ ਹਾਂ ਜਰਾ नहीं, वो गैर अहमदी ने। नहीं नहीं, कोई अहमदी नहीं है वो, ਤੇ अहमदी ਫੇਰ नहीं है वो, फिर की बिल्कुल अहमदी नहीं है। ਫੇਰ ਕੀ ਤੁਹਾਨੂੰ ਨਹੀਂ ਪਤਾ ਉਹਨਾਂ ਕੀ ਕੀਤਾ की कीता? ਉਹਨਾਂ ਗੁਸਤਾਖੀ ਨਹੀਂ ਕੀਤੀ ਸਿਆਲ ਝੰਗਾ ਨੇ ਕੀ ਕਿਹਾ ਤੁਹਾਨੂੰ ਨਹੀਂ ਪਤਾ ਹੁੰਦਾ ਅਸੀਂ ਦਰਾ ਕੇ ਦੱਸੀਏ ਇਹ ਜਿਹੜਾ ਅਲੀ ਅਕਬਰ ਨੇ ਕਿਹਾ ਸੀ ਵੀ ਮਿਰਜ਼ਾ ਅਸੀਂ ਸਾਹਿਬ ਦੇ ਦਰਾ ਸੌਦੇ ਕੇ ਤੇ ਚੜੋ, ਦੱਸੀਏ ਜਿਹੜਾ ਕਹਿੰਦਾ ਵਾ ਅਸੀਂ ਕਿ ਦਰਾ ਮਿਰਜ਼ਾ ਕੇ ਸਾਹਿਬ ਦੇ, ਦੱਸੀਏ ਮੈਂ ਦੁਹਰਾਨਾ, ਅਲੀ ਅਕਬਰ ਨੇ ਕਿਹਾ ਸੀ ਕਿ ਮਿਰਜ਼ਾ ਸਾਹਿਬ ਦੇ ਮੈਂ ਸੌਦੇ ਤੇ। ਕਿਹਾ ਵੇ ਜਿਹੜਾ ਉਹਨੇ ਜਿੱਥੇ ਉਹਨੇ ਵਾੜਿਆ ਸੀ, ਜਿੱਥੇ ਉਹਨੇ ਸੈਣਾ ਨੂੰ ਕਿਹਾ ਸੀ, ਉਹ ਯਾਰ ਕੀ ਇੱਕ ਉਹ ਮਿੰਟ। ਕਹਿਣਾ ਹੱਕ ਬਣਦਾ ਸੀ ਉਹਦਾ ਜੋ ਅਲੀ ਅਕਬਰ ਨੇ ਕਿਹਾ ਉਹ ਸੀ ਵੀ ਕਿ- ਜਿਹੜਾ ਆਂਦਾ ਹੈ ਉਹ ਮਿਰਜ਼ਾ ਕਿਹਦੀ- ਸਾਹਿਬ ਦੇ ਉਹ ਸੌਦੇ ਤੇ ਚੜ ਕਿਹਦੀ- ਜਾਂਦਾ ਉਹ ਹੈ, ਕਿਹਦੀ ਸੁੰਨਤ ਪੇਸ਼ ਇਹ ਗੱਲ ਕੀਤੀ ਠੀਕ ਹੈ? ਉਹਨੇ ਸਿਆਲ ਝੰਗ ਵਾਲੇ ਨੇ ਮੈਂ ਕਹਿਣਾ ਵਾਂ ਕਿ ਇਹ ਜਿਹੜਾ ਨੇ ਕਿਹਾ ਸੀ ਅਲੀ ਅਕਬਰ ਨੇ ਵੀ ਜਿਹੜਾ ਆਂਦਾ ਮੈਂ ਮਿਰਜ਼ਾ ਸਾਹਿਬ ਦੇ ਜਿਹੜੀ ਸੌਦੇ ਗੱਲ ਤੇ ਚੜ ਪੁੱਛਣਾ ਜਾਂਦਾ ਪਿਆ ਉਹਦਾ ਹੈ, ਜਵਾਬ ਨੱਛੋ ਦੇ, ਰੰਡੀ, ਮੇਰਾ ਨੱਛੋ ਜਵਾਬ ਰੰਡੀ, ਕਿਉਂ ਨਹੀਂ ਦਿੰਦਾ ਪਿਆ ਨੱਛੋ ਮੇਰਾ ਰੰਡੀ ਜਿਹੜਾ ਜਵਾਬ ਕਿਉਂ ਕਹਿੰਦਾ ਨਹੀਂ ਪਿਆ ਦਿੰਦਾ ਸੀਗਾ ਅਲੀ ਪਿਆ? ਅਕਬਰ, ਇਹ ਠੀਕ ਸੀ? ਮੈਂ ਕਹਿਣਾ ਪਿਆ ਵਾਂ ਤੂੰ ਉਹਦਾ ਜਵਾਬ ਦੇ ਜਿਹੜਾ ਮੈਂ ਤੈਨੂੰ ਪੁੱਛਣਾ ਪਿਆ ਜਿਹੜਾ ਤੇ ਮੈਂ ਤੈਨੂੰ ਜਿਹੜਾ ਤੂੰ ਪੁੱਛਣ ਕਹਿਣਾ ਡਿਆ ਪਿਆ ਨਾ, ਇਹ ਜਿਹੜਾ ਤੂੰ ਕਹਿਣਾ ਪਿਆ ਨਾ, ਤੇ ਹੁਣੇ ਮੈਂ ਉਧਰ ਨੂੰ ਤੁਰ ਪੈਣਾ, ਫਿਰ ਕਿੱਧਰ ਨੂੰ ਤੁਰ ਪੈਣਾ ਵਾ? ਤੈਨੂੰ ਦੱਸ ਦਿਆਂਗਾ ਫਿਰ ਮੈਂ ਕਿੱਧਰ ਨੂੰ ਜ਼ਾਬ ਤੁਰਨਾ। ਦਜਾਲ ਦਿਆ ਪੈਰੋਕਾਰਾ, ਉਹ ਔਰ ਤੇਰੀ ਜ਼ੰਦੀਕਾ, ਭੈਣ ਉਹ ਨੂੰ ਆਲਾ, ਲਈਨਾ, ਤੈਨੂੰ ਆਲਾ ਉਹ ਤੇਰੀ ਭੈਣ ਹਰਾਮੀਆਂ, ਦੇ ਫੁੱਦੇ ਦੇ ਉਹ ਵਿੱਚ ਲੁੱਲ, ਕਜ਼ਾਬ ਦਜਾਲ ਦੇ ਆਲਾ ਪੈਰੋਕਾਰ, ਤੇਰੀ ਭੈਣ ਦੇ ਉਹ ਮਿਰਜ਼ਾ ਫੁੱਦੇ ਦੇ ਲੁੱਲ, ਕਜ਼ਾਬ ਦਜਾਲ ਮੌਲਾਨਾ ਦੇ ਸ਼ਾਹ ਪੈਰੋਕਾਰ, ਨਰਾਨੀ ਦੀ ਧੀ ਦੇ ਉਹ ਛੋਟੇ ਲਾਂਤੀ, ਦੇ ਉਹ ਲੁੱਲ, ਜ਼ੰਦੀਕ, ਉਹ ਉਹ ਸ਼ਾਹ ਨਰਾਨੀ ਦੀ ਖਬੀਸ, ਭੈਣ ਦੇ ਉਹ ਮੂੰਹ 'ਚ ਹਰਾਮੀ, ਲੁੱਲ, ਉਹ ਕਿਸੇ ਸ਼ਾਹ ਗੰਦੀ ਨਰਾਨੀ ਦੀ ਜ਼ਰੀਅਤ, ਭੈਣ ਦੇ ਮੂੰਹ ਉਹ 'ਚ ਇਬਨ ਲੁੱਲ, ਅਲ ਬਗਾ ਜਾਂ ਸ਼ਾਹ ਇਬਨ ਅਲ ਨਰਾਨੀ ਦੀ ਬਗਾ, ਭੈਣ ਦੇ ਮੂੰਹ 'ਚ ਮਿਰਜ਼ਾ ਲੁੱਲ, ਗੁਲਾਮ ਅਹਿਮਦ ਹੁਣ ਦੱਸ ਕਾਦੀਆਨੀ ਦੀ ਗੰਦੀ ਤੇਰੀ ਜ਼ਰੀਅਤ, ਭੈਣ ਦੇ ਹਰਾਮ ਮੂੰਹ 'ਚ ਜ਼ਾਦਿਓ, ਲੁੱਲ ਪਾਵਾਂ। ਓਏ ਕੰਜਰੋ, ਬਗੈਰ ਤੋਂ। ਮਰਦੋਟੇ ਇਹ ਤਲੀਮ ਆਪਣੀ ਲੈ ਜਾ, ਪਰਾਂ ਦਫਾ ਹੋ ਜਾ ਤੂੰ। ਟਕੇ ਦਾ ਬੰਦਾ ਨਹੀਂ ਉੱਤੇ ਚਾੜ ਲਿਆ ਤੁਸੀਂ ਯਾਰ। ਛਿੱਤਰ ਮਾਰੋ ਇਹ ਇਹਨੂੰ, ਨੋ ਐਵੇਂ ਮੋਬਾਈਲ ਨੇ, ਨੋ ਖੜਿਆ ਕਰਨ ਮੋਬਾਈਲ ਲੱਗੇ ਨੇ। ਨਹੀਂ ਇਹ ਨੋ ਮੋਬਾਈਲ ਨੇ, ਇਹ ਬੜੇ ਅੱਛੇ ਬੰਦੇ ਨੇ। ਬਲਾਲ ਭਾਈ ਇੱਕ ਅਸੂਲ ਮੇਰਾ ਯਾਦ ਰੱਖ ਲੋ ਬਲਾਲ ਭਾਈ, ਇੱਕ ਅਸੂਲ ਪੱਲੇ ਬੰਨ ਲੋ, ਮਰਜ਼ੌਟਿਆਂ ਦਾ ਕੋਈ ਹੱਕ ਨਹੀਂ ਕਿ ਉਹ ਮੁਸਲਮਾਨਾਂ ਨੂੰ ਆ ਕੇ ਸ਼ਾਤਮੀਅਤ ਦੇ ਬਾਰੇ ਕੋਈ ਸਵਾਲ ਕਰਨ, ਕਿਉਂਕਿ ਮਰਜ਼ੌਟੇ ਤੇ ਹੈ ਨਹੀਂ ਗੈਰ ਮੁਸਲਮ ਨੇ। ਇਹ ਕਿਸੇ ਦਾ ਵੀ ਨਾਂ ਨਹੀਂ ਲੈ ਸਕਦੇ, ਸੀਕਰ ਹੋਵੇ, ਸਿਆਲ ਜੰਗ ਵਾਲਾ ਹੋਵੇ, ਤੀਜਾ ਹੋਵੇ, ਚੌਥਾ ਹੋਵੇ, ਕਿਸੇ ਦੇ ਬਾਰੇ ਵੀ ਇਹ ਸਵਾਲ ਨਹੀਂ ਕਰ ਸਕਦੇ, ਕਿਉਂਕਿ ਇਹ ਤੇ ਨਾਨ ਮੁਸਲਮ ਨੇ। ਉਹ ਫਿਰ ਕਾਲ ਪਾਉਂਦਾ ਪਿਆ ਯਾਰ, ਇਹ ਕੀ ਬੰਦਾ ਆਂਦਾ ਪਿਆ ਤਾਂ ਉਹਨਾਂ ਲਿਆਓ ਮੈਨੂੰ, ਇਹਨੂੰ ਤੇ ਚੁੱਕੋ, ਮੈਨੂੰ ਤਬੀਅਤ ਦੀ ਰਸ ਕਰ ਖਲੋ ਜੋ। ਅੱਛਾ ਜੀ, ਇਹ ਸਵਾਲ ਮੁਸਲਮਾਨਾਂ ਨਾਲ ਹੋ ਸਕਦਾ ਇਹ ਮੁਸਲਮਾਨ ਦਾ ਫਤਵਾ ਤੁਸੀਂ ਦੇਣਾ ਵੀ ਜਾਂ ਜਿਹੜਾ ਮੁਸਲਮਾਨ ਨੇ
ਹੈ ਮੁਸਲਮਾਨਾਂ ਦਾ ਫਤਵਾ ਤੁਸੀਂ ਦੇਣਾ, ਕਿਹੜਾ ਮੁਸਲਮਾਨ ਤੇ ਕਿਹੜਾ ਕਾਫਰ ਏ? ਹਾਂ ਤੇ ਹੋਰ ਕਿਹਨੇ ਦੇਣਾ? ਤੇਰੇ ਅੱਬੇ ਨੇ ਦੇਣਾ? ਉਹ ਤੂੰ ਤਾਂ ਸੂਰ ਏ, ਸੂਰ ਇੱਕ ਨੰਬਰ ਦਾ ਭਾਬੀ, ਸੂਰਾਂ ਦੇ ਸੂਰ ਨੇ। ਉਹਨੇ ਕਿਹਾ ਨਹੀਂ, ਮਿਰਜ਼ੇ ਦਜਾਲ ਨੇ ਲੋਕਾਂ ਨੂੰ ਦੱਸਣਾ ਵੀ ਜਿੰਨੀ ਮੇਰੀ ਬੈਤ ਨਹੀਂ ਕੀਤੀ। ਨੇ ਕਿਹਾ ਵੀ ਭਾਬੀ ਸੂਰਾਂ ਦੇ ਸੂਰ ਨੇ। ਮਿਰਜ਼ਾ ਕਾਦੀਆਨੀ ਦਜਾਲ ਤੇ ਆਪ ਕਾਫਰ ਹੈ, ਦਾਰੇ ਇਸਲਾਮ ਤੋਂ ਖਾਰਜ ਹੈ। ਉਹਨੇ ਲਾਨਤੀ ਦਜਾਲ ਨੇ ਲੋਕਾਂ ਦੇ ਇਸਲਾਮ ਦਾ ਫੈਸਲਾ ਕਰਨਾ ਹੈ। ਭਾਬੀ ਸੂਰਾਂ ਉਹ ਮਿਰਜ਼ੇ ਦਜਾਲ ਨੂੰ ਤੇ ਅੱਗੇ ਮੁਸਲਿਮ ਉਮਤ ਨੇ ਕੱਢਿਆ। ਉਸ ਦਜਾਲ ਦੀ ਉਮਤ ਨੇ ਆ ਕੇ ਲੋਕਾਂ ਨੂੰ ਇਹ ਸਵਾਲ ਕਰਨਾ ਹੈ ਵੀ ਫਲਾਣਾ ਜਿਹੜਾ ਉਹਨੇ ਸ਼ਾਤਮੀਅਤ ਕੀਤੀ ਹੈ ਜਾਂ ਨਹੀਂ ਕੀਤੀ ਹੈ। ਉਹ ਲਾਂਤੀਓ, ਤੁਹਾਨੂੰ ਇਹ ਯਕੀਨ ਨਹੀਂ ਪਿਆ ਆਉਂਦਾ ਹੈ? ਭਾਬੀ ਸੂਰਾਂ ਦੇ ਸੂਰ ਉਹ ਮਰਜ਼ੋਟਿਓ, ਤੁਹਾਨੂੰ ਕਿਉਂ ਨਹੀਂ ਯਕੀਨ ਪਿਆ ਆਉਂਦਾ ਕਿ ਤੁਸੀਂ ਦਾਇਰਾ ਇਸਲਾਮ ਤੋਂ ਖਾਰਜ ਹੋ? ਉਹ ਲਾਂਤੀਓ, ਉਹ ਮਰਜ਼ੋਟਿਓ, ਉਹ ਦਫਾ ਹੋ ਜਾਓ, ਨਿਕਲ ਜਾਓ ਇਸਲਾਮ ਉਮਤ ਚੋਂ। ਉਹ ਨਾ ਲੋ ਤੁਸੀਂ, ਉਹ ਦਜਾਲ ਦੇ ਪੈਰੋਕਾਰੋ, ਓਏ ਦਿਮਾਗ 'ਚ ਗੱਲ ਵੜਨ ਦੋ। ਇੱਕ ਨੰਬਰ ਦੇ ਸੂਰ ਉਹ ਮਰਜ਼ੋਟਿਓ, ਉਹ ਮਰਜ਼ੋਟਿਓ, ਗੱਲ 'ਚ ਵੜਨ, ਦਿਮਾਗ 'ਚ ਵੜਨ ਦੋ ਗੱਲ। ਉਹ ਮਰਜ਼ੋਟਿਓ, ਉਹ ਦਿਮਾਗ 'ਚ ਗੱਲ ਵੜਨ ਦੋ ਮਰਜ਼ੋਟਿਓ। ਆਮਨ ਨਜ਼ੀਰ ਸਾਹਿਬ ਉੱਚਾ ਉਹ ਕਿੱਥੋਂ ਤੁਸੀਂ ਮਰਜ਼ੋਟੇ ਆ ਗਏ ਹੋ? ਤੁਹਾਡੇ ਸਿਰ 'ਚ ਕੋਈ ਗੱਲ ਵੜਦੀ ਨਹੀਂ ਹੈ। ਮਸਲਾ ਕੀ ਹੈ ਤੁਹਾਡੇ ਸਿਰ 'ਚ? ਮਤਲਬ ਉਹਨਾਂ ਲੋਹੇ ਦਾ ਕਿਹੜਾ ਚਾਰੇ ਮਸਰੂਰ ਨੇ ਤੁਹਾਡੇ ਉੱਚਾ ਬੋਲਣ ਨਾਲ ਸੱਚਾਈ ਹੁੰਦੀ ਸਿਰ 'ਚ ਕੋਈ ਸ਼ਾਇਦ ਵੜਨ ਦੋ। ਤੁਸੀਂ ਮਰਜ਼ੋਟੇ ਹੋ, ਤੁਹਾਡਾ ਇਸਲਾਮ ਨਾਲ ਕੋਈ ਤਲਕ ਨਹੀਂ ਹੈ। ਤੁਹਾਡਾ ਕੋਈ ਹੱਕ ਨਹੀਂ ਮਰਜ਼ੋਟਿਆਂ ਦਾ ਕਿ ਤੁਸੀਂ ਮੁਸਲਮਾਨਾਂ ਨੂੰ ਕੋਈ ਸ਼ਾਤਮੀਅਤ ਦੇ ਬਾਰੇ ਕੋਈ ਸਵਾਲ ਕਰੋ। ਤੁਸੀਂ ਮਰਜ਼ੋਟੇ ਹੋ। ਮੁਸਲਮਾਨ ਨੂੰ ਪੁੱਛ ਸਕਦਾ ਹੈ ਕਿ ਫਲਾਣੇ ਨੇ ਤੋਹੀ ਨਮੇਜ਼ ਕਲਮਾ ਬੋਲਿਆ, ਇਹ ਚੰਗਾ ਨਹੀਂ ਬੋਲਿਆ, ਗੁਸਤਾਖੀ ਹੈ। ਮੁਸਲਮਾਨ ਪੁੱਛ ਸਕਦਾ ਹੈ। ਮਰਜ਼ੋਟਿਆਂ ਦਾ ਕੀ ਹੱਕ ਹੈ ਪੁੱਛਣਾ? ਫਿਰ ਤੁਹਾਡੇ ਵੱਡੇ ਵੱਡੇ ਮੌਲਵੀ ਕਿਉਂ ਪੁੱਛਦੇ ਰਹੇ ਨੇ? ਮੁਹੰਮਦ ਹੁਸੈਨ ਬਟਾਲਵੀ ਕਿਉਂ ਪੁੱਛਦਾ ਰਿਹਾ? ਕਿਹਦੇ ਕੋਲੋਂ? ਮੁਹੰਮਦ ਹੁਸੈਨ ਬਟਾਲਵੀ ਮੁਨਾਜ਼ਰਾ ਨਹੀਂ ਕਰਦਾ ਰਿਹਾ? ਕਿ ਮੁਹੰਮਦ ਹੁਸੈਨ ਬਟਾਲਵੀ ਮਿਰਜ਼ਾ ਕਾਦੀਆਨੀ ਨੂੰ ਦਜਾਲ ਮੰਨਦਾ ਸੀ? ਮੁਹੰਮਦ ਹੁਸੈਨ ਬਟਾਲਵੀ ਨੇ ਤਾਂ ਮਿਰਜ਼ਾ ਕਾਦੀਆਨੀ ਨੂੰ ਪੂਰੀ ਦੁਨੀਆ ਦੇ ਉੱਤੇ ਦਜਾਲ ਮਸ਼ਹੂਰ ਕੀਤਾ ਹੈ। ਨਹੀਂ ਤੇ ਮੁਹੰਮਦ ਹੁਸੈਨ ਬਟਾਲਵੀ ਤੇ ਇਹ ਤੁਹਾਨੂੰ ਸ਼ੱਕ ਹੈ ਕਿ ਉਹ ਤੁਹਾਨੂੰ ਮੁਸਲਮਾਨ ਮੰਨਦਾ ਸੀ? ਉਹਨੇ ਤੁਹਾਡੇ ਮੱਥੇ ਤੇ ਸਟicker ਲਾਇਆ ਹੈ। ਉਹਨੇ ਲਾਨਤ ਪਾ ਕੇ ਤੁਹਾਡੇ ਤੇ ਤੁਹਾਨੂੰ ਦਾਇਰਾ ਇਸਲਾਮ ਚੋਂ ਕਢਵਾਇਆ ਤਮਾਮ ਉਲਮਾਏ ਕੋਲੋਂ। ਉਹ ਮਿਰਜ਼ਾ ਕਾਦੀਆਨੀ ਦੀ ਕਬਰ ਤੇ ਜਾ ਕੇ ਪੁੱਛੋ। ਮਿਰਜ਼ਾ ਕਾਦੀਆਨੀ ਦਜਾਲ ਕਹਿੰਦਾ ਕਿ ਇਹ ਸ਼ੇਖ ਬਟਾਲਵੀ ਜਿਹੜਾ ਇਹ ਇਮਾਮ ਉਲ ਮੁਕੱਫਰੀਨ ਹੈ, ਇਹਨੇ ਤਕਫੀਰ ਦੀ ਬੁਨਿਆਦ ਰੱਖੀ ਹੈ। ਉਹਨੂੰ ਜਾ ਕੇ ਕਬਰ ਤੇ ਜਾ ਕੇ ਪੁੱਛੋ। ਕੋਈ ਹਾਲ ਨਹੀਂ। ਬੇਸ਼ਰਮ ਤੇ ਢੀਠ ਕੌਮ ਅੱਗੂ ਯਬ ਹੁਣ ਕੰਧਾਂ ਮੂੰਹ ਕਰਕੇ ਗੱਲਾਂ ਕਰੀ ਜਾਣਗੇ। ਦੂਸਰੀ ਐਸੇ ਬੇਸ਼ਰਮ ਤੇ ਬੇਗੈਰਤ ਨੇ। ਕਹਿੰਦੇ ਨੇ ਉਹ ਮਰਜ਼ੋਟਿਓ, ਉਹ ਤੁਹਾਡਾ ਇਸਲਾਮ ਨਾਲ ਕੋਈ ਤਲਕ ਨਹੀਂ ਹੈ। ਗੱਲ ਸਿਰ 'ਚ ਵੜਨ ਦੋ। ਉਹ ਤੁਸੀਂ ਕਾਫਰ ਹੋ। ਉਹ ਮਰਜ਼ੋਟਿਓ, ਤੁਸੀਂ ਦਾਇਰਾ ਇਸਲਾਮ ਤੋਂ ਖਾਰਜ ਹੋ। ਅਕਲ ਇਸਤੇਮਾਲ ਕਰ ਲੋ। ਉਹ ਬੋਲੀ ਜਾਏਗਾ। ਐਸੇ ਬਿਮਾਰ ਮਰਜ਼ਈ ਮੱਥੇ ਲੱਗੇ ਨੇ। ਉਹ ਦਫਾ ਹੋ ਜਾਓ, ਨਿਕਲ ਜਾਓ ਇੱਥੋਂ। ਉਹ ਮਰਜ਼ੋਟਿਓ, ਉਹ ਨਿਕਲ ਜਾਓ ਇਸਲਾਮ 'ਚ ਲਾਂਤਿਓ। ਜਿੰਨਾ ਚੀਕੇਗਾ ਉਹ ਮਿਰਜ਼ੇ ਦਜਾਲ ਨੂੰ ਲੈ ਕੇ ਨਿਕਲ ਜਾਓ। ਮਿਰਜ਼ੇ ਨੂੰ ਦਜਾਲ ਹੀ ਲੋਕਾਂ ਆਖਣਾ ਜੇ। ਉਹਨੂੰ ਲੋਕਾਂ ਨੇ ਕਜ਼ਾਬ ਹੀ ਆਖਣਾ ਨੇ। ਝੂਠਾ ਨਬੂਵਤ ਦਾ ਦਾਅਵਾ ਕੀਤਾ ਹੈ। ਉਸ ਲਾਂਤੀ ਕੋਲੋਂ ਤੁਸੀਂ ਕੀ ਉਹਦੇ ਕੋਲ ਲਿਆ? ਉਹਦੀ ਵਜ੍ਹਾ ਨਾਲ ਤੁਸੀਂ ਮੁਸਲਮਾਨਾਂ ਦੇ ਛਿੱਤਰ ਖਾਂਦੇ ਹੋ ਸਵੇਰ ਤੋਂ ਲੈ ਕੇ ਸ਼ਾਮ ਤੱਕ ਤੁਸੀਂ ਆਪਣਾ ਟੋਕਰਾ ਭਰ ਕੇ ਖਾਂਦੇ ਹੋ। ਮੈਨੂੰ ਦੱਸੋ ਤੁਹਾਨੂੰ ਕੀ ਫਾਇਦਾ ਹੋਇਆ? ਉਸ ਦਜਾਲ ਦੇ ਪਿੱਛੇ ਲੱਗ ਕੇ ਘਰੋਂ ਘਰ ਗਵਾਇਆ, ਬਾਹਰੋਂ ਭੜਵਾ ਖਵਾਇਆ। ਲੱਖ ਦੀ ਲਾਹਨਤ ਇਸ ਕੌਮ ਦੇ ਉੱਤੇ। ਔਰ ਲੱਖ ਦੀ ਲਾਹਨਤ ਤੁਹਾਡੇ ਮਿਰਜ਼ਾਈਆਂ ਦੇ ਉੱਤੇ। ਤੁਹਾਨੂੰ ਇੰਨੀ ਨਹੀਂ ਗੱਲ ਸਮਝ ਕੇ ਆਉਂਦੀ ਕਿ ਮਿਰਜ਼ਾ ਦਜਾਲ ਨੇ ਤੁਹਾਡਾ ਬੇੜਾ ਗਰਕ ਕਰ ਛੜਿਆ। ਇਹ ਤੁਹਾਨੂੰ ਸ਼ੱਕ ਪੈਂਦਾ ਕਿ ਤੁਸੀਂ ਮੁਸਲਮਾਨ ਹੋ। ਇਹ ਆਪਣੇ ਆਪ ਨੂੰ ਮੁਸਲਮਾਨ ਹੈ। ਦੇਖੋ ਬੋਲੀ ਜਾਏਗੀ ਟੀਵੀ ਪਾਨ ਕੀਤੀ ਹੈ। ਹਰੇ ਟੀਵੀ ਪਾਨ ਕਰਕੇ ਤਾਂ ਸਹੀ ਲਾਂਤੇ ਨੇ। ਮੌਲਾਨਾ ਖਾਦਮ ਰਿਜ਼ਵੀ ਉਹ ਮਿਰਜ਼ਾ ਦਜਾਲ ਦੇ ਪੈਰੋਂ ਕਰੇ ਦੂਜੇ ਦੀ ਵੀ ਸੁਣ ਲੈ। ਐਸਾ ਕੋਈ ਕਜ਼ਾਬ ਦਜਾਲ ਦੇ ਪੈਰੋਂ ਖੁਦਾ ਦੀ ਕਸਮ। ਜਿੰਨਾ ਮਿਰਜ਼ਾ ਗੁਲਾਮ ਕਾਦੀਆਨੀ ਦੇ ਸਿਰ 'ਚ ਛਿੱਤਰ ਨਾ ਗੂੰ ਦੇ ਭਰ ਕੇ ਮਾਰੀ, ਇਹਨਾਂ ਨੂੰ ਸਕੂਨ ਨਹੀਂ ਆਉਂਦਾ। ਹੁਣ ਸਾਰਾ ਦਿਨ ਸਾਡਾ ਲੰਮਾ ਚੰਗਾ ਭਲਾ ਲੰਘਿਆ ਹੈ। ਉਹ ਆ ਗਿਆ ਸ਼ਾਮ ਨੂੰ ਵੀ ਮਿਰਜ਼ਾ ਗੁਲਾਮ ਕਾਦੀਆਨੀ ਕਜ਼ਾਬ ਦਜਾਲ ਨੂੰ ਤੁਸੀਂ ਕਿਉਂ ਨਹੀਂ ਕੁਛ ਆਖਿਆ? ਉਹ ਆਇਆ ਤੂੰ ਗਾਲਾਂ ਪਹੁੰਚ ਰਿਹਾ। ਲੇਕਿਨ ਇਹ ਬਗੈਰਤਾ ਨੂੰ ਸ਼ਰਮ ਨਹੀਂ ਆਉਂਦੀ। 70 ਸਾਲ ਤੋਂ ਕਿਸੇ ਕਜ਼ਾਬ ਦਜਾਲ ਦੀ ਗੰਦੀ ਜ਼ਰੀਅਤ। ਉਹ ਯਾ ਇਬਨ ਬਗਾ ਕੰਜਰੀਆਂ ਦੀ ਔਲਾਦੋ, ਉਹ ਰੰਡੀਆਂ ਦੀ ਔਲਾਦੋ, ਉਹ ਹਰਾਮਜ਼ਾਦੇ, ਉਹ ਫਾਸਕੋ, ਉਹ ਬੇਗੈਰਤੋ। ਅੱਲਾ ਦੀ ਤਾਈਦ ਸਾਡੇ ਨਾਲ ਹੈ। ਅੱਲਾ ਦੀ ਤਾਈਦ ਸਾਡੇ ਨਾਲ ਹੈ। ਇਤਨੀ ਕੋਈ ਬੇਗੈਰਤ ਹੋ, ਇਤਨੀ ਕੋਈ ਕਿਹੜੀ ਤਾਈਦ ਤੁਹਾਡੇ ਨਾਲ ਹੈ? ਇਹ ਨਿਦਾ ਨਸਰ ਵੀ ਕਹਿੰਦੀ ਹੈ ਸਾਡੇ ਘਰ ਜ਼ਨਾ ਪਿਆ ਹੁੰਦਾ। ਅੱਲਾ ਦੀ ਤਾਈਦ ਹੈ। ਅੱਲਾ ਦੀ ਤਾਈਦ ਹੈ ਮੇਰੇ ਨਾਲ ਜੇ। ਦੂਸਰੀ ਬਰਾੜ ਉਹ ਗੱਲ ਤੇ ਸੁਣ। ਓਏ ਗੱਲ ਸੁਣ। ਤੈਨੂੰ ਫਾਈਟਰ ਕਹਿੰਦੇ ਆ ਲਾਓ ਫੋਟੋ।
ਤੈਨੂੰ ਫਾਈਟਰ ਨੇ ਛਿੱਤਰ ਫੇਰੇ ਨੇ ਜਾਨਾ ਤਾਂ ਤੇਰੀ ਫੋਟੋ ਮੇਰੇ ਕੋਲ ਸੇਵ ਹੈ। ਲਾਵਾ ਮੈਂ ਲਾਵਾ ਤੇਰੀ ਫੋਟੋ। ਉਹ ਤੇ ਫਿਰਕੇ ਨੇ, ਉਹ ਤੇ ਜਮਾਤਾਂ ਨੇ, ਉਹ ਤੇ ਇੱਕ ਦੂਜੇ ਨੂੰ ਕਹਣ ਉਹ ਲਾਂਤੀਓ ਤੁਹਾਡਾ ਤੇ ਹਰ ਮਰਜ਼ਾਈ ਦੂਜੇ ਮਰਜ਼ਾਈ ਨੂੰ ਕਾਫਰ ਕਹਿੰਦਾ ਪਿਆ। ਆਪਸ ਦੇ ਵਿੱਚ ਬੇਸ਼ਰਮੋ ਉਹ ਮਰਜ਼ੋਟਿਓ, ਉਹ ਤੁਸੀਂ ਤੇ ਹਰ ਇੱਕ ਮਰਜ਼ੋਟਾ ਦੂਜੇ ਮਰਜ਼ੋਟੇ ਨੂੰ ਕਾਫਰ ਕਹਿੰਦਾ ਪਿਆ। ਤੁਸੀਂ ਵੀ ਕਿਸੇ ਨੂੰ ਤਾਨਾ ਦੇਣ ਜੋਗੇ ਬੇਸ਼ਰਮੋ ਬੇਗੈਰ ਤੋਂ ਬੋਲ ਕੇ ਬੰਦਾ और दफा हो जाओ, निकल जाओ मुसलमाना चो जाके परा किरे हिंदुआ नु जाके तबलीग करो। ओदी क्रिश्चियन दी तबलीग हिंदुआ नु करो। लानतियो मुसलमाना दी जान छड्डो और दफा हो मरजोटिया आ गंदिया मरजैया ਨਜ਼ੀਰਿਆ ਨਜ਼ੀਰਿਆ ਉੱਚਾ ਬੋਲ ए मिर्जा नु पिया नजीरिया मिर्जा नु नजीरा पिया मिर्जा पिया दुनिया में नजीर आया। और मिर्जा नजीरा ना आख ये तो मिर्जा आंदा दुनिया में एक नजीर आया। एक आमर नजीर गुजर आया और मिर्जाइयों ने उसे कबूल ना किया। अल्लाह आमर मिर्जा दा नाम याद रख, दुनिया में एक नजीर आया। नजीर नु नजीरा ना आखी, नजीर नु नजीरा ना आखी। गल सुन ते तीसरी बराड़ ते ओ जेड़ा फाइटर है उन्हें तेरी टंगी है फोटो ਤੇ ਉਹ ਕਹਿੰਦਾ ਉਹ ਬੇਗੈਰਤ ਹੈ ਜਿਹਨੇ ਮਸੀਹ ਮੌਤ ਦੀ ਤੋਹੀਨ ਕਰਵਾਈ ਹੈ। ਉਹ ਪਾਗਲ ਹੋ ਗਏ ਹੋ। ਹੈਲੋ ਇੱਕ ਹੋਰ ਆ ਗਏ। ਉਹ ਕਜ਼ਾਬ ਦਜਾਲ ਦੇ ਪੈਰੋਕਾਰ ਨੂੰ ਕਜ਼ਾਬ ਦਜਾਲ ਦਾ ਪੈਰੋਕਾਰ ਹੀ ਲੜਾ ਨਾ ਹੋਰ ਸੀ ਨੂੰ ਕੀ ਆਖੀਏ। ਬਚਪਨ ਚ ਮਦਰਸੇ ਰੇਪ ਹੋਇਆ ਸੀ ਜਿੰਨ ਤਮੋੜੀਆਂ ਛਿੜ ਗਈਆਂ ਨੇ ਮਰਜ਼ੋਟਿਆਂ ਦੀਆਂ ਤਮੋੜੀਆਂ ਛਿੜ ਗਈਆਂ। ਤਮੋੜੀਆਂ ਨੇ ਕੰਮਦੇ ਇੱਕ ਤਮੋੜੀ ਮਾਰ ਕੇ ਦੂਜੀ ਤਮੋੜੀ ਨੋ ਮੋਬਾਈਲ ਬੈਠਾ ਔਰ ਦੂਜੀ ਤਮੋੜੀ ਆ ਗਈ ਜੋ ਇਹਨੂੰ ਵੀ ਮਾਰੋ ਲੈ ਕੇ ਤੂੰ ਜੁੱਤੀ ਲੈ ਕੇ ਤਮੋੜੀਆਂ ਵੀ ਮਾਰ ਬਣਾ ਇਹ ਵੀ ਤਮੋੜੀ ਮਾਰ ਹੋ ਗਿਆ। ਬਚਪਨ ਚ ਰੇਪ ਹੋਇਆ ਸੀ ਮਾਸ਼ਾਅੱਲਾ ਵੇਖਿਓ ਜ਼ਰਾ ਤਮੋੜੀ ਮਰਦੀ ਕਿ ਨਹੀਂ ਮਰਦੀ। ਇੱਕ ਮਿੰਟ ਰੱਖ ਲੋ ਯਾਦ ਰੱਖ ਨਜ਼ੀਰ ਤਮੋੜੀਆਂ ਆਉਂਦੇ ਨੇ ਆਮਦਨ ਦਾ ਰੇਪ ਹੋਇਆ ਸੀ ਜ਼ੇਨ ਚਵਾਦ ਮੈਂ ਤੇਰਾ ਰੇਪ ਕਰਾਣਾ ਹੁਣੇ ਰੁਕ ਜਾ। ਤੂੰ ਵੀ ਭਾਜੋ ਨਾਲ ਤੇਰਾ ਮੈਂ ਰੇਪ ਕਰਾਣਾ ਵਾ। ਅਸੀਂ ਤੇ ਚਲੋ ਇਹਨਾਂ ਮੁਖਾਲਫ ਉਹ ਜਿਹੜੇ ਮਿਰਜ਼ਾ ਗੁਲਾਮ ਕਾਦੀਆਨੀ ਦੇ ਨਾਲ 20 ਸਾਲ ਰਹੇ ਨੇ ਉਹ ਜਿਹੜੇ ਉਸ ਜ਼ੰਦੀਕ ਉਸ ਕਜ਼ਾਬ ਤੇ ਜਾਲ ਦੇ ਨਾਲ 20 ਸਾਲ ਰਹੇ ਉਹਨਾਂ ਦਾ ਹਾਲ ਵੇਖ ਲਓ। ਇਹ ਅਬਦੁਲ ਹਕੀਮ ਪਟਿਆਲ ਵੀ ਕਹਿੰਦਾ ਇਹ ਮਿਰਜ਼ਾ ਗੁਲਾਮ ਕਾਦੀਆਨੀ दज्जाल कज़ाब अपनी किताब में खुद लिख रहा है। कहता है कि इस अमल से अक्सर लोग वाकिफ होंगे कि डॉक्टर अब्दुल हकीम खान साहिब जो तखमीनन 20 बरस तक मेरे मुरीदों में दाखिल रहे की कहते ने चंद दिनों से मुझसे बरगश्ता होकर सख्त मुखालफ हो गए हैं। अगों उन्हें अपना रसाला लिखा, रसाले का नाम है मसीह दज्जाल जोड़ा मिर्जा गुलाम कादियानी कज़ाब दज्जाल दे नाल 20 साल रह के और उस सूअर में पहचान नहीं सके। उन्होंने जो पहचान उन्होंने क्या तो मिर्जा गुलाम कादियानी मसीह दज्जाल है। अगों के कहते ने कि उन्हें अपने रसाले मसीह दज्जाल दे विच मेरा नाम कज़ाब मक्कार शैतान दज्जाल शरीर हराम हो रखा है और मुझे खाइन और शिकम परस्त और नफ्स परस्त और मुफसिद और मुफ्तरी और खुदा परस्तरा करने वाला करार दिया है। और ऐसा कोई ऐब नहीं जो मेरे ज़म्मे नहीं लगाया। गर्ज हमने इसके हाथ से वो दुख उठाया जिसके बयान की हाजत नहीं। मियां अब्दुल हकीम साहब ने इसी पर बस नहीं की बल्कि बस दज्जाल कज़ाब दे पैरोकार हो और तुहाडे नाल जेड़ा भी बंदा लगा रहा है वो जेड़ा सी तुहाडा जो दूसरा मीर बाहर लुधियाने उन्हें मिर्जा गुलाम कादियानी कज़ाब दज्जाल नूं आख्या सी भी तू एक कमरे च मेरे नाल बंद हो ना जेड़ा झूठा होगा मर जाएगा। जिंदीको और कज़ाब दज्जाल दी नस्लो तुहाडा मिर्जा गुलाम कादियानी कज़ाब दज्जाल लानती जिथे भी गया जलील हो गए वापस खड़े। चाहे वो मसीहियां ना मत्था लाया सू चाहे मुसलमाना ना मत्था लाया सू चाहे सिखा ना तुहाडी ए कज़ाब दज्जाल दे पैरोकार तुहाडी ते ए हालत है कि तुहाडी मिर्जा गुलाम कादियानी जिहड़ी किताब है कालवन 7 वचन और तुसीं सिखां दे कोल बैठ के पढ़ नहीं सकदे। कज़ाब दज्जाल दे पैरोकार हो पूरी दुनिया में तुसीं जुत्तियां खादियां वा। तुहाडी जमात एज ए चैरिटी फाउंडेशन एज ए चैरिटी ऑर्गेनाइजेशन रजिस्टर्ड है। कज़ाब दज्जाल दे पैरोकार तुहाडी औकात की है? पाकिस्तान तुसीं कान च पैन नहीं रड़कदे औकात तुहाडी ये है ते कज़ाब दज्जाल दे पैरोकार इत्थे रोज़ चीका मारदे हो और जिंदीको लांतियो पूरी दुनिया को तुसीं लांदा खट्टियां ने ते एंड दे आके साडे इत्थे बैठ के बनेरा ते असीं ये कर लांगे तुसीं तुहाडू असीं जुत्तियां थल्ले मसल ना दईए। बारिश दे गंदे कीड़े कज़ाब दज्जाल दी नस्ल उत्ते आके साडियां बराबर दे आके बदमाशी जाओ पर दफा हो जाओ तुहाडे तो सिम्मू नहीं लाया। वो बिलाल भाई वो 9 मुंबाए हैं उनको नहीं पता 9 मुंबाए हैं ये 9 मुंबाए नहीं ये 9 हरामजादे ने
ਗਿਣ ਲਓ 9 ਹੀ ਨੇ। ਇਹ ਨੋ ਮੋਬਾਈਲ ਵਾਲਾ ਜਿਹੜਾ ਡਰਾਮਾ ਹੈ ਨਾ, ਇਹ ਇਹ ਵੀ ਇੱਕ ਪ੍ਰੋਪਗੈਂਡਾ ਹੈ। ਵੇਖੋ, ਇਹ ਇੱਕ ਪ੍ਰੋਪਗੈਂਡੇ ਦਾ ਤਰੀਕਾ ਹੈ। ਫਲਾਣਾ ਨੋ ਮੋਬਾਈਲ, ਉਹ ਕਿਹੜਾ ਨੋ ਮੋਬਾਈਲ? ਉਲਟੀ ਗਿਣਤੀ ਜਾਰੀ ਹੈ। ਲੋਕੀ ਲਾਹਨਤਾਂ ਪੇ ਪਾਉਂਦੇ ਨੇ ਮਰਜ਼ਾਈਅਤ ਤੇ ਇਸਲਾਮ ਵੱਲ ਪੇ ਆਉਂਦੇ ਨੇ। ਜ਼ਿਆਦਾਤਰ ਨੋ ਮੋਬਾਈਲ। ਇਹ ਨਜ਼ੀਰ ਸਾਹਿਬ ਮੈਂ ਤਾਂ ਕਦੀ ਸੁਣਿਆ ਨਹੀਂ, ਮੋਬਾਈਲ ਨਵਾਂ ਹੀ ਬੰਬ ਚਲਾਤਾ ਇਹਨਾਂ ਨੇ। ਤੇ ਬੰਬ ਵਾਂਗੂ ਚੱਲ ਗਈ ਹੈ ਜੱਟ ਦੀ। ਸਵੇਰ ਦੇ ਅਸੀਂ ਸਕੂਨ ਦੇ ਨਾਲ ਬੈਠੇ ਆ, ਮੈਂ ਤੇ ਅੱਜ ਕਰੋਲਾ ਇਹ ਕਜ਼ਾਬ ਦੇ ਜਾਲ ਦੇ ਐਸੀ ਕੋਈ ਗੰਦੀ ਜ਼ਰੀਆ ਛੱਡ ਗਏ ਨਾ ਪਿੱਛੇ। ਇਹ ਕਜ਼ਾਬ ਦੇ ਜਾਲ ਜਿੰਨੇ ਚਿਰ ਉਹਨੂੰ ਖਵਾ ਨਾ ਉਹਨਾਂ ਖੁਦਾ ਦੀ ਕਸਮ ਇਹਨਾਂ ਨੂੰ ਸਕੂਨ। ਉਹ ਐਸਾ ਕੋਈ ਜ਼ੰਦੀਕ ਦਾ ਬੱਚਾ ਹੈ, ਉਹ ਜਿਹੜਾ ਆਇਆ ਸੀ ਅੱਗੇ ਜੱਗਾ ਜੱਟ, ਜਿਹਦੀ ਮਾਂ ਭੈਣ ਇੱਕ ਘਰ ਘਰ ਦਿੱਤੀ ਸੀ ਉਹਨੇ ਮੀਏ ਨੇ। ਉਹ ਆ ਕਹਿੰਦਾ ਕਿ ਮੈਂ ਉੱਥੇ ਜਾਵਾਂਗਾ। ਆ ਤੇਰੀ ਐਸੀ ਦੀ ਤੈਸੀ ਲਾਹਨਤੀਆ ਹਰਾਮਜ਼ਾਦਿਆ, ਤੂੰ ਉੱਥੇ ਜਾਏਗਾ। ਮਿਰਜ਼ਾ ਗੁਲਾਮ ਕਾਦਰੀ ਕਹਿੰਦਾ ਉਹ ਹਰਾਮਜ਼ਾਦਾ ਜਿਹੜਾ ਰਸੂਲੁੱਲਾਹ ਦੀ ਜ਼ਾਤ ਤੱਕ ਜਾਂਦਾ ਹੈ। हरामजादा जंदीक योलो आ गए ने, ये भी 9 मोबाइल ने। आप भी 9 मोबाइल हैं भाई? अस्सलाम वालेकुम। वालेकुम। आप भी 9 मोबाइल हैं कि पुराने मोबाइल हैं? ਮਨ ਤੇ ਮਲਕ ਕੈਸਰ ਸਾਹਿਬ ਦੀ ਬਰਾੜ ਦੀ ਸਮਝ ਨਹੀਂ ਆਉਂਦੀ ਕਿ ਇੱਥੇ ਕਿਹੜਾ ਜੈਕ ਲੱਗਿਆ ਥੱਲੇ। ਜਿਹੜਾ ਹੁੰਦਾ ਜੈਕ ਚੁੱਕ ਕੇ ਉੱਤੇ ਸੁੱਟ ਸਾਡੀਆਂ ਬਰਾਡਾਂ ਦੇ ਉੱਤੇ ਬੰਦਾ ਉੱਤੇ ਚੜਦਾ ਕੋਈ ਨਹੀਂ। ਵੱਲਾ ਮਲਕ ਕੈਸਰ ਦੀ ਬਰਾੜ ਦੇ ਥੱਲੇ ਕੋਈ ਜੱਕ ਲੱਗਾ ਜੇ। ਓਏ ਉਹ ਜੱਗਿਆ ਹਰਾਮਜ਼ਾਦਿਆ, ਉਹ ਦਜਾਲ ਕਜ਼ਾਬ ਦਿਆ ਪੈਰੋਕਾਰਾ, ਮੈਂ ਤੇਰੀ ਬਰਾੜ ਤੇ ਥੁੱਕਦਾ ਵੀ ਨਹੀਂ ਲਾਹਨਤੀਆ। ਜਦ ਦਫਾ ਹੋ ਜਾ ਪਰਾਂ ਚੂੜਿਆ, ਪੈਰਾਂ 'ਚ ਬਹਿ ਸਾਡੇ 'ਚ ਕਰੋ ਜੀ ਗੱਲ। ਕੌਣ ਕਿੱਥੇ ਜੱਗਾ? ਕਿਹੜੀ ਆਈਡੀ ਉਹਦੀ? ਓਏ ਆਹੀ ਸੀ ਪਾਪਾ की जान, पापा का हरामजादा। पहले बड़ी काला पांदा सी, हर 2 मिनट बाद काल पा रहा, हर 2 मिनट बाद। 9 मोबाइल है यार। वैसे मलक कैसर ਦੀ ਬਰਾੜ ਤਸਵੀਰ ਹੈ, ਮਰਜ਼ੀ ਉੱਤੇ ਚੜ ਜਾਂਦੇ ਨੇ। ਮੈਂ ਤਾਂ ਪਹਿਲਾਂ ਥੱਲੇ ਜੈਕ ਲਵਾਇਆ ਇਹਨੇ ਕੋਈ नहीं। हकीकत गल है कि बड़े अच्छे किस्म के लोग भी आते ने। देखो जब तक मोहम्मद हुसैन साहब रहे ने इत्थे कोई ऐसी गल नहीं हुई। कितनी प्यारी गुफ्तगू होंदी रही है। ਇਹ ਆਏ ਨੇ, ਪਤਾ ਨਹੀਂ ਇਹਨਾਂ ਨੂੰ ਦਿਹਾੜੀ ਰਾਤੀ ਕਿਹੜਾ ਚਮੂਣਾ ਕੱਢਦਾ ਹੈ ਕਿ ਆ ਕੇ ਗਾਲਾਂ ਪਵਾਉਂਦੇ ਨੇ ਮਿਰਜ਼ਾ ਸਾਹਿਬ ਨੂੰ। ਹਾਲਾਂਕਿ ਕੋਈ ਮੁਸਲਮਾਨ ਮਿਰਜ਼ਾ ਸਾਹਿਬ ਨੂੰ ਗਾਲ ਕੱਢਣ ਦੇ ਬਾਰੇ ਸੋਚ ਵੀ ਨਹੀਂ ਸਕਦਾ। ਬਿਲਕੁਲ, ਇਹ 'ਚ ਕੋਈ ਸ਼ੱਕ ਨਹੀਂ ਹੈ। ਅੱਜ 3 ਦਿਨ ਹੋਏ ਨੇ ਨਾ, ਤੁਸੀਂ ਅਗਰ 30 ਦਿਨ ਇੰਝ ਰੋਜ਼ਾ ਰੱਖੋ ਨਾ, ਅੱਲਾ ਦੀ ਕਸਮ ਹੈ ਮਰਜ਼ਾਈ ਇੱਥੇ ਤੁਹਾਡੇ ਵਿਹੜੇ ਆ ਕੇ ਟਮੰਡੇ ਤੇ ਆਕੜਦੇ ਸਾਨੂੰ ਗਾਲਾਂ ਦਾ ਕੋਟਾ ਪੂਰਾ ਕਰ ਦੋ, ਟੋਕਰਾ ਭਰ ਕੇ ਟੋਕਰਾ। कोई हालांकि कोई मुसलमान मिर्जा साहब नु बुरा कहने के बारे सोच भी नहीं सकता। बिल्कुल कोई शक नहीं है। हमारा तो ये अकीदा है, किसी को बुरा कहते ही नहीं। ये आदि ने बरल ਅਸੀਂ ਤਾਂ ਮਿਰਜ਼ਾ ਸਾਹਿਬ ਨੂੰ ਮੰਨਦੇ ਆ ਯਾਰ, ਅਸੀਂ ਮਿਰਜ਼ਾ ਸਾਹਿਬ ਨੂੰ ਮੰਨਦੇ ਆ। ਨਹੀਂ ਮੰਨਦੇ ਅਸੀਂ ਮੰਨੇ, ਮੈਂ ਵੀ ਦਜਾਲ ਮੰਨਣਾ। ਕਜ਼ਾਬ। अच्छा पता क्या, आज इस टहने पे मरज़ई जिस तरह सामने जो कादियां पूनियां नहीं टहनियां। हुणे ਅੱਜ ਮੈਂ ਤਾਹਿਰ ਅਮਜਦ ਸਾਹਿਬ ਦੀ ਇਤਨੀ ਜ਼ਰੂਰਤ ਪੈ ਗਈ, ਮੇਰਾ ਇੱਕ ਜਗ੍ਹਾ ਤੇ ਮੈਚ ਪੈ ਗਿਆ ਸੀ, ਮੈਂ ਬੜਾ ਇਹਨਾਂ ਨੂੰ ਬੁਲਾਇਆ, ਨਹੀਂ ਆਏ। ਲੇਕਿਨ ਇਹ ਬੜੇ, ਮੈਂ ਕਹਿੰਦਾ ਯਕੀਨ ਕਰੋ ਜਮਾਤ ਦੇ ਵਿੱਚ ਅਗਰ ਇਸ ਟਾਈਮ ਕੋਈ ਅਕਲਮੰਦ ਬੰਦਾ ਹੈ ਨਾ, ਜਿਹਨੂੰ ਬੁੱਧੀਮਾਨ ਕਹਿੰਦੇ ਨੇ, ਐ ਹੀ ਨੇ। ਗੱਲ ਕਿਹੜੀ ਸ਼ੁਰੂ ਕਰਦੇ? ਨਹੀਂ ਅੱਜ ਤੱਕ ਗਾਲ ਨਹੀਂ ਕੱਢੀ ਇਹਨਾਂ ਨੇ। ਤਾਹਿਰ ਅਮਜਦ ਸਾਹਿਬ ਸੋਚ ਕੀ ਕਰਦੇ ਜੀ? ਅਹਲੇ ਬੈਤ ਨਾਲ ਮੁਹੱਬਤ ਕਰਨ ਵਾਲੇ ਨੇ। ਮਲਕ ਤਲਤ ਸਾਹਿਬ ਦਾ ਤੇ ਪਤਾ ਕਰੋ ਕਿ ਸਿਰਫ ਫੌਤ ਤੇ ਨਹੀਂ ਹੋ ਗਏ ਵਾਲ ਲਵਾ ਕੇ। ਮਲਕ ਤਲਤ ਵੀ ਉੱਥੇ ਬੈਠਾ ਹੁੰਦਾ ਆਪਣੀਆਂ ਬਰਾਡਾਂ ਤੇ ਬਹਿ ਕੇ ਨਾ, ਉਹਨੇ ਵਾਲ ਨਵੇਂ ਲਵਾਏ ਨੇ। ਵਾਲ ਨਵੇਂ ਲਵਾਏ ਤਾਂ ਉਹਨਾਂ ਦਾ ਦਿਮਾਗ ਵੀ ਜਿਹੜਾ ਹੈ ਨਾ, ਐਸੇ ਕੋ ਫੁੱਦੂ ਲੋਕ ਨੇ ਨਾ, ਉਹ ਤਾਹਰ ਜਿਹੜਾ ਉਹ ਹੁਣ ਜਿਹੜਾ ਹੈ ਉਹ ਆਪਣੀ ਆਈਡੀ ਤੇ ਬਹਿ ਜਿੱਦੇ ਨਾਸਰ ਸਾਹਿਬ ਨੇ, ਨਾਸਰ ਬੱਟ ਨੇ, ਉਹ ਬੁੱਢੇ ਕੰਜਰ ਨੇ, ਉਹ ਜਿਹਦੀ ਉਹ ਐਸੀ ਦੀ ਤੈਸੀ ਪੁਣ ਕੇ ਰੱਖ ਛੱਡੀ, ਉਹ ਆਪਣੀ ਬਰਾੜ ਤੇ ਨਾ ਪਲੈਨਿੰਗ ਕਰ ਰਿਹਾ 112 ਨੂੰ ਬਿਠਾ ਕੇ। ਤੇ ਜਿਹੜਾ ਗੈਰ ਅਹਿਮਦੀ ਜਾਵੇ ਨਾ ਉਹਨੂੰ ਬਲਾਕ ਕਰਦੇ ਪਏ, ਬੰਦਾ ਖੁਦਾ ਦੇ ਆ, ਉਹ ਦੂਜੀ ਆਈਡੀ ਤੇ ਕੋਈ ਨਹੀਂ ਆ ਸਕਦਾ। ਕਿੰਨੀ ਸੀਕ੍ਰੇਟ ਪਲੈਨਿੰਗ ਹੋ ਰਹੀ ਟਿਕਟੌਕ ਤੇ ਲਾਈਵ, ਹਮ ਇਹ ਕਰ ਲੈਂਗੇ, ਹਮ ਉਹ ਕਰ ਲੈਂਗੇ। ਤੁਹਾਡੇ ਮੂੰਹ ਤੇ ਥੁੱਕਣਾ ਵੀ ਨਹੀਂ ਮੁਸਲਮਾਨ। ਕੀ ਵੀ ਪਲੈਨਿੰਗ ਕਰਦਾ ਥਿੰਕ ਟੈਂਕ? ਉਹ ਥਿੰਕ ਟੈਂਕ ਪਲੈਨਿੰਗ ਕਰ ਰਿਹਾ ਸੀ 112 ਨੂੰ ਬਿਠਾ ਕੇ ਵੀ ਅਸੀਂ ਓਪਨਾਈਜ਼ ਦੀ ਬਰਾੜ ਲਾਏਗਾ, ਉੱਥੇ ਅਲੀ ਅਕਬਰ ਆਏਗਾ ਤੇ ਨਾਲ ਸਫੀਆ ਬਾਜੀ ਬਹਿਣਗੇ ਤੇ ਨਾਲ ਜਨਾਬ ਅਸੀਂ ਦੱਸਾਂਗੇ ਇਹ ਤਾਂ ਕੰਮ ਨੇ ਕੀਤਾ ਇਹ ਜਗ੍ਹਾ ਕੋਈ ਅਨਪੜ੍ਹ ਹੈ ਜੀ, ਅਕਲ ਦੀ ਹੈ, ਲਿਖਣ ਵੀ ਕੋਈ ਹੋਣਾ। ਦੂਜੀਆਂ ਕਿਤਾਬਾਂ ਲਿਖੀਆਂ ਨੇ, ਦੂਜੇ ਵੀ ਇੰਜੇ ਦੇ ਹੀ ਨੇ। ਇਸੀ ਨਾ ਸਮਝ ਲੱਗਣੀ ਲਿਖਣਾ ਕਿਆ ਵੇ ਪਤਾ ਨਹੀਂ।
तसनान लो अब पता नहीं मौलाना शाह नूरीनी आहो बह मैं गया ਵੇਖਣਾ ਪਿਆ बकवास कोई कसम से वो रोमन जाओ उर्दू भी 2 किस जमाता पढ़ गया फिर आमी ਸਾਰੇ ਟੌਪਿਕ ਛੱਡ ਕੇ ਨਾ ਬਲਾਲ ਤੈਨੂੰ ਮੈਂ ਭੇਜੀ ਹੈ ਇੱਕ ਵੀਡੀਓ, ਉਹ ਅਮਨ ਜੀ ਸਾਨੂੰ ਭੇਜ। ਐਸੇ ਕੋਈ ਬੇਗੈਰਤ ਕਿਸਮ ਦੇ ਫੁੱਦੂ, ਵਾਕਈ ਹੁਣ ਮੈਂ ਕਹਿਣਾ ਪਿਆ, ਇਹ ਫੁੱਦੂ ਮੁਸਲਮਾਨ ਹੀ ਨੇ ਜਾ ਕੇ ਅਲੀ ਅਕਬਰ ਦੇ ਨਾਲ ਬਹਿਸ ਕਰਦੇ ਪਏ ਨੇ। ਯਾਰ ਕੈਸੇ ਕੋਈ ਜ਼ਲੀਲ ਤਰੀਨ ਲੋਕ ਹੋ ਤੁਸੀਂ ਯਾਰ, ਤੁਹਾਨੂੰ ਹਯਾ ਨਾ ਦੀ ਕੋਈ ਸ਼ੇਰ ਹੀ ਕੋਈ ਨਹੀਂ। ਕੱਲ ਵਾਲੀ ਤੇ ਨਹੀਂ ਮੁਰਤਜ਼ਾ ਵਾਲੀ ਨਹੀਂ ਜੀ, ਜਮਸ਼ੇਦ ਸਾਹਿਬ ਜਿਹੜੇ ਨੇ ਉਹ ਚਲੇ ਗਏ ਨੇ ਜੀ ਬਰਾੜ ਦੇ ਉੱਤੇ ਜਾ ਕੇ, ਉੱਥੇ ਅਮਨ ਜੀ ਦੀ ਤਸਵੀਰ ਲੱਗੀ ਹੋਈ ਹੈ ਤੇ ਉੱਥੇ ਜਾ ਕੇ ਨਾ ਉਹਨਾਂ ਨੇ ਆਪਣੀ ਇੱਜ਼ਤ ਕੀ, ਇਹਨਾਂ ਦੀ ਹੈ ਕੋਈ, ਸਾਰੇ ਸੇ ਨਾਰਮਲ ਜਿਹਾ ਗੰਦੇ ਜਿਹੇ ਮੁਸਲਮਾਨ ਆ, ਤੇ ਜਿਹੜੇ ਸਾਡੇ ਕਾਬਰ ਨੇ ਉਹਨਾਂ ਦੀ ਇੱਜ਼ਤ ਤੁਸੀਂ ਜਾ ਕੇ ਲਵਾਉਂਦੇ ਪਏ ਉੱਥੇ ਜਾ ਕੇ ਉਹਨਾਂ ਕੋਲੋਂ। ਜਮਸ਼ੇਦ ਸਾਹਿਬ ਕਿਹਦੇ ਨਾਲ ਲੱਗੇ ਸੀ? ਉਹਦੇ ਨਾਲ ਅਲੀ ਅਕਬਰ ਨਾਲ, ਅਲੀ ਅਕਬਰ ਨਾਲ ਹੂੰ। ਉਹ ਗੰਦੀਆਂ ਨੰਗੀਆਂ ਗਾਲਾਂ ਕੱਢਦੇ ਪਏ ਹਜ਼ਰਤ ਆਇਸ਼ਾ ਸਲਾਮੁੱਲਾਹ ਨੂੰ। ਯਾਰ ਕੈਸੇ, ਮੈਨੂੰ ਸਮਝ ਨਹੀਂ ਆਉਂਦੀ। ਮੈਂ ਅੱਜ ਤੱਕ ਐਸੇ ਵਾਸਤੇ ਉਸ ਬੇਗੈਰਤ ਬੰਦੇ ਨਾਲ ਨਾ ਬਰਾਡ ਦੇ ਉੱਤੇ ਬਹਿੰਦਾ ਨਹੀਂ ਜਾ ਕੇ, ਮੈਨੂੰ ਪਤਾ ਕਿ ਉਸ ਬੰਦੇ ਨੇ ਕੀ ਹਾਲਤ ਕਰਨੀ ਹੈ। ਐਸੇ ਬੇਗੈਰਤ ਕਿਸਮ ਦੇ ਲੋਕ ਨੇ ਜਾ ਕੇ ਉਹਦੇ ਨਾਲ ਬਹਿਸ ਕਰਦੇ ਨੇ। ਇਹ ਕੰਮ ਅੱਜ ਕੱਲ ਨਾ ਬੜਾ ਤੇਜ਼ ਹੋਏ ਆ ਵੈ, ਤੇ ਮਾਮਾ ਜੀ ਮੇਰਾ ਦਿਲ ਹੈ ਉਹ ਪੁਰਾਣੀ ਹੈਂਡ ਫ੍ਰੀ ਕੱਢ ਕੇ ਤੇ ਪਾ ਲਾਂ ਜੇਬ 'ਚ। ਪਾ ਲੈ ਸਾਕੀ, ਜ਼ਰੂਰਤ ਪੈ ਸਕਣੀ ਕਿਸੇ ਵੇਲੇ ਵੀ। ਉੱਠੀ ਗੇਮ ਅੱਜ ਕੱਲ ਬਹੁਤ ਜ਼ਿਆਦਾ। ਮੈਂ ਉਹ ਕੱਢ ਕੇ ਨਾ ਕਸਮੇ ਘਰ ਧਰੀ ਸੀ ਤੇ ਜਿਹੜੇ ਨਾ ਕੱਲ ਵੀ ਜਿਹੜੀ ਮੁਰਤਜ਼ਾ ਵਾਨ ਦਾ ਉੱਥੇ ਜਾਣਾ ਹੈ ਨਾ, ਉਹ ਵਜ੍ਹਾ ਇਹ ਹੈ ਕਿ ਉਹਨਾਂ ਨੂੰ ਨਹੀਂ ਪਤਾ ਨਾ, ਇਹ ਜਮਸ਼ੇਦ ਵੀ ਮੇਰੇ ਖਿਆਲ ਹੈ ਕਿ ਜ਼ਿਆਦਾ ਇਨ ਟੱਚ ਨਹੀਂ ਹੁੰਦਾ। ਲਾਮਾ ਸਾਹਿਬ ਸਾਰੇ ਇੱਥੇ ਬੈਠੇ ਸਨ, ਮੈਂ ਵੇਖਿਆ ਮੁਰਤਜ਼ਾ ਵਾਨ ਨੂੰ ਉਧਰ ਵੇਖਿਆ ਤੇ ਸਾਰਿਆਂ ਨੇ ਵੇਖਿਆ, ਥੱਲੇ ਕਮੈਂਟ ਕੀਤਾ ਸੀ ਮਿਰਜ਼ਾ ਸਾਹਿਬ ਕੋਲ ਹਾਮ ਨਹੀਂ ਹੁੰਦੇ। ਇਹ ਇਹਨਾਂ ਦਾ ਚਸਕਾ ਜਿਹੜਾ ਹੈ ਨਾ ਇਹ ਪੂਰਾ ਨਹੀਂ ਹੁੰਦਾ। ਲਾਮਾ ਸਾਹਿਬ ਅਸੀਂ ਤਾਂ ਸੰਨ ਸਾਹਿਬ ਦੇ ਬਰਾਲ ਤੇ ਨਹੀਂ ਜਾਂਦੇ, ਅਸੀਂ ਤੇ ਉਹਨਾਂ ਦੇ ਕੋਲ ਰੋਜ਼ ਜਾਂਦੇ, ਸਾਨੂੰ ਸੰਨ ਸਾਹਿਬ ਹੀ ਕਹਿੰਦੇ ਨੇ। ਇੱਕ ਮਿੰਟ ਬਲਾਲ ਯਾਰ, ਜਾਣਾ ਬਰਾੜ ਦੇ ਕੋਈ ਮਸਲਾ ਨਹੀਂ ਯਾਰ, ਸ਼ਾਤਮਾ ਦੇ ਨਾਲ ਜਾ ਕੇ ਤੁਸੀਂ ਗੁਫ਼ਤਗੂ ਕਰੋਗੇ, ਤੁਹਾਨੂੰ ਅਕਲ ਹੀ ਕੋਈ ਨਹੀਂ। ਜਿਹੜੇ ਸ਼ਾਤਮ ਨੂੰ ਤੁਸੀਂ ਉਹਦੇ ਨਾਲ ਗੱਲ ਕਰੋਗੇ ਤੇ ਅੱਗੋਂ ਗਾਲਾਂ ਹੀ ਕੱਢੇਗਾ ਉਹ। ਹੁਣ ਜੇ 10-15 ਬੰਦੇ ਤੁਹਾਡੇ ਸਾਹਮਣੇ ਨੇ ਬੈਠੇ ਹੋਏ ਮਿਰਜ਼ਈਆਂ ਦੇ, ਜਿਹੜੇ ਨੰਗੀਆਂ ਗਾਲਾਂ ਕੱਢਦੇ ਨੇ, ਤੁਸੀਂ ਉਹਨਾਂ ਜਾ ਕੇ ਗੁਫ਼ਤਗੂ ਕਰਨੀ ਸਟਾਰਟ ਕਰ ਦਿਓਗੇ। ਆਪਣੇ ਆਪ ਨੂੰ ਹਯਾ ਕਰਨੀ ਚਾਹੀਦੀ ਇਹਨਾਂ ਨੂੰ। ਬਸ ਫਿਰ ਇਹ ਜਾਲਤ ਜਿਹੜੀ ਇਹਨੇ ਬਹੁਤ ਗੁਜ਼ਾਰ ਕੀਤਾ। ਇੰਜ ਦੇ ਲੋਕ ਵੀ ਤੇ ਨਾਲ ਹੀ ਰਹਿਣੇ ਨੇ ਨਾ ਉਸਮਾਨ, ਇਹਨਾਂ ਕੋ ਮਰ ਇਹ ਅਲੀ ਹੱਕ ਆ ਗਿਆ। ਇਹ ਕੱਲ ਜਨਾਬ ਸ਼ਹਿਦ ਦੀ ਬਰਾੜ ਤੇ ਚੜ ਕੇ ਤੇ ਬੜੀ ਉੱਥੇ ਬਹਿਸ ਪਿਆ ਕਰਦਾ, ਸਮਝਾਉਣ ਉਹਨਾਂ ਦੀ ਕੋਈ ਸਲਾਹ ਪਿਆ ਕਰਦਾ ਸੀ। ਇਹ ਸਾਰਿਆਂ ਨੂੰ ਖੁਰਕ ਹੁੰਦੀ ਹੈ, ਸਾਰਿਆਂ ਨੂੰ। ਦੱਸੋ ਜਿਹਨੂੰ ਨਹੀਂ ਹੁੰਦੀ ਉਹ ਬੰਦਾ ਦੱਸੋ। ਅਲੀ ਹੱਕ ਇੱਧਰ ਆ, ਚੁਗਲਾ ਕਰ, ਨੇੜੇ ਟੀਕਾ ਲੱਗਣ ਲਗਾਈ। ਪੁੱਟ ਮਾਇਕ ਹੁਣ ਦੱਸ ਕੇ ਉੱਥੇ ਕੀ ਲੈਣ ਗਿਆ ਸੀ ਉੱਥੇ? ਵਾਲੇਕੁਮ। ਆਵਾਜ਼ ਨਹੀਂ ਆ ਰਹੀ ਤੁਹਾਡੀ ਅਲੀ ਬਾਈ। ਹੁਣ ਨਹੀਂ ਆਉਣੀ ਆਵਾਜ਼। ਨਹੀਂ ਲਾਮਾ ਸਾਹਿਬ, ਉਹ ਮੇਰੀ ਹੈਂਡ ਫ੍ਰੀ ਜ਼ਰਾ ਨਹੀਂ ਹੈ ਮੇਰੇ ਕੋਲ ਤੇ ਉਹ ਹੈਂਡ ਫ੍ਰੀ ਛੱਡ, ਮੈਂ ਪਹਿਨਾ ਪੋਲਾ ਜਿਹਾ ਚੁਗਲਾ ਨੇੜੇ ਕਰ, ਟੀਕਾ ਲੱਗੇ, ਆ ਬਹੁਤੀ ਗੱਲ ਨਾ ਕਰੀ। ਨਹੀਂ ਉੱਥੇ ਕੀ ਲੈਣ ਗਿਆ ਸੀ ਮੈਨੂੰ ਦੱਸ ਨਾ ਜ਼ਰਾ। ਹਾਂ ਇਹ ਲਾਮਾ ਸਾਹਿਬ ਉਹ ਉੱਥੇ ਸ਼ਹਿਦ ਹੋਰਾਂ ਦੀ ਬਰਾੜ ਤੇ ਉਹ ਆਪਣਾ ਅਬਦੁਰਰਹਿਮਾਨ ਨੇ ਉਹ ਬਰਾੜ ਲਾਈ ਸੀ। ਉਹ ਤਾਂ ਸਾਰੇ ਗਾਲੀਬਾਜ਼ਾਂ ਦੇ ਗਰੁੱਪ ਹੈ ਨਾ। ਉਹਨੂੰ ਮੈਂ ਕਿਹਾ ਉਹ ਤਸਵੀਰ ਤੇ ਸਹੀ ਲਾ ਲੈ ਖੋਤਿਆ, ਮੈਂ ਕਿਹਾ ਲਾਮਾ ਸਾਹਿਬ ਦੀ ਤਸਵੀਰ ਤੇ ਸਹੀ ਲਾ ਕਰਕੇ ਲਾ। ਇਹ ਵੀ ਮੇਰੀ ਫੋਟੋ ਸਹੀ ਕਰਾਉਣ ਗਿਆ ਸੀ। ਮੈਂ ਕਿਹਾ ਤਸਵੀਰ ਤੇ ਸਹੀ ਲਾ। ਹਾਂ ਤੇ ਹੁਣ ਜਮਸ਼ੇਦ ਗਿਆ ਉੱਥੇ ਕਿਹੜੇ ਦੂਜੀ ਬਰਾੜ ਤੇ ਉੱਥੇ ਵੀ ਮੇਰੀ ਫੋਟੋ ਸਹੀ ਕਰਾਉਣ ਗਿਆ। ਮਤਲਬ ਫੋਟੋਆਂ ਸਹੀ ਕਰਾਉਂਦੇ ਹੋ ਜਾ ਕੇ। ਉਹਨੇ ਤਸਵੀਰ ਲਾਈ ਹੈ ਤੁਹਾਡੀ ਤੇ ਉੱਤੇ ਵਾਵਾ ਸਾਰੇ ਅਲਕਾਬਾਦ ਲਿਖੇ ਨੇ ਤੇ ਮੈਂ ਕਿਹਾ ਤੁਸੀਂ ਜਾ ਕੇ ਕਹਿੰਦੇ ਕੀ ਹੋ, ਜਾ ਕੇ ਉੱਥੇ ਅਮਨ ਅਜ਼ੀਜ਼ ਸਾਹਿਬ ਨੂੰ ਨਾ ਗਾਲਾਂ ਲਿਖੀਆਂ ਹੋਣ, ਜੋ ਮਰਜ਼ੀ ਲਿਖਿਆ ਹੋਵੇ, ਸਾਨੂੰ ਕਿਹੜੇ ਲੋਕਾਂ ਨਾਲ ਬਗੈਰਤਾਂ ਦੇ ਕੋਲ ਜਾ ਕੇ ਗੱਲ ਕਰਨੀ, ਉਹਨਾਂ ਕੀ ਗੱਲਾਂ ਕੀਤੀਆਂ ਅੱਗੋਂ ਉਸ ਤੋਂ ਬਾਅਦ? ਹਾਂ ਬਈ ਭਾਈ ਮੈਨੂੰ ਨਹੀਂ ਪਤਾ ਸੀ ਉਹ ਕੌਣ ਬੰਦਾ ਹੈ। ਮੈਂ ਸਿਰਫ ਤੁਹਾਡੀ ਤਸਵੀਰ ਦੇਖ ਕੇ ਨਾ ਮੈਂ ਕਿਹਾ ਗਾਲਾਂ ਕਿਉਂ ਕੱਢ ਰਹੇ ਆ। ਕਹਿੰਦਾ ਇਹਨਾਂ ਨੇ तो जाके ना अम्मा आशा ते पहुंच गया ते मैं उस बाद बंद करता, मैं फिर उन्हें गल नहीं की। गल हुई सी। ਨਹੀਂ ਜਾਗਦੇ ਰਵਿਆ ਕਰੋ ਨਾ। ਅੱਜ ਕੱਲ 3 ਦਿਨ ਹੋ ਗਏ ਨੇ ਜਿਹੜਾ ਟਿਕਟੌਕ ਦੇ ਉੱਤੇ ਮਾਹੌਲ ਚੱਲਦਾ ਪਿਆ।
ਅਵੇਅਰ ਹੋਣਾ ਚਾਹੀਦਾ ਨਾ, ਜਿਹੜੇ ਮੁਜਾਹਿਦ ਖਤਮੇ ਨਬੂਵਤ ਦੇ ਨੇ ਉਹਨਾਂ ਨੂੰ ਲੱਸੀ ਤੇ ਨਹੀਂ ਪੀਣੀ ਚਾਹੀਦੀ ਨਾ, ਉਹਨਾਂ ਨੂੰ ਅਵੇਅਰ ਹੋਣਾ ਚਾਹੀਦਾ ਹੈ। ਗਾਂ ਦਾ ਦੁੱਧ ਪੀਆ ਕਰੋ ਤੇ ਥੋੜਾ ਦਿਮਾਗ ਨੂੰ ਰੱਖਿਆ ਕਰੋ, ਬੇਦਾਰ ਰੱਖਿਆ ਕਰੋ। ਇੱਕ ਤੇ ਘਰ ਆ ਜੀ ਇਹਨਾਂ ਦੇ ਬੱਚਿਆਂ ਦੀਆਂ ਆਵਾਜ਼ਾਂ ਵਿੱਚ ਮੈਂ ਪਿਆ ਕਹਿਣਾ ਕਿ 3 ਦਿਨ ਹੋ ਗਏ ਨੇ ਤੇ ਮਿਰਜ਼ਾਈਆਂ ਨੇ ਜਿਹੜੀ ਸ਼ਾਤਮੀਅਤ ਕੀਤੀ ਹੈ ਉਹਨਾਂ ਦਾ ਅਸੀਂ ਇਲਾਜ ਕਰਨਾ ਸ਼ੁਰੂ ਕੀਤਾ ਹੈ। ਤੇ ਅਗਰ ਤੁਹਾਨੂੰ ਪਤਾ ਹੀ ਨਾ ਹੋਵੇ ਕਿ ਇਹ ਬੰਦਾ, ਇਹ ਤੇ ਹਰਾਮੀ ਨੇ ਪੱਕੇ 3-4 ਨੇ ਨਾ, ਜਿਹੜੇ ਸੈਫੀ, ਉਹ ਅਲੀ ਅਕਬਰ, ਇਹ ਜਿਹੜੇ ਦੂਜਾ ਇਮਰਾਨ ਜੱਗਾ ਇਹ ਤੇ ਸਿੱਧੇ ਸਿੱਧੇ ਨਬੀ ਪਾਕ ਦੇ ਉੱਤੇ ਜਾ ਕੇ ਭੌਂਕਣ ਵਾਲੇ ਨੇ ਨਾ। ਤੇ ਤੁਸੀਂ ਇਹਨਾਂ ਨੂੰ ਬਿਲਕੁਲ ਮੱਥੇ ਨਾ ਲਾਓ, ਇਹਨਾਂ ਨੂੰ ਅਵਾਇਡ ਕਰੋ। ਫੋਟੋ ਲਾਉਂਦੇ ਨੇ ਲਾਉਣ ਦਿਓ, ਗਾਲਾਂ ਕੱਢਦੇ ਨੇ ਕੱਢਣ ਦਿਓ। ਹੁਣ ਉਹ ਆਪਣੀ ਬਰਾੜ ਤੇ ਆਪਣੇ ਘਰ ਬਹਿ ਕੇ ਗਾਲਾਂ ਵੀ ਨਾ ਕੱਢਣ। ਤੁਸੀਂ ਇਹ ਚਾਹੁੰਦੇ ਹੋ ਕਿ ਆਪਣੇ ਘਰ ਬਹਿ ਕੇ ਵੀ ਤੁਹਾਨੂੰ ਬਦਦੁਆਵਾਂ ਨਾ ਦੇਣ। ਤੁਸੀਂ ਉਹਨਾਂ ਨੂੰ ਕਾਫਰ ਕਰਾਰ ਦਿੱਤਾ, ਤੁਸੀਂ ਉਹਨਾਂ ਨੂੰ ਮੁਲਕ ਚੋਂ ਕੱਢਿਆ, ਤੁਸੀਂ ਉਹਨਾਂ ਨੂੰ ਇਸਲਾਮੀ ਉਮਤ ਚੋਂ ਚੁੱਕ ਕੇ ਬਾਹਰ ਮਾਰਿਆ, ਤੁਸੀਂ ਉਹਨਾਂ ਨੂੰ ਦੂਸਰੇ ਦਰਜੇ ਦਾ ਸ਼ਹਿਰੀ ਬਣਾ ਕੇ ਮੁਲਕ ਵਿੱਚ ਉਹਨਾਂ ਦੀ ਨੱਕ ਰਗੜੀ। ਉਹ ਆਸਮਾ ਜੰਗੀਰ ਕਹਿੰਦੀ ਸੀ ਬਈ ਕੁੱਤਾ ਤੇ ਕਿਸੇ ਨੂੰ ਕਿਹਾ ਤੇ ਚਲੋ ਠੀਕ ਹੈ, ਕਹਿੰਦੀ ਕੁੱਤੇ ਦੀ ਤਰ੍ਹਾਂ ਭੌਂਕ ਕੇ ਵੀ ਵਹਾਉਣਾ ਪੈਂਦਾ ਹੈ। ਉਹ ਵੀ ਇਹਦੀ ਬੀਵੀ ਸੀ ਨਾ, ਲੋਰੀ ਮਿਰਜ਼ਾਈ ਦੀ, ਕੀ ਨਾਂ ਸੀ ਉਹਦਾ, ਤਾਹਿਰ, ਹੁਣ ਉਹਨੇ ਇਸਲਾਮ ਕਬੂਲ ਕਰ ਲਿਆ। ਤੇ ਉਹ ਕਹਿੰਦੀ ਸੀ ਵੀ ਕੁੱਤੇ ਦੀ ਤਰ੍ਹਾਂ ਹੁਣ ਭੌਂਕ ਕੇ ਵਹਾਉਣਾ ਪੈਣਾ ਕਰਨਾ। ਇਹਨਾਂ ਨੂੰ ਇੰਨਾ ਕੁ ਜ਼ਲੀਲ ਤੁਸੀਂ ਕੀਤਾ ਹੈ ਕਿ ਉਹਨਾਂ ਨੂੰ ਨਾ ਸਿਰਫ ਤੁਸੀਂ ਇਹ ਕਿਹਾ ਤੁਸੀਂ ਕੁੱਤੇ ਹੋ, ਬਲਕਿ ਤੁਸੀਂ ਉਹਨਾਂ ਨੂੰ ਮਜਬੂਰ ਕੀਤਾ ਹੈ ਕਿ ਕੁੱਤੇ ਦੀ ਤਰ੍ਹਾਂ ਭੌਂਕ ਕੇ ਵੀ ਦਿਖਾਓ। ਤੇ ਤੁਸੀਂ ਵੇਖੋ ਨਾ ਐਸੇ ਹਾਲਾਤ ਪੇ ਚੱਲਦੇ ਨੇ ਕਿ ਹੁਣ ਉਹਨਾਂ ਨਾਲ ਉੱਤੇ ਜਾੜ ਕੇ ਉਹਨਾਂ ਦੀ ਬਰਾੜ ਦੇ ਉੱਤੇ ਕਿਸੇ ਕਿਸਮ ਦੀ ਇਹੋ ਜਿਹੀ ਗੱਲ ਨਾ ਕਰੋ। ਉਹਨਾਂ ਨੂੰ ਗਾਲਾਂ ਕੱਢਦੇ ਨੇ ਕੱਢਣ ਦਿਓ, ਆਪਣੇ ਘਰ ਬਹਿ ਕੇ ਅਗਰ ਉਹ ਝੋਲੀ ਕਰਕੇ ਬਦਦੁਆਵਾਂ ਵੀ ਦਿੰਦੇ ਨੇ ਦੇਣ ਦਿਓ। ਮੈਂ ਸੁਬਾਹ ਉੱਠਣਾ ਤੇ 2 ਕਮ ਅਜ਼ ਕਮ ਬਰਾਡਾਂ ਹੁੰਦੀਆਂ ਨੇ, ਇੱਕ ਤੇ ਜ਼ਰੂਰੀ ਹੁੰਦੀ ਤੇ ਕਈ ਵਾਰੀ 2 ਵੀ ਬਰਾਡਾਂ ਹੁੰਦੀਆਂ। ਡੇਲੀ 2 ਲੱਗੀ ਤੁਹਾਡੀ ਫੋਟੋ ਲਾ ਕੇ ਉਹ ਗਾਲਾਂ ਕੱਢਣ ਲੱਗੇ ਹੁੰਦੇ ਨੇ ਪਾਣੀ ਪੀ ਪੀ ਕੇ, ਤੇ ਕੋਈ ਮਸਲਾ ਨਹੀਂ ਹੈ। ਕੱਲ ਉਹਨਾਂ ਨੇ ਸਾਡੀ ਫੋਟੋ ਲਾਈ ਨਾ, ਨਹੀਂ ਫੋਟੋ ਅਮਰ ਨਜ਼ੀਰ ਦੀ ਨਾ, ਅਮਰ ਨਜ਼ੀਰ ਭਾਈ ਦੀ ਫੋਟੋ ਦਰਵਾਜ਼ੇ ਵਿੱਚ ਇੰਜ ਲਾਈ ਹੁੰਦੀ ਨਾ ਵੀ ਜਿਕਣ ਇਹਨਾਂ ਦੇ ਘਰ ਵੜਾ ਲਗਾ ਇਹ ਨਵੀਦ ਸਾਹਿਬ ਕੌਣ ਨੇ? अस्सलाम वालेकुम। वालेकुम सलाम। क्या हाल है सर? ठीक है साहब? अल्हम्दुलिल्लाह। बस मैं अभी आया हूँ, आप बातें सुन रहा था, अल्हम्दुलिल्लाह अच्छी बात है। आप जानते हैं मिर्जाइयों को? जी जी जानता हूँ। कहाँ पर आप होते हैं? मैं पाकिस्तान में हूँ, मैं ज़िला रहीम खान से। रहीम यार खान से। तो उस इलाके में है मिर्जाई कादियानी? ये आए हैं अब्बास साहब। अब्बास साहब कह रहे हैं मैं अहमदी हूँ, तो मेरा सवाल है जी अब्बास भाई, आप सवाल कीजिए हमसे, हम आपको जवाब देंगे। मेरा सवाल यही है कि भाई आप लोगों का मसला क्या है अहमदियों के साथ? मसला ये है कि वो काफिर हैं और वो खुद को मुसलमान कहना चाहते हैं, ये मसला है। और आप कौन से मजहब का है? हम मुसलमान हैं। नहीं नहीं मुसलमान तो है, लेकिन कौन से मजहब का है? मुसलमान है, शिया सुन्नी। हर मुसलमान यही कहता है ना, तो कोई सलफी, हनफी, सलफी, वहाबी। नवीद साहब तुसी हुण जरा चुप करो। बात साहब बात यह है कि मुसलमान होता है वो अगर शिया है, सुन्नी है, सलफी है, वहाबी है, देवबंदी है, बरेलवी है, मिर्जाइयों का इससे क्या लेना देना है? और उसका नाम क्या है, मुझे 1 मिनट, इस्माइलों के बारे में क्या ख्याल है? कौन है इस्माइली? ये जो क्या खान है उसका, आका खान। देखें छोटे छोटे ग्रोह इस्लामी उम्मत के अंदर काफ़ी सारे बने, उनमें से कई गुमराही पर भी मुंतहज हुए, लेकिन आप उनके अकायद के बारे में उनसे पूछें। अगर उनके अकायद कुफरिया हैं तो वैसे तो बिहाई भी इस्लाम से निकले, कादियानी भी इस्लाम से निकले, खारजी भी इस्लाम से निकले, कदरिया भी इस्लाम से निकले, जहमिया भी इस्लाम से निकले। सुन तो लेना, नसानी भी। जब तक उनसे बात ना करें, हम उनको नहीं जानते जिनका आप जिक्र कर रहे हैं इस्माइली, जब उनसे बात करेंगे
अगर वो अपना कोई इस तरह का अकीदा बयान करेंगे जो कुफरिया होगा तो हम उनको काफिर कहेंगे, अगर वो मुसलमानों वाला होगा तो मुसलमान। आप कादियानी हैं ना? आप मिर्जा गुलाम अहमद कादियानी को नबी मानते हैं? नहीं, मैं नबी नहीं मानता। क्या मानते हैं आप? कुछ भी नहीं मानता। कुछ भी नहीं मानते तो आप कादियानी कैसे हैं, अहमदी कैसे हैं? नहीं, मेरा फ्रेंड अहमदी है, मेरा एक दोस्त अहमदी है। आपका फ्रेंड अहमदी है? हाँ, उजैर नाम है उसका। कहाँ पर है वो? वो अभी मेरे साथ नहीं है, लेकिन वो स्वीडन में रहते हैं। हमारी बात करवाएं ना उससे यार। नहीं, वो मेरे साथ नहीं है अभी, लेकिन उन लोगों के साथ बहुत बुरा हुआ है पाकिस्तान में। बुरा नहीं हुआ, इनके साथ जो हुआ है अच्छा हुआ है। ये आस्तीन के सांप है, समझते हैं आस्तीन का सांप क्या होता है? हाँ, ये आस्तीन के सांप हैं, आप इनको नहीं जानते। ये जब भी आपको देखेंगे आपको डसेंगे डसेंगे। आप कहाँ से हैं? मैं अभी तो स्वीडन में हूँ। स्वीडन में है? हाँ, नहीं, पाकिस्तान में। आप कहाँ से? पाकिस्तान में बलूचिस्तान से हूँ। बलूचिस्तान से है? हाँ। तो आप भी पाकिस्तान के खिलाफ हैं? नहीं, पाकिस्तान के खिलाफ नहीं हूँ, मैं अफगानों के खिलाफ हूँ। किन के खिलाफ हैं? अफगान एक होता है अफगान, एक होता है फारसीवान। मैं फारसीवान के खिलाफ नहीं, मैं अफगान के खिलाफ हूँ। अच्छा, वो क्या करते हैं? वो अफगान जो टीटीपी वाले होते हैं, हाँ, जो दहशतगर्दी करते हैं, बम धमाके करते हैं, वो मैं उन लोगों के खिलाफ हूँ। ये बहुत अच्छी बात है। तो ये जो बलूचिस्तान के लोगों को गुमराह किया किन्होंने किया? उन्होंने किया? बिल्कुल। के बलूचिस्तान शामिल हो गए ना उनके साथ। बिल्कुल, वो एक लोहे पश्तून एम्पायर चाहे वो लोग तो एक पश्तून एम्पायर चाहते हैं, बहुत खिलाफ है पश्तून एम्पायर। वो क्या चाहते हैं? एक पश्तून एम्पायर, अफगान एम्पायर, पश्तून एम्पायर। यानी पश्तून एम्पायर चाहते हैं, बलोच एम्पायर नहीं चाहते? नहीं, बलोचों को तो पश्तून नहीं समझते, लेकिन पश्तून सिर्फ पश्तून एक एम्पायर हो जहाँ पे पश्तून सिर्फ हुकूमत करें। पश्तून तो वो है ना जो पश्तो बोलते हैं। बिल्कुल, जो तालिबान होते हैं। जो बलोची बोलते हैं वो कौन है? वो तो बलोच होते हैं। वो नहीं है इनके साथ पश्तूनों के? नहीं, बलोच आम बलोच तो नहीं होते पश्तूनों के साथ, लेकिन बीएलए का थोड़ा पश्तूनों के साथ, टीटीपी के साथ थोड़ा मेरा ख्याल में कोई राब्ता है, पता नहीं, लेकिन आम बलोच जो है वो पश्तूनों के साथ नहीं है। नहीं, आम बलोच भी तो वहीं से है ना जहाँ से वो बीएलए बनी है, बलोचिस्तान लिबरेशन आर्मी। वो भी तो उधर से आम बलोच से बनी है, वहाँ इंडिया के तो बंदे नहीं ना आए। बिल्कुल, इधर से लोग उठे ना। लेकिन मैं टीटीपी के खिलाफ हूँ, तहरीक तालिबान पाकिस्तान या अफगानिस्तान या अफगान जो है फारसीवान, अफगान नहीं है, वो फारसीवान है। अफगान जो है जो पश्तो बोलते हैं उसे अफगान कहते हैं, अफगान नहीं कहते उसे अफगान। अच्छा, अफगान कहते हैं, जो कंधार में, जलालाबाद में, खुनड़ में रहते हैं वो लोग। तो आप कितने स्टूडेंट वीजे पे आए हैं यहाँ पे? क्या स्टूडेंट वीजे पे आए हैं स्वीडन? नहीं, मैं स्वीडन में मेरा एक भाई रहता था यहाँ पे इससे पहले। कितने अरसे से आप आए हैं यहाँ पे? 8 साल हुआ है मुझे। 8 साल हो गए। अच्छा, तो कादियानी कौन है वो जो आपके साथ रहता है? वो पंजाबी है? कादियानी वो उर्दू स्पीकिंग है मेरे ख्याल में। कराची से। कराची से है या पंजाब से है? कराची। तो आपके साथ कोई उसकी बात हुई है? बिल्कुल हुई है, लेकिन वो कहते हैं कि कराची में हमारे साथ बहुत ज्यादती हुई है। हम लोग जो है हमारे दीन नहीं, मजहब की बहुत तौहीन होती है वहाँ पे, लोग तौहीन करते हैं हम लोग जो है। उनका मजहब क्या है पता है आपको? कादियानी।
हाँ ये तो मुझे पता है। नहीं, वो मिर्जा कादियानी को नबी मानते हैं, पता है आपको? मुझे पता है। तो आप तो मुसलमान है ना? आप तो मुसलमान है ना? बिल्कुल। आपके नबी कौन है? यार हमारे नबी तो हजरत मोहम्मद सल्लल्लाहु अलैहि वसल्लम, उनके बाद कोई नबी हो सकता है? वो तो आखिरी नबी है। तो ये उनके बाद नबी गढ़ के ड्रामा करते हैं और कहते हैं कि ये उम्मती नबी आ गया है और ये मसीह मऊद है और इमाम महदी भी है और नबी भी है। फिर ये मुझे एक बात बताएं, आपका क्या नाम है? अब्बास। अब्बास साहब। अच्छा जरा जैक ਨੂੰ ਥੋੜਾ ਜਿਹਾ ਨਾ ਮੱਠਾ ਰੱਖੋ, ਕਿਸੇ ਬੰਦੇ ਨਾਲ ਗੱਲ ਕਰ ਵੀ ਲੈਣ ਦਿਆ ਕਰੋ ਮਲਕ ਸਾਹਿਬ, ਹੁਣ जैक तेज ना करे। अच्छा जी सर, जो हुक्म। मैं ये कहने लगा हूँ कि आपको तो पता नहीं है ना कि कादियानियों के कितने गंदे और गलीज अकायद और नजरियात हैं। जो वो मिर्जा कादियानी ना जिसने नबूवत का दावा किया है, वो कहता है कि 100 हुसैन मेरी जेब में है। हुसैन जानते हैं कौन है? सैयदना हुसैन। या कौन कौन तो इमाम अली का बेटा है मेरे ख्याल में। हाँ, इमाम अली के बेटे हैं और नबी पाक के नवासे हैं। नवासे है। नबी अलैहिस्सलाम की बेटी फातिमा के वो बेटे हैं। ये मरदूद कहता है कि 100 हुसैन हो तो वो मेरी जेब में है। मैं हुसैन से बढ़कर हूँ। हुसैन तो कहता मेरे सामने कोई चीज ही नहीं है। तो ऐसे लानती को अगर जूते पड़ते हैं वहाँ पाकिस्तान में तो इसलिए पड़ते हैं कि इनके अकायद हरामियों वाले हैं। जिन्नियां आइडिया तो आएंगे ना पुत्र सैफी, मैं ये अल्लाह तनवे तो म्यूट कर, तुसी हरामी हो सारे। थल्ले बह के सुनो मेरा पुत्र, तो यहाँ बाहर बह के बनेरियां तो बह के, तो ये हरामी है। इनके अकायद नजरिए पता क्या कहता है मिर्जा कादियानी? कहता है मुर्दा अली को छोड़ो, तुम में मैं जिंदा अली मौजूद हूँ। समझ आइए? अब इनको जूते ना पड़े तो मुझे बताओ। कहता है वो मिर्जा कादियानी दज्जाल, कहता है कि नबी अलैहिस्सलाम के लिए चांद 2 टुकड़े हुआ था, पता है आपको? नहीं, वो मुझे पता नहीं। नबी पाक का एक मौजज़ा है कि आपने उंगली के इशारे से चांद के 2 टुकड़े कर दिए थे। मौजज़ा दिखाया था कुफार मक्का को, चांद के 2 टुकड़े हो गए। कहता है नबी पाक के लिए सिर्फ चांद ने गवाही दी है, मेरे लिए चांद और सूरज दोनों ने गवाही दी है। अस्तगफिरुल्लाह। कहता है मुझे अब भी तुम इनकार मेरा करो कि नबी पाक के लिए सिर्फ चांद ने गवाही दी, मेरे लिए चांद और सूरज दोनों ने गवाही दी। वो कहता है मिर्जा कादियानी दज्जाल कहता है कि मेरे आने से पिछलों के सब के सूरज डूब गए हैं, यानी मैं आ गया हूं। तो कहता है आसमान से कई तख्त उतारे गए हैं, सबसे ऊपर मेरा तख्त बिछाया गया है। आप अब्बास भाई आप बताओ, आसमान से जितने तख्त उतारे गए सबसे ऊंचा तख्त किसका है? वो तो हजरत मोहम्मद सल्लल्लाहु अलैहि वसल्लम का है। मोहम्मद सल्लल्लाहु अलैहि वसल्लम का, क्योंकि वो अशरफुल अंबिया हैं, इमामुल अंबिया हैं, सैयद वुल्द आदम हैं, सारी नस्ल इंसानी के सरदार हैं। आपकी हदीस है अना सैयद वुल्द आदम वला फ़ख्र, मैं सारी बनी नौ इंसान का, बनी आदम का सरदार हूँ, लेकिन मैं इस पे फ़ख्र नहीं करता। तो ये लानती कहता है कि मेरे आने से पिछलों का पानी गदला हो गया, मुकद्दर हो गया, यानी कि गंदा हो गया, माज़अल्लाह। तो ये बड़े लानती हैं, इनके बड़े गंदे नजरियात हैं। अगर इनको कराची में या पंजाब में जूते पड़ते हैं ना मुसलमानों से, तो वो इसलिए पड़ते हैं कि ये इस तरह की बातें करते हैं। यार वो तो मुझे पता नहीं है, लेकिन मैं इनकी अम्मी को जानता हूँ कि वो बहुत मोमिन इंसान है, 5 वक्त की नमाज पढ़ती है और कुरान की तिलावत करती है मेरे ख्याल में। मुझे पता मसला क्या है, ये जो इबादत है ना, इबादत तो अबू जहल भी खाने काबा का तवाफ किया करता था, पता है आपको? आप बिल्कुल बिल्कुल। आपके माइक पे शोर आ रहा है, जरा म्यूट करें। अबू जहल भी तो खाना काबा का तवाफ करता था ना, हाजियों को पानी पिलाना, हाजियों को सत्तू को उल के देना,
वो पहले लात उज़्ज़ा मनात यही किया करते थे। तो ये कोई बड़ी बात नहीं है। इबादत कोई चीज़ नहीं, असल चीज़ है अकीदा। Assalamu alaikum warahmatullah. वालेकुम सलाम रहमतुल्लाहि व बरकातहू। महाने ब्रदर, हाउ आर यू? How are you? अल्हम्दुलिल्लाह अल्हम्दुलिल्लाह। Brother, I find something, I think all of you will find it weird. You know this Ahmad Qadiani group in Palestine? Yes. I think they are Jewish people. They're not Palestinians. They claim that they are Palestinians, but they're not looking Palestinians. They're not speaking like us. Those who lives in Abad Kabir. Yes. He's talking about Nurul Haq group. He blocked me. He took me down as well. You've got my brother here, Najaf. He was there. He blocked me. You are talking about the TikTok live, yeah? Yes. I was speaking with them very nice, and I've been speaking in Arabic with the brothers that they've been listening to these people. He took me down and he blocked me straight away. Assalamu alaikum, Muhammad. But why did he do this? I couldn't understand what did they do. And you were telling something about Jewish. They are Jewish. They are Qadianis. What are they? Brother, they basically they use them as a fitna. That's why I think. They are Jewish and they pretended like they are Qadiani. Yes, 100%. How did you come to know this? How did you know this? Brother, we know them from them eyes. They are basically Jewish, but they present themselves as Qadianis, you say? Yes. You can tell, brother. Oh well, for me, I can tell. By Mohanib is from Palestine. That's why he knows. Yeah. From his eyes, I know him, brother. Who is India? Okay, yeah, he's right, but we need some solid evidence against them. So that. नहीं अबू बकर भाई वो मेरी गल सुनो गल ठीक है लेकिन किन्ने फलस्तीनी ने जेड़ा इसराइल वाली शरिया नहीं है तो सारे फलस्तीन ही सीगा पहले उत्थे भी रहंदा but we need some solid proof against them. Did you get any evidence about that? Because we need a solid proof. We can make a broad on like YouTube and everywhere, like on a TikTok. Do you have? I any will try. I'll try. Please. Because of that, do you see that when I'm asking the question about Mirza Ghulam Ahmad Qadiani books, and they said they dropped me there. Then after they pick me up, and they are trying to asking the question to me. And after that, the one guy is come from Africa, and he shouting to me, and he say, like I said, there is a lot of contradiction in his book. Then after they are shouting to me, and they trying to like trap to me. What about me? They blocked me straight away, brother. What you say in Arabic? I was explaining to him that something we call it tanakudat, the difference between what Mirza Ghulam says and the Quran, and the wrong thing in his book. So he's got something in his book. Basically, he talking about ta'un. Yeah. If we give you some references like about in his contradiction, what he's having in contradiction, Mr. Ahmed Nazir will be teach each and everything. Like he read his all books and he remembers a lot of references in his mind. So will you make a broad and do it on Palestine? Yes. Palestinian peoples, because there was one lady was sitting there and she was arguing with them. Christian. She was Christian. Yeah, and they are doing very respectfully to her and Sayyidina Isa alayhi salatu wasalam. Very bad. Which one I understand? He didn't even give me a chance to speak, brother. He'd been arguing with the woman for half an hour. I've been waiting for half an hour. It's common in all Ahmadi, but what I was thinking that it could be possible that because they are living there for so long, because they have their
missionary in Israel since Yeah, 1924. yeah, the Jews, they speak in Arabic better than us as well, brother. You know that? Huh? Yeah, they speak in Arabic as well. Yeah, we know that. No, I'm talking about the Ahmadis who are living there, who are working for their Jama'ah since 1924. So it could be quite possible that because of their accent, I don't know. ਹੋ ਸਕਦਾ ਹੈ, ਮੈਨੂੰ ਤੇ ਹੁਣ ਕਿਉਂ ਸਮਾਨ ਭਾਈ ਹੋ ਨਹੀਂ ਸਕਦਾ ਬੰਦਾ ਰਹਿੰਦਾ ਹੋਵੇ ਕਿਧਰੇ ਲੰਮੇ ਅਰਸੇ ਤੋਂ ਤੇ ਫਿਰ ਵੀ ਤੇ ਪੋਸੀਬਲ ਹੈ। ਉਹਦਾ ਕਹਿਣ ਦਾ ਮਕਸਦ ਹੈ ਵੇ ਕਿ ਜਿਹੜੀ ਉਹਨਾਂ ਦੀ ਟਾਕ ਸੀ ਨਾ ਉਸ ਤੋਂ ਲੱਗਦਾ ਪਿਆ ਸੀ ਕਿ ਉਹ ਜਿਊਸ਼ ਨੇ, ਕਿਉਂਕਿ ਜਿਊਸ਼ ਜਿਹੜੇ ਨੇ ਉਹ ਦੇਖੋ ਅਸੀਂ ਤੇ ਮਰਜ਼ਈਆਂ ਨੂੰ ਜਿਊਸ਼ ਹੀ ਮੰਨਦੇ ਸੀ, ਜਿਹੜੀ ਗੱਲ ਹੈ ਕਿ ਇਹਨਾਂ ਨੇ ਜੋ ਕੰਮ ਕੀਤਾ ਤੇ ਸਾਡੇ ਵੱਲੋਂ ਹੀ ਨੇ ਤੇ ਉਹ ਇਹਨਾਂ ਦੀ ਪੁਸ਼ਤਨਾ ਹੀ ਹੁੰਦੀ ਪਈ ਉੱਥੇ। ਹੁਣ ਦੇਖੋ ਮੁਬਲਕ ਦੋਨੋਂ ਰਲ ਕੇ ਵੀ ਕੰਮ ਕਰ ਸਕਦੇ ਨੇ ਨਾ, ਉਹਨਾਂ ਦੇ ਤੇ ਇਹਨਾਂ ਦੇ ਰਲ ਕੇ। ਜਿਸ ਤਰ੍ਹਾਂ ਦੀ ਗਾਲ ਨਾਉਜ਼ ਬਿੱਲਾ ਜਿਸ ਤਰ੍ਹਾਂ ਦੀ ਗਾਲ ਹੈ ਹਜ਼ਰਤ ਈਸਾ ਅਲੈਹਿਸਲਾਮ ਨੂੰ ਕੱਢਦੇ ਨੇ, ਇਹ ਜਿਊਸ਼ ਹੀ ਕੱਢਦੇ ਨੇ ਇਸ ਤਰ੍ਹਾਂ ਦੀ ਗਾਲ, ਜਿਹੜੇ ਮਰਜ਼ਈ ਗਾਲ ਕੱਢਦੇ ਨੇ। ਇੰਨੀ ਵਲਗਰ ਲੈਂਗੁਏਜ ਸਿਵਾਏ ਜਿਊਸ਼ ਦੇ ਕੋਈ ਨਹੀਂ ਬੋਲਦਾ। ਜਿਹਨੇ ਸਾਰੇ ਇਲਜ਼ਾਮ ਉੱਥੋਂ ਹੀ ਲੈ ਕੇ ਨਿਕਲੇ ਲਿਖੇ ਨਾ। He goes, you know why he blocked me? For no reason. He knows that I've got a good knowledge about what's going on. That's why he's blocked me straight away. You're in trust? जी अमर भाई की कह रहे हो? आवाज नहीं। मौजू किसी की गल कर रहे हैं, what were they talking about? I was very respectful. I was waiting my time. I didn't interrupt anybody, and he blocked me. No. He's asking about that. What was the topic they were talking about? The topic was I've opened the Mirza Ghulam book, and I've asked everybody who's the Arab people who's on the live to open that reference on his book and comparing this is the right person. If Wahi has come to this guy, how he can change his mind about Ta'un? That's today he's gonna happen in Punjab, and tomorrow he's gonna happen here, and a Ta'un is not gonna touch his friend, and the Ta'un has been touching his friend. So this guy is lying basically. No, what was they talking about? What was their topic? So this was. They blocked me. I want to know what they were saying about that topic. What they were saying about that topic. No, they are asking the reference, and he don't have a reference. Mohani don't have a reference, and after that they put him down and block him. That is the reason. No. I'm asking that what was the topic they were talking about? What was the thing? Answer question topic. There was not a specifically brought for the only. Yeah, तो ये सब बातें ऐसे बोल करते हैं उसकी ना। The same thing. Leave that right now. आमिर भाई आप कंटिन्यू करें अब्बास के साथ ना। अब्बास वो नीचे कोई पूछ रहा है आप कितनी उम्र के हैं अब्बास? मैं तकरीबन 30 साल। वो नीचे कोई कादियानी आपसे पूछ रहा है कि आप कहाँ पे रहते हैं? हाँ, मैं मालमो में रहता हूँ। मालमो। हाँ। तो आपका दोस्त है, उसने कोई हेल्प कर रहा है आपको? आपके पेपर शेपर का मसला तो नहीं है वहाँ पे? नहीं, कोई मसला नहीं है, लेकिन वो मेरा बहुत बेस्ट फ्रेंड है, बहुत अच्छा फ्रेंड है मेरा। तो मैंने उनसे पूछा कि आप कहाँ से हो? उसने कहा मैं कराची से हूँ। मैंने कहा आप शिया हो सुन्नी हो? उसने कहा नहीं, मैं मिर्ज़ा अहमद कादियानी, पता नहीं मेरे समझ में नहीं आया कि उसने क्या बोला है। मिर्ज़ा अहमद कादियानी बोला मेरे ख्याल में। मिर्ज़ा गुलाम अहमद कादियानी आप उसके साथ कितने अरसे से हैं? यार मैं तकरीबन 6-7 साल से। तो उसने आपको कहा नहीं कादियानी हो जाओ? नहीं वो नहीं, उसने कभी नहीं कहा मुझे कि कादियानी हो जाओ, लेकिन उसे पता है कि मैं। उसकी कितनी उम्र है? 28 साल मेरे ख्याल में। आपका हम उम्र ही है। बिल्कुल। उसने कहा कि हमारे साथ पाकिस्तान में बहुत ज्यादतियाँ हुई है, हमें
لوگ مارتے تھے اس طرح اس طرح ڈسکرمنیٹ کرتے تھے ہمیں. مارنا ہی تھا نا، جب یہ گالیاں دیں گے نبیوں کو تو مار ہی پڑے گی نا بھائی. تو پھر ہم نے کہا کہ یار یہ ہمارے لیے سیف جگہ نہیں ہے یہ پاکستان. تو پھر ہم نے امیگریٹ کیا وہاں سے سویڈن. یہاں پہ بھی انہوں نے جو ہے ان کا جو کیس، ہم کیس کہتے ہیں پتہ نہیں کیا ہے، اس نے جو انٹرویو دیا ہے کہ وہ احمد قادیانی وہ احمدی ہے، پاکستان میں ان کے ساتھ بہت زیادتیاں ہو رہی ہے اور ان کی ٹارگیٹ کلنگ ہوتی ہے وہاں پہ اسائلم کراچی میں. اپلائی کیا ہوگا اس نے. ہاں ہاں بس یہی تو جو اسی لیے وہ لوگ جو ہے پاکستان واپس نہیں جانا چاہتے کیونکہ ان کی جان کا خطرہ ہے. میرے خیال میں تو جان خطرے میں ہے. تو اسی لیے وہ لوگ یہاں پہ آپ فارسی جانتے ہیں؟ بالکل میں فارسی زبان ہوں. فارسی زبان ہے؟ ہاں میں اگر آپ کے سامنے فارسی کا کوئی فقرہ بولوں تو آپ بتائیں گے کیا معنی ہے؟ بالکل. اکثر معجزات عیسویہ را معجزات ندانند زیرا کے مثل آن ہا ساحراں ہم میسا زند و یہود آن جناب راچوں نبی نمے دانوند نمیدانند ہم نمے دانند ہمچو معجزات ساحر میں گویند. لیکن پتہ ہے یہ جو شعر شاعری ہے بہت نہیں، اس کا مطلب پہلے بتائیں، مطلب کیا ہے اس کا؟ نہیں مطلب تو مجھے زیادہ یار بہت سخت ہے میرے خیال میں. پرانی لیکن ہے میں پرانی ہے تھوڑی. بہت پرانی زبان کا ہے میرے خیال میں، بہت کتابی ہے، گرامیٹک ہے. آپ کے سامنے اگر لگا دیں تو پڑھ لیں گے، پھر سمجھا دیں گے. سامنے لگا دیں تو یار شعر شاعری تو بہت سخت ہے لیکن میں فارسی لکھتا ہوں، فارسی بول دیتا ہوں. نہیں، اس کا تھوڑا بہت جو آپ کو سمجھ لگی وہی بتا دینا. ابھی آواز دور سے آ رہی ہے. آپ کی آواز نہیں کلیئر آ رہی ہے. عباس بھائی اب کی آواز نہیں آ رہی، مائک کے پاس آ کر بولیں. ایک منٹ اب آواز آ رہی ہے؟ آواز آ رہی ہے ابھی؟ جی جی. ہاں لیکن یار فارسی میں صرف فارسی زبان بول لیتا ہوں لیکن شعر شاعری بہت سخت ہے یار. ان کا ترجمہ کرنا بہت سخت ہے، بہت زیادہ سخت ہے میرے خیال میں. میں اقبال لاہوری کا بھی شعر شاعری پڑھتا ہوں کبھی کبھی، لیکن ترجمہ بہت سخت ہے، بہت زیادہ سخت ہے، بہت گہرا ہوتا ہے میرے خیال میں. ایک تو ہوتا ہے کہ اس کی تفصیل میں بات کرنا نا، ایک ہوتا ہے عمومی طور پر آپ بتا دیتے ہو کہ یار مجھے یہ لگ رہا ہے، یہ لگ رہا ہے، یہ لگ رہا ہے. علامہ صاحب یہ ریفرنس مجھے دیجیے گا، میں ذرا چیک کرتا ہوں اس کو. ازلو ہم کون سا پیج ہے؟ پیج میں دیکھ کر بتاتا ہوں. 405 پہ میرے نہ 370 پہ نو 129. نذیر بھائی میری آواز آ رہی ہے آپ کو؟ آ رہی. یار فارسی شعر شاعری تو بہت سخت ہے لیکن میں آپ کو ایک فارسی شعر سناتا ہوں، لیکن ان کا ترجمہ زیادہ سخت نہیں، آسان ہے، بہت آسان ہے. فارسی میں کہتے ہیں کہ کسپو کمال کن کہ عزیز جہان شوی، کسپو کمال کن کہ عزیزی جہان شوی، بے کسپو بے کمال بنان خوردن خو حیران شوی. کیا مطلب ہے اس کا؟ یہ کسب کا کیا مطلب ہے؟ کسب و کمال، یہ جو ہنر، یہ کہتے ہیں کہ ہنر سیکھو، کام سیکھو، ہنر، کسب و کمال. کن کی عزیز جہان شوی.
اچھا میں یہاں عباس بھائی، مرزا غلام قادیانی تھا نا، اس نے بھی ایک ہنر سیکھا تھا لوگوں کو بیوقوف بنانے کا. تو اس نے فارسی میں بھی لکھ کے بیوقوف بنایا، اردو میں بھی اور عربی میں بھی. محمد صاحب کون سا 129 پہ تو نہیں ہے زانا حساب؟ نہیں یہ اور چھوڑ دیں. راجپوت صاحب بھی میرے خیال نیو موبائل نے. او جاؤ تو گالاں پہ کر دے تھلے مر سکتے ہیں. جی السلام علیکم. ہلو آ رہی آواز بھائی جان. میں کہ میں ایک منٹ بعد میں بات کرتا ہوں، ابھی آپ لوگ کریں، میں سن رہا ہوں. ٹھیک ہے، پر ٹوائلٹ میں فون نہیں یوز کرنا باقی نہیں ٹوائلٹ نہیں، کچن میں بھائی جان چائے بنا رہا ہوں، یہ کیٹل کی بات آ رہی ہے. چلو ٹھیک ہوگا ٹھیک ہوگا. آپ خود سے نا کوئی الزام لگا دیا کرو. میں کچن میں ایک تھانوں سجیشن دیتی ہے کہ نہ کرے جدوں بہ کے ہے کیا ہے. وہ نذیر صاحب جو ہے نا ایک ہے نا نذیر بلال کوئی صاحب ہون گے، لیکن میں ٹوائلٹ 'ਚ نہیں جاندا فون لے کے، میں کچن نہیں گناہ ہے جی، گناہ دی گل ہے. ٹھیک ہے چاہ بنا کے بہ کے پھر گل کرنے. ہاں جی ٹھیک ہے. اوکے نذیر بھائی جی، میں آپ کو ایک اردو شعر سناتا ہوں، اقبال، علامہ اقبال کی، اقبال لاہوری کی. آپ ان کا ترجمہ کر سکتے ہو؟ ہاں اردو سنائیں. یہ کہتے ہیں کہ ہے آیا یورش تاتار کے افسانے سے، پاس با مل گئے کعبے کو صنم خانے سے. دوبارہ بولیں. کہتے ہیں ہے آیا یورش